सच्चा जिंदा मेहरबान खुदाबंद पिता परमेश्वर प्रभु यीशु मसीह ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਇਸ ਬੜੇ ਹੀ ਆਦਰਯੋਗ ਸਮੇਂ ਦੇ ਲਈ ਜੋ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਤੁਸੀਂ ਇਹ ਸਮਾਂ ਬਖਸ਼ ਦਿੱਤਾ। ਅਸੀਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਮੇਰੇ ਪ੍ਰਭੂ। ਵੱਡੀ ਦਇਆ ਨੂੰ ਚਾਹੁੰਦੇ ਹਾਂ, ਵੱਡੀ ਕਿਰਪਾ ਨੂੰ ਚਾਹੁੰਦੇ ਹਾਂ, ਵੱਡੇ ਅਨੁਗ੍ਰਹਿ ਨੂੰ ਚਾਹੁੰਦੇ ਹਾਂ ਮੇਰੇ ਪ੍ਰਭੂ ਜੀ। ਕਰੋ ਕਿਰਪਾ ਆਪਣੇ ਲੋਕਾਂ ਦੇ ਉੱਪਰ ਜੋ ਇਸ ਸਮੇਂ ਕਲਾਮ ਨੂੰ ਸੁਣਦੇ ਨੇ ਮੇਰੇ ਪ੍ਰਭੂ, ਸੁਣਨ ਦੀ ਸ਼ਰਮਤਾ ਰੱਖਦੇ ਨੇ ਮੇਰੇ ਪ੍ਰਭੂ ਜੀ। ਔਰ ਤੁਹਾਡੇ ਕੋਲੋਂ ਵੱਡੀ ਕਿਰਪਾ ਦੀ ਮੰਗ ਕਰਦਾ, ਤੁਹਾਡਾ ਪਵਿੱਤਰ ਆਤਮਾ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ, ਸਹਾਇਤਾ ਕਰੇ। ਤੁਹਾਡਾ ਨਾਮ ਆਦਰ ਪਾਵੇ ਮੇਰੇ ਪ੍ਰਭੂ। ਔਰ ਵੱਡੀ ਕਿਰਪਾ ਨੂੰ ਚਾਹੁੰਦੇ, ਵੱਡੇ ਅਨੁਗ੍ਰਹਿ ਨੂੰ ਚਾਹੁੰਦੇ ਹਾਂ, ਵੱਡੇ ਅਭਿਸ਼ੇਕ ਨੂੰ ਚਾਹੁੰਦੇ ਹਾਂ, ਵੱਡੇ ਸਾਮਰਥ ਨੂੰ ਚਾਹੁੰਦੇ ਹਾਂ ਮੇਰੇ ਪ੍ਰਭੂ ਜੀ। ਹੋਣ ਦਿਓ ਮੇਰੇ ਖੁਦਾਵੰਦ, ਸੁਣਨ ਵਾਲੇ ਕੰਨ ਦਿਓ ਤੇ ਜਮਾ ਕਰਨ ਵਾਲਾ ਹਿਰਦੇ ਦਿਓ ਮੇਰੇ ਪ੍ਰਭੂ। ਹੁਣ ਖੁਦਾਵੰਦ ਤੁਹਾਡਾ ਪਵਿੱਤਰ ਆਤਮਾ ਮੇਰੀ ਜ਼ੁਬਾਨ ਦਾ ਜ਼ੁਮਾ ਲਵੇ, ਤਾਂ ਜੋ ਖੁਦਾਵੰਦ ਤੁਹਾਡੇ ਲੋਕਾਂ ਦੇ ਸਾਹਮਣੇ ਜੋ ਵਚਨ ਪੇਸ਼ ਕੀਤਾ ਜਾਏ ਪ੍ਰਭੂ, ਪਵਿੱਤਰ ਆਤਮਾ ਅਗਵਾਈ ਕਰੇ, ਜ਼ੁੰਬਿਸ਼ ਕਰੇ ਖੁਦਾਵੰਦ ਔਰ ਤਰਜਮਾ ਕਰੇ ਅੱਜ ਦੇ ਵਚਨ ਦਾ, ਤਾਂ ਜੋ ਅੱਜ ਦਾ ਵਚਨ ਸਾਡੀਆਂ ਜ਼ਿੰਦਗੀਆਂ ਦੇ ਵਿੱਚ, ਸਾਡੇ ਦਿਲਾਂ ਦੀ ਚੰਗੀ ਜ਼ਮੀਨ ਦੇ ਉੱਪਰ ਇਸ ਮਾਨਿੰਦ ਡਿੱਗੇ ਖੁਦਾਵੰਦ ਕਿ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ ਜੀ। ਬਾਈਬਲ ਤਾਂ ਇਹੀ ਕਹਿੰਦਾ, ਯਿਸੂ ਮਸੀਹ ਦੇ ਮੂੰਹ ਚੋਂ ਨਿਕਲੇ ਪਵਿੱਤਰ ਸ਼ਬਦ ਆ ਕਿ ਮੇਰੇ ਪਿਤਾ ਦੀ ਇਹੋ ਹੀ ਮਰਜ਼ੀ ਆ ਕਿ ਤੁਸੀਂ ਬਹੁਤਾ ਫਲ ਦਿਓ। ਹੋਣ ਦਿਓ ਮੇਰੇ ਪਰਮੇਸ਼ਵਰ, ਵਚਨ ਦੇ ਅਨੁਸਾਰ ਅਸੀਂ ਬਹੁਤੇ ਫਲ ਦੇਣ ਵਾਲੇ ਬਣ ਜਾਈਏ ਖੁਦਾਵੰਦ। ਉਸ ਹੰਜੀਰ ਦੇ ਦਰਖਤ ਦੀ ਤਰ੍ਹਾਂ ਨਹੀਂ ਜਿਹੜਾ ਸਿਰਫ ਪੱਤਿਆਂ ਦੇ ਨਾਲ ਭਰਿਆ ਹੋਇਆ ਸੀ ਪ੍ਰਭੂ, ਅਸੀਂ ਖੁਦਾਵੰਦ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਚੱਲਦੇ ਹੋਏ ਫਲਦਾਇਕ ਬਣੀਏ ਮੇਰੇ ਪਰਮੇਸ਼ਵਰ। ਤੁਸੀਂ ਜਦ ਫਲ ਲੈਣ ਦੇ ਲਈ ਆਓ ਤੇ ਤੁਹਾਨੂੰ ਫਲ ਮਿਲੇ ਮੇਰੇ ਪਰਮੇਸ਼ਵਰ। ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਪ੍ਰਭੂ, ਪਵਿੱਤਰ ਆਤਮਾ ਅਗਵਾਈ ਕਰੇ ਪ੍ਰੋਪਰ ਰੀਤੀ ਦੇ ਨਾਲ। ਅਸੀਂ ਬੜੀ ਅਧੀਨਗੀ ਦੇ ਨਾਲ, ਬੜੀ ਨਿਮਰਤਾ ਸਹਿਤ ਤੁਹਾਡੇ ਸਾਹਮਣੇ ਆਉਂਦੇ ਹਾਂ ਮੇਰੇ ਪ੍ਰਭੂ ਜੀ। ਚਾਹੁੰਦੇ ਹਾਂ ਖੁਦਾਵੰਦ ਕਿ ਹੁਣ ਇਸ ਸਮੇਂ ਤੁਸੀਂ ਸਾਡੀ ਦੁਆ ਨੂੰ ਸੁਣੋ ਔਰ ਖੁਦਾਵੰਦ ਸਾਨੂੰ ਅੱਛੀ ਸਮਝ ਬਖਸ਼ੋ, ਜਿਹਦੇ ਦੁਆਰਾ ਅਸੀਂ ਅੱਜ ਦੇ ਕਲਾਮ ਨੂੰ ਸੁਣ ਸਕੀਏ, ਸਮਝ ਸਕੀਏ ਤੇ ਉਹਦੇ ਅਨੁਸਾਰ ਚੱਲ ਸਕੀਏ। ਔਰ ਸ਼ੁਕਰਗੁਜ਼ਾਰ ਹਾਂ ਖੁਦਾਵੰਦ ਸਾਰੀਆਂ ਗੱਲਾਂ ਬਾਤਾਂ ਦੇ ਲਈ। ਪ੍ਰਾਰਥਨਾ ਨੂੰ ਸੁਣ ਲਿਆ, ਧੰਨਵਾਦ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਗॉड ਬਲੈਸ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ ਜੋ ਇਸ ਸਮੇਂ ਕਲਾਮ ਨੂੰ ਸੁਣਦੇ ਨੇ ਬੜੇ ਅਦਬ ਦੇ ਨਾਲ, ਕਿਉਂਕਿ ਵਚਨ ਨਹੀਂ ਆ ਜਿਹਨੇ ਸਾਨੂੰ ਸੰਭਾਲਣਾ ਆ, ਜਿਹਨੇ ਸਾਨੂੰ ਪਿਤਾ ਦੇ ਸਾਹਮਣੇ ਲੈ ਕੇ ਜਾਣਾ ਆ। ਕਿਉਂਕਿ ਇਹ ਵਚਨ ਹੀ ਆ ਜੋ ਸਾਡੀਆਂ ਆਦਤਾਂ ਜੋ ਸਵਰਗ ਦੇ ਵਿੱਚ ਚੱਲ ਰਹੀਆਂ ਆ ਜਾਂ ਚੱਲਦੀਆਂ ਆ, ਉਹਨਾਂ ਆਦਤਾਂ ਨੂੰ ਸਾਡੀਆਂ ਆਦਤਾਂ ਬਣਾ ਦਿੰਦਾ ਆ। ਇਹ ਉਹੀ ਵਚਨ ਆ ਜਿਹੜਾ ਤੁਸੀਂ ਤੇ ਮੈਂ ਸੁਣਨਾ ਆ। ਬੋਲੋ ਹਾਲੇਲੂਇਆ। ਮੈਂ ਬਾਈਬਲ ਪੜ੍ਹਦਾ ਪਿਆ ਸੀਗਾ ਔਰ ਮੈਂ ਕੀ ਦੇਖਦਾ ਆ ਕਿ ਜਦੋਂ ਕਨਾਨ ਦੇਸ਼ ਤੱਕ ਲੋਕ ਪਹੁੰਚ ਰਹੇ ਆ ਮਿਸਰ ਦੀ ਗੁਲਾਮੀ ਤੋਂ, ਔਰ ਰਾਸਤੇ ਦੇ ਵਿੱਚ ਖੁਦਾ ਨੇ ਉਹਨਾਂ ਨੂੰ ਆਗਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੂੰ ਇੱਕ ਦਾਇਰੇ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਕਨਾਨ ਦੇਸ਼ ਦੇ ਵਿੱਚ ਜਾ ਕੇ ਉਹ ਹੁੱਲੜਬਾਜ਼ੀ ਨਹੀਂ ਕਰਨੀ, ਵਿਵਚਾਰ ਨਹੀਂ ਕਰਨਾ, ਪਾਪ ਨਹੀਂ ਕਰਨਾ, ਗਲਤ ਕੰਮ ਨਹੀਂ ਕਰਨੇ। ਰਾਸਤੇ ਦੇ ਵਿੱਚ ਹੀ ਉਹਨਾਂ ਨੂੰ ਜਿਹੜੀਆਂ ਹੁਕਮਾਂ ਵਿਧੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਨੂੰ ਆਦਤ ਪਾਣੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਇਹਨਾਂ ਦੇ ਅਨੁਸਾਰ ਚੱਲਣਾ ਔਰ ਆਪਣੀ ਆਦਤ ਬਣਾ ਲੈਣੀ ਆ। ਹਾਲੇਲੂਇਆ। ਕਿੱਦਾਂ ਆਪਣੇ ਗੁਆਂਢੀ ਦੇ ਨਾਲ ਪਿਆਰ ਕਰਨਾ, ਕਿੱਦਾਂ ਆਪਣੇ ਗੁਆਂਢੀ ਦੀ ਵਾਈਫ ਨੂੰ ਪਾਪ ਕਰਨ ਤੋਂ ਬਚਾਉਣਾ ਆ ਜਾਂ ਬਚਣਾ ਆ, ਕਿੱਦਾਂ ਚੋਰੀ ਨਹੀਂ ਕਰਨੀ, ਲਾਲਚ ਨਹੀਂ ਕਰਨਾ ਆ। ਹਾਂ, ਅਗਰ ਕੋਈ ਕਿਸੇ ਦੀ ਅੱਖ ਫੋੜਦਾ ਤੇ ਦੂਸਰਾ ਵੀ ਉਹਦੀ ਅੱਖ ਹੀ ਫੋੜੇਗਾ। ਇਸ ਤਰ੍ਹਾਂ ਦੇ ਡਰ ਜਿਹੜਾ ਲੋਕਾਂ ਦੀਆਂ ਜ਼ਿੰਦਗੀਆਂ 'ਚ ਉਤਪੰਨ ਕਰ ਦਿੱਤਾ ਰਾਸਤੇ ਦੇ ਵਿੱਚ ਹੀ ਕਨਾਨ ਦੇਸ਼ ਤੱਕ ਪਹੁੰਚਣ ਤੋਂ ਪਹਿਲੇ। ਔਰ ਅੱਜ ਵੀ ਉਹੀ ਸਿਚੁਏਸ਼ਨ ਆ ਕਿ ਅਸੀਂ ਸਵਰਗ ਪਹੁੰਚਣ ਆਇਆ, ਸਵਰਗ ਪਹੁੰਚਣ ਤੋਂ ਪਹਿਲਾਂ ਅਸੀਂ ਅੱਜ ਰਾਸਤੇ ਦੇ ਵਿੱਚ ਆ। ਔਰ ਖੁਦਾਵੰਦ ਦਾ ਵਚਨ ਜਿਹੜਾ ਤੁਹਾਡੇ ਮੇਰੇ ਸਾਹਮਣੇ ਆ, ਹੁਕਮਾਂ ਵਿਧੀਆਂ ਤੁਹਾਡੇ ਮੇਰੇ ਸਾਹਮਣੇ ਆ, ਔਰ ਜਿਹੜਾ ਇਹਦੇ ਅਨੁਸਾਰ ਚੱਲੇਗਾ, ਵਚਨ ਦੇ ਅਨੁਸਾਰ ਚੱਲੇਗਾ, ਆਪਣੀ ਆਦਤ ਬਣਾ ਲੇਗਾ ਜਿੱਦਾਂ ਉੱਥੇ ਇੱਕ ਇਨਸਾਨ ਖੁਦਾਵੰਦ ਨੂੰ ਚਾਹੀਦਾ ਹੈ। ਹਾਲੇਲੂਇਆ। ਤੁਸੀਂ ਇਹਨਾਂ ਵਚਨਾਂ ਨੂੰ ਪੜ੍ਹ ਕੇ ਔਰ ਇਹਨਾਂ ਦੇ ਅਨੁਸਾਰ ਚੱਲ ਕੇ ਔਰ ਇਹਨਾਂ ਵਾਂਗੂ ਆਪਣੀ ਆਦਤ ਬਣਾ ਲਓਗੇ ਤਾਂ ਫਿਰ ਤੁਸੀਂ ਸਵਰਗ ਦੇ ਅਧਿਕਾਰੀ ਹੋਵੋਗੇ। ਉੱਥੇ ਸ਼ਰਾਬੀ ਬੰਦਾ ਨਹੀਂ ਜਾ ਸਕਦਾ, ਉੱਥੇ ਗਾਲਾਂ ਕੱਢਣ ਵਾਲਾ ਬੰਦਾ ਨਹੀਂ ਜਾ ਸਕਦਾ, ਉੱਥੇ ਈਰਖਾ ਕਰਨ ਵਾਲਾ ਬੰਦਾ ਨਹੀਂ ਜਾ ਸਕਦਾ। ਉੱਥੇ ਜਿੱਦਾਂ ਦਾ ਬੰਦਾ ਜਾ ਸਕਦਾ ਆ, ਉਹ ਬਾਈਬਲ ਉਸ ਤਰ੍ਹਾਂ ਦਾ ਬੰਦਾ ਬਣਾਉਂਦੀ ਆ ਤੁਹਾਨੂੰ ਤੇ ਮੈਨੂੰ। ਬੋਲੋ ਆਮੀਨ ਹਾਲੇਲੂਇਆ। ਅਗਰ ਤੁਸੀਂ ਵਚਨ ਦੀ ਮਹੱਤਵਤਾ ਨੂੰ ਸਮਝਦੇ, ਮੈਂ ਫਿਰ ਤੁਹਾਨੂੰ ਅੱਜ ਦੱਸਦਾ, ਚੰਗਾਈ ਆਈ ਔਰ ਗਈ
ਭਵਿੱਖਬਾਣੀ ਹੋਈ, ਪੂਰੀ ਹੋਈ, ਗਈ। ਪਰ ਜੋ ਵਚਨ ਨੇ ਤੁਹਾਡਾ ਵਿਸ਼ਵਾਸ ਵਧਾ ਦੇਣਾ, ਜੋ ਵਚਨ ਨੇ ਤੁਹਾਡੀ ਜ਼ਿੰਦਗੀ 'ਚ ਕੰਮ ਕਰਨਾ ਹੈ, ਉਹ ਤੁਹਾਡੀ ਚੰਗਾਈ ਨਹੀਂ ਕਰ ਸਕਦੀ। ਉਹ ਤੁਹਾਡੇ ਉੱਪਰ ਜਿਹੜੀ ਪ੍ਰੋਫੈਸੀ ਹੋਈ ਆ ਉਹ ਨਹੀਂ ਕਰ ਸਕਦੀ। ਹਾਲੇਲੂਇਆ। ਤੁਸੀਂ ਗੌਰ ਨਾਲ ਦੇਖਣਾ, ਕਦੀ ਕਿਸੇ ਦੀ ਜ਼ਿੰਦਗੀ ਦੇ ਵੱਲ ਧਿਆਨ ਦੇਣਾ ਕਿ ਵਚਨ ਪੜ੍ਹਨ ਦੇ ਵਿੱਚ ਉਹ ਪਰਸਨ ਕਿੱਦਾਂ ਦਾ ਆ, ਵਚਨ ਦੀ ਅਹਿਮੀਅਤ ਨੂੰ ਸਮਝਣ ਵਾਲਾ ਬੰਦਾ ਹੈ ਜਾਂ ਨਹੀਂ। ਕਿਉਂਕਿ ਜੋ ਬਾਈਬਲ ਦੀ ਗਹਿਰਾਈ ਦੇ ਵਿੱਚੋਂ ਤੁਹਾਨੂੰ ਮਿਲ ਜਾਣਾ ਨਾ, ਉਹ ਇੱਕ ਮਹਿੰਗ ਮੁੱਲੇ ਮੋਤੀ ਦੇ ਬਰਾਬਰ ਆ, ਉਸ ਤੋਂ ਵੀ ਉੱਪਰ ਆ। ਹਾਲੇਲੂਇਆ। ਗੱਲ ਚੱਲਦੀ ਅੱਜ ਦੇ ਵਚਨ ਦੀ ਕਿ ਸਾਨੂੰ ਇੱਕ ਟਾਰਗੇਟ ਮਿਲਿਆ, ਸਾਨੂੰ ਇੱਕ ਮਿਸ਼ਨ ਦਾ ਅਸੀਂ ਇੱਕ ਹਿੱਸਾ ਆ। ਹਾਲੇਲੂਇਆ। ਵਚਨ ਦਾ ਬੀਜ ਉੱਥੇ ਸੁੱਟਿਆ ਜਾਵੇ ਜਿੱਥੇ ਉੱਗਣ ਦੀ ਆਸ ਆ, ਵਧਣ ਦੀ ਆਸ ਆ, ਫਲਦਾਇਕ ਹੋਣ ਦੀ ਆਸ ਆ। ਵਚਨ ਦਾ ਛਿੱਟਾ ਉਸ ਜ਼ਮੀਨ ਦੇ ਉੱਪਰ ਦਿੱਤਾ ਜਾਣਾ ਚਾਹੀਦਾ। ਮੇਰਾ ਇਹ ਮੰਨਣਾ ਹੈ। ਜਿੱਥੇ ਕਦਰ ਨਹੀਂ ਆ, ਜਿੱਥੇ ਵਚਨ ਦੀ ਵੈਲਿਊ ਨਹੀਂ ਆ, ਉੱਥੇ ਸਮਝਾਉਣ ਸਿਖਾਉਣ ਦਾ ਕੋਈ ਫਾਇਦਾ ਨਹੀਂ। ਬਾਈਬਲ ਕਹਿੰਦਾ ਸਿੱਖਣ ਵਾਲਾ ਔਰ ਸਿਖਾਉਣ ਵਾਲਾ ਜਦੋਂ ਦੋਨੋਂ ਇੱਕ ਮਨ ਆ, ਤੇ ਫਿਰ ਜਿਸ ਮਕਸਦ ਦੇ ਲਈ ਉਹ ਸਿਖਾ ਰਿਹਾ ਜਾਂ ਸਿੱਖ ਰਿਹਾ, ਉਹ ਮਕਸਦ ਪੂਰਾ ਹੁੰਦਾ ਆ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਿੱਖਣ ਦੀ ਇੱਛਾ ਦੇ ਵਿੱਚ ਆ, ਔਰ ਤੁਸੀਂ ਕੁਝ ਪ੍ਰਾਪਤ ਕਰਨ ਦੀ ਇੱਛਾ ਦੇ ਵਿੱਚ ਆ, ਔਰ ਖੁਦਾਵੰਦ ਯਿਸੂ ਮਸੀਹ ਤੁਹਾਡੀਆਂ ਜਿਹੜੀਆਂ ਇੱਛਾਵਾਂ ਆ, ਤੁਹਾਡੀ ਡਿਜ਼ਾਇਰ ਆ, ਉਹਨੂੰ ਪੂਰਾ ਕਰੇਗਾ। ਬੋਲੋ ਆਮੀਨ। ਹਾਲੇਲੂਇਆ। ਗੱਲ ਚੱਲਦੀ ਆ ਕਿ ਤੁਸੀਂ ਅਗਰ ਆਤਮਾ ਦੇ ਵਿੱਚ ਚੱਲ ਰਹੇ ਆ, ਬਹੁਤ ਅੱਛੀ ਗੱਲ ਆ, ਪਰ ਆਤਮਾ ਦੇ ਵਿੱਚ ਖੜੇ ਵੀ ਰਹਿਣਾ ਆ, ਚੱਲਦੇ ਵੀ ਰਹਿਣਾ ਆ। ਜਿੱਥੇ ਕਮੀ ਆ ਗਈ ਉੱਥੇ ਸ਼ੈਤਾਨ ਨੇ ਥਾਂ ਪਾ ਲੈਣਾ। ਤੁਸੀਂ ਜਾਣਦੇ ਹੋਵੋਗੇ ਯਹੂਨਾ ਬਪਤਿਸਮਾ ਦੇਣ ਵਾਲੇ ਨੂੰ, ਉਹਦਾ ਮਿਸ਼ਨ ਕੀ ਸੀਗਾ, ਉਹਦਾ ਟਾਰਗੇਟ ਕੀ ਸੀਗਾ? ਤੌਬਾ ਦਾ ਬਪਤਿਸਮਾ ਦੇਣਾ। ਸੁਣਨਾ ਬੜੇ ਧਿਆਨ ਦੇ ਨਾਲ ਗੱਲ ਨੂੰ ਸੁਣਨਾ, ਸਮਝਣਾ। ਮੈਂ ਤੁਹਾਡੇ ਅੱਗੇ ਕੁਝ ਗੱਲਾਂ ਰੱਖਣੀਆਂ ਚਾਹੁੰਦਾ ਤਾਂ ਜੋ ਤੁਹਾਨੂੰ ਜਿਹੜਾ ਅੱਛੇ ਰੀਤੀ ਦੇ ਨਾਲ ਕਲਾਮ ਸਮਝ ਆ ਜਾਵੇ। ਕੀ ਹੁੰਦਾ ਆ ਕਿ ਜਦੋਂ ਨਦੀ ਦੇ ਵਿੱਚ, ਯਰਦਨ ਨਦੀ ਦੇ ਵਿੱਚ ਬਪਤਿਸਮਾ ਦੇ ਰਿਹਾ ਲੋਕਾਂ ਨੂੰ ਪਾਪਾਂ ਦੀ ਤੌਬਾ ਦੇ ਲਈ, ਔਰ ਯਿਸੂ ਮਸੀਹ ਨੂੰ ਆਉਂਦਾ ਵੇਖ ਰਿਹਾ। ਸੁਣਨਾ ਬੜੇ ਧਿਆਨ ਦੇ ਨਾਲ। ਯਿਸੂ ਮਸੀਹ ਨੂੰ ਆਉਂਦਾ ਵੇਖਦੇ ਔਰ ਆਪਣੇ ਮੂੰਹ ਤੋਂ ਕੀ ਬੋਲਦਾ ਕਿ ਉਹ ਦੇਖੋ ਖੁਦਾਵੰਦ ਦਾ ਲੀਲਾ ਜਿਹੜਾ ਜਗਤ ਦੇ ਪਾਪ ਚੁੱਕੀ ਆਉਂਦਾ ਆ। ਕਹਿੰਦਾ ਪ੍ਰਭੂ ਮੈਂ ਤੇਰਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਹਾਂ। ਮਤਲਬ ਇਸ ਸਿਚੁਏਸ਼ਨ ਦੇ ਵਿੱਚ, ਇਸ ਮੌਕੇ ਦੇ ਉੱਪਰ ਉਹ ਇਹ ਸਾਬਿਤ ਕਰ ਰਿਹਾ ਕਿ ਉਹਨੇ ਪਛਾਣ ਲਿਆ ਹੈ ਯਿਸੂ ਮਸੀਹ ਨੂੰ ਕਿ ਇਹ ਪਿਤਾ ਦਾ ਪੁੱਤਰ ਆ, ਇਹ ਯਹੋਵਾ ਪਰਮੇਸ਼ਵਰ ਦਾ ਬੇਟਾ ਆ, ਖੁਦਾਵੰਦ ਯਿਸੂ ਮਸੀਹ। ਕਹਿੰਦਾ ਪ੍ਰਭੂ ਮੈਂ ਤੇਰੀ ਜੁੱਤੀ ਦਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਹਾਂ। ਕਹਿੰਦਾ ਪ੍ਰਭੂ ਮੈਨੂੰ ਚਾਹੀਦਾ ਤੇਰੇ ਕੋਲ ਬਪਤਿਸਮਾ ਲੈਣਾ, ਔਰ ਤੂੰ ਮੇਰੇ ਤੋਂ ਲੈਣ ਡਿਆ। ਯਿਸੂ ਮਸੀਹ ਕਹਿੰਦੇ ਹੋਣ ਦੇ, ਇਦਾਂ ਰੀਤ ਨੂੰ ਪੂਰਾ ਹੋਣ ਦੇ। ਹਾਲੇਲੂਇਆ। ਔਰ ਇਹੀ ਯਹੋਨਾ ਜਦੋਂ ਜੇਲ੍ਹ ਦੇ ਵਿੱਚ ਹੁੰਦਾ ਔਰ ਆਪਣੇ ਚੇਲਿਆਂ ਦੇ ਦੁਆਰਾ ਮੈਸੇਜ ਭੇਜਦਾ ਯਿਸੂ ਮਸੀਹ ਤੱਕ ਕਿ ਤੂੰ ਉਹੀ ਆ ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ। ਹਾਲੇਲੂਇਆ। ਅਗਰ ਤੁਸੀਂ ਵਚਨ ਦੀ ਗਹਿਰਾਈ ਦੇ ਵਿੱਚ ਜਾਓ, ਬਾਈਬਲ ਨੂੰ ਸਮੇਂ ਦੇਵੋ, ਤੁਹਾਨੂੰ ਪਤਾ ਲੱਗੇ ਕਿ ਬਾਈਬਲ ਨੂੰ ਪੜ੍ਹ ਕੇ ਬਰਕਤ ਕਿੱਦਾਂ ਲੈਣੀ ਆ, ਬਾਈਬਲ ਨੂੰ ਪੜ੍ਹ ਕੇ ਅਸੀਂ ਕਿੱਦਾਂ ਸਮਝਣਾ ਆ, ਔਰ ਜੋ ਗਲਤੀਆਂ ਉਹਨਾਂ ਦੇ ਕੋਲੋਂ ਹੋਈਆਂ ਆ ਅਸੀਂ ਨਾ ਕਰੀਏ। ਸਿਰਫ ਸਿੰਪਲ ਕਹਾਣੀ ਦੀ ਤਰ੍ਹਾਂ ਨਾ ਪੜ੍ਹੀਏ ਬਾਈਬਲ ਨੂੰ। ਪਤਰਸ ਦੇ ਨਾਲ ਵੀ ਏਦਾਂ ਹੀ ਹੋਇਆ। ਕਹਿੰਦਾ ਤੂੰ ਜਿਉਂਦੇ ਪਰਮੇਸ਼ਵਰ ਦਾ ਪੁੱਤਰ ਆ, ਔਰ ਖੁਦਾ ਕਹਿੰਦਾ ਮੇਰੇ ਪਿਤਾ ਨੇ ਗੱਲ ਤੇਰੇ ਉੱਪਰ ਪ੍ਰਗਟ ਕੀਤੀ ਆ। ਔਰ ਫਿਰ ਥੋੜੇ ਟਾਈਮ ਬਾਅਦ ਹੀ ਯਿਸੂ ਮਸੀਹ ਕਹਿੰਦੇ ਸ਼ੈਤਾਨ ਮੇਰੇ ਤੋਂ ਪਿੱਛੇ ਹਟ। ਗੱਲ ਗਹਿਰਾਈ ਦੀ ਆ। ਅਗਰ ਤੁਸੀਂ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਵਚਨ ਨੂੰ ਇਸ ਤਰ੍ਹਾਂ ਦਾ ਪੜ੍ਹੋ ਕਿ ਕੁਝ ਲੱਭੇ, ਕੁਝ ਮਿਲੇ। ਹਾਲੇਲੂਇਆ। ਕਿ ਜੋ ਗਲਤੀਆਂ ਉਹਨਾਂ ਨੇ ਕੀਤੀਆਂ ਆ, ਫਿਰ ਜੇ ਪੜ੍ਹਨ ਤੋਂ ਬਾਅਦ ਤੁਸੀਂ ਵੀ ਉਹੀ ਗਲਤੀਆਂ ਕਰੋ ਤੇ ਤੁਹਾਨੂੰ ਪੜ੍ਹਨ ਦਾ ਬੈਨੀਫਿਟ ਕੋਈ ਨਹੀਂ ਆ। ਉਹ ਆਸ਼ੀਸ਼ ਤੋਂ ਰਹਿ ਗਏ, ਤੁਸੀਂ ਵੀ ਆਸ਼ੀਸ਼ ਤੋਂ ਰਹਿ ਜਾਣਾ ਆ। ਉਹੀ ਯਹੋਨਾ ਜਿਹੜਾ ਆਪਣੇ ਮੂੰਹ ਤੋਂ ਬੋਲਦਾ ਪਿਆ ਕਿ ਉਹ ਦੇਖੋ ਜਗਤ ਦਾ ਲੇਲਾ, ਪਰਮੇਸ਼ਵਰ ਦਾ ਲੇਲਾ ਜਗਤ ਦੇ ਪਾਪ ਚੁੱਕੀ ਆਉਂਦਾ। ਕਹਿੰਦਾ ਪ੍ਰਭੂ ਮੈਂ ਤੇਰਾ ਤਸਮਾ ਖੋਲਣ ਦੇ ਵੀ ਯੋਗ ਨਹੀਂ ਆ। ਤੁਸੀਂ ਦੇਖੋ ਤੇ ਸਾਬਿਤ ਕਰਦਾ ਆ ਕਿ ਯਿਸੂ ਮਸੀਹ ਨੂੰ ਉਹਨੇ ਪਛਾਣ ਲਿਆ। ਪਰ ਜੇਲ੍ਹ ਦੇ ਵਿੱਚ ਜਾਂਦਾ ਆ ਤਾਂ ਫਿਰ ਆਪਣੇ ਚੇਲਿਆਂ ਦੇ ਰਾਹੀਂ ਸੁਨੇਹਾ ਭੇਜਦਾ ਆ। ਕਹਿੰਦਾ ਤੂੰ ਉਹੀ ਆ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ। ਤੁਸੀਂ ਸਮਝੋ ਕਿ ਪਵਿੱਤਰ ਆਤਮਾ ਦਾ ਤੁਹਾਡੇ ਉੱਪਰ ਰਹਿਣਾ ਕਿੰਨਾ ਜ਼ਰੂਰੀ ਆ। ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਰਹਿਣਾ ਕਿੰਨਾ ਜ਼ਰੂਰੀ ਆ।
ਇਹ ਨਹੀਂ ਹੈ ਕਿ ਤੁਸੀਂ ਅੱਜ ਚੱਲ ਰਹੇ ਆ ਔਰ ਪਰਸੋਂ ਵੀ ਤੁਸੀਂ ਪਵਿੱਤਰ ਆਤਮਾ ਦੀ ਅਗਵਾਈ ਦੇ ਵਿੱਚ ਆ। ਜਿਸ ਦਿਨ ਤੁਸੀਂ ਪਾਪ ਕੀਤਾ ਉਦਣ ਹੀ ਅਗਵਾਈ ਬੰਦ ਹੋ ਜਾਣੀ, ਉਦਣ ਯਹੋਨਾ ਦੀ ਤਰ੍ਹਾਂ ਤੁਸੀਂ ਵੀ ਫਿਰ ਐਦਾਂ ਹੀ ਗੁੰਮਰਾਹ ਹੋ ਜਾਓਗੇ। ਤੁਸੀਂ ਇਸੇ ਰੀਤੀ ਦੇ ਨਾਲ ਪਤਰਸ ਦੀ ਤਰ੍ਹਾਂ, ਜਿੱਦਾਂ ਪਤਰਸ ਗੁੰਮਰਾਹ ਹੋਇਆ, ਏਦਾਂ ਤੁਸੀਂ ਵੀ ਗੁੰਮਰਾਹ ਹੋ ਜਾਓਗੇ। ਤੁਹਾਡੇ ਉੱਪਰ ਪਵਿੱਤਰ ਆਤਮਾ ਜ਼ੁੰਬਿਸ਼ ਕਰਦਾ ਰਹੇ, ਤੁਹਾਡੇ ਉੱਪਰ ਪਵਿੱਤਰ ਆਤਮਾ ਅਗਵਾਈ ਕਰਦਾ ਰਹੇ। ਇਸ ਗੱਲ ਨੂੰ ਆਪਣੇ ਉੱਪਰ ਪੱਕਿਆਂ ਕਰਨ ਦੇ ਲਈ ਤੁਹਾਨੂੰ ਵਫਾਦਾਰੀ ਵਾਲਾ ਜੀਵਨ ਜੀਣਾ ਪੈਣਾ ਖੁਦਾਵੰਦ ਦੇ ਨਾਲ, ਔਰ ਵਚਨ ਨੂੰ ਅੱਛੀ ਰੀਤੀ ਦੇ ਨਾਲ ਸਮਝਣਾ ਪੈਣਾ ਹੈ। ਯਹੋਨਾ ਦਾ ਟਾਰਗੇਟ ਕੀ ਸੀਗਾ? ਤੌਬਾ ਦਾ ਬਪਤਿਸਮਾ ਦੇਣਾ। ਔਰ ਯਿਸੂ ਮਸੀਹ ਦਾ ਟਾਰਗੇਟ ਜਾਂ ਮਿਸ਼ਨ ਅੱਗੇ ਕੀ ਸੀਗਾ? ਅੱਗ ਦੇ ਨਾਲ ਬਪਤਿਸਮਾ ਦੇਣਾ ਔਰ ਖੁਸ਼ਖਬਰੀ ਦਾ ਪ੍ਰਚਾਰ ਸੁਣਾਉਣਾ, ਉਹਨਾਂ ਤੱਕ, ਆਪਣੇ ਲੋਕਾਂ ਤੱਕ ਲੈ ਕੇ ਜਾਣਾ। ਪਰ ਉਹਦੇ ਆਪਣਿਆਂ ਨੇ ਹੀ ਉਹਦਾ ਆਦਰ ਨਹੀਂ ਕੀਤਾ। ਯਹੋਨਾ ਉਹਦਾ ਆਪਣਾ ਨਹੀਂ ਸੀ, ਪਛਾਣਿਆ ਨਹੀਂ ਸਹੀ ਰੀਤੀ ਦੇ ਨਾਲ। ਹਾਲੇਲੂਇਆ। ਔਰ ਅੱਗੇ ਫਿਲਿਪੁਸ ਦਾ ਮਿਸ਼ਨ, ਫਿਲਿਪੁਸ ਦੇ ਉੱਪਰ ਪਵਿੱਤਰ ਆਤਮਾ ਉਤਰਿਆ ਔਰ ਕਹਿੰਦੇ ਉਹ ਰੱਥ ਜਿਹੜਾ ਜਾ ਰਿਹਾ ਉਹਦੇ ਮਗਰ ਚਲਾ ਜਾ, ਔਰ ਮਗਰ ਗਿਆ। ਔਰ ਜਦੋਂ ਉਹਨੂੰ ਬਾਈਬਲ ਪੜ੍ਹਦੇ ਦੇਖ ਰਿਹਾ ਅਬਸ਼ੀਕ ਖੋਜੇ ਨੂੰ, ਕਹਿੰਦਾ ਤੁਸੀਂ ਕੀ ਪੜ੍ਹਦੇ ਆ? ਕਹਿੰਦਾ ਯਸ਼ਾਇਆ ਦਾ ਪੁਸਤਕ ਪੜ੍ਹ ਰਹੇ ਆ। ਕਹਿੰਦਾ ਸਮਝ ਵੀ ਆ ਰਿਹਾ। ਕਹਿੰਦਾ ਜੇ ਕੋਈ ਸਮਝਾਉਣ ਵਾਲਾ ਨਾ ਹੋਵੇ ਤਾਂ ਕਿੱਦਾਂ ਬੰਦਾ ਸਮਝ ਸਕਦਾ? ਫਿਰ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ ਫਿਲਿਪੁਸ ਨੇ ਯਸ਼ਾਇਆ ਤੋਂ ਲੈ ਕੇ ਯਿਸੂ ਮਸੀਹ ਦੇ ਕੋੜੇ ਖਾਨ ਤੱਕ, ਮਾਰੇ ਜਾਣ ਤੱਕ, ਮੁਰਦਿਆਂ ਚੋਂ ਜੀ ਉੱਠਣ ਤੱਕ ਔਰ ਸਵਰਗ ਤੱਕ ਪਹੁੰਚਣ ਤੱਕ ਦਾ ਸਾਰਾ ਸਫ਼ਰ ਦੱਸਿਆ। ਔਰ ਫਿਰ ਹਬਸ਼ੀ ਖੋਜੇ ਨੇ ਸਮਝਿਆ, ਮੰਨਿਆ, ਤੇ ਅੱਗੇ ਫਿਰ ਪਾਣੀ ਦਾ ਚੁਬੱਚਾ ਆ ਗਿਆ ਔਰ ਉਥੇ ਰੱਥ ਰੋਕਦਾ ਆ। ਕਹਿੰਦਾ ਹੁਣ ਵਚਨ ਨੂੰ ਪੂਰਾ ਕਰਨ ਤੋਂ ਕੌਣ ਮੈਨੂੰ ਰੋਕ ਸਕਦਾ ਆ? ਕਹਿੰਦਾ ਦੇਖ ਪਾਣੀ ਵੀ ਆ, ਹੁਣ ਤੋਂ ਕਹਿੰਦਾ ਮੈਨੂੰ ਬਪਤਿਸਮਾ ਦੇ ਦੇ। ਬਾਈਬਲ ਕਹਿੰਦਾ ਫਿਲਿਪੁਸ ਨੇ ਉਹਨੂੰ ਪਾਣੀ ਦੇ ਡੁਬਕੀ ਦੇ ਨਾਲ ਬਪਤਿਸਮਾ ਦਿੱਤਾ ਔਰ ਆਤਮਾ ਫਿਰ ਫਿਲਿਪੁਸ ਨੂੰ ਕਿਤੇ ਹੋਰ ਲੈ ਗਿਆ। ਹਾਲੇਲੂਇਆ। ਪਵਿੱਤਰ ਆਤਮਾ ਦੀ ਅਗਵਾਈ ਦਾ ਤੁਹਾਡੇ ਜੀਵਨ 'ਚ ਹੋਣਾ ਬਹੁਤ ਜ਼ਰੂਰੀ ਆ। ਹਬਸ਼ੀ ਖੋਜੇ ਦੀ ਤਰ੍ਹਾਂ ਬਣੋ, ਜਿਹੜਾ ਕਿ ਕਲਾਮ ਨੂੰ ਪੜ੍ਹਦਾ ਸੀਗਾ ਪਰ ਪੂਰਾ ਨਹੀਂ ਕਰ ਰਿਹਾ ਸੀਗਾ। ਪਰ ਜਦੋਂ ਸਮਝਾਉਣ ਵਾਲੇ ਨੇ ਸਮਝਾਇਆ ਪਵਿੱਤਰ ਆਤਮਾ ਦੀ ਅਗਵਾਈ ਦੇ ਨਾਲ, ਜਦੋਂ ਪੱਲੇ ਪੈ ਗਿਆ, ਝੱਟ ਉਹਨੇ ਵਚਨ ਨੂੰ ਪੂਰਾ ਕੀਤਾ, ਡਿਲੇ ਨਹੀਂ ਕੀਤਾ। ਤੁਸੀਂ ਦੇਰੀ ਕਰੋਗੇ ਵਚਨ ਨੂੰ ਪੂਰਾ ਕਰਨ ਦੇ ਲਈ, ਤੁਹਾਡੀਆਂ ਬਰਕਤਾਂ ਦੇਰੀ ਦੇ ਨਾਲ ਤੁਹਾਨੂੰ ਮਿਲਣਗੀਆਂ, ਤੁਹਾਡੀਆਂ ਆਸ਼ੀਸ਼ਾਂ ਦੇਰੀ ਦੇ ਨਾਲ ਤੁਹਾਨੂੰ ਮਿਲਣਗੀਆਂ। ਅਗਰ ਤੁਸੀਂ ਲੇਟ ਆ ਵਚਨ ਨੂੰ ਪੂਰਾ ਕਰਨ ਦੇ ਲਈ, ਵਚਨ ਦੇ ਅਨੁਸਾਰ ਚੱਲਣ ਦੇ ਲਈ, ਤੇ ਤੁਹਾਡੀਆਂ ਬਰਕਤਾਂ ਵੀ ਤੁਹਾਨੂੰ ਮਿਲਣ ਦੇ ਲਈ ਇੰਤਜ਼ਾਰ ਕਰਵਾਉਂਦੀਆਂ ਹੈ ਤੁਹਾਨੂੰ। ਤੁਸੀਂ ਝੱਟ ਪੂਰਾ ਕਰ ਦਿਓ, ਬਰਕਤ ਝੱਟ ਤੁਹਾਡੇ ਪੱਲੇ ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਮੈਂ ਉਮੀਦ ਕਰਦਾ ਹਾਂ ਤੁਹਾਡੀ ਸਮਝ ਦੇ ਵਿੱਚ ਇਹ ਗੱਲਾਂ ਆ ਰਹੀਆਂ ਕਿ ਤੁਸੀਂ ਇੱਕ ਮਿਸ਼ਨ ਦਾ ਹਿੱਸਾ ਆ। ਜਿੱਦਾਂ ਯਿਸੂ ਮਸੀਹ ਧਰਤੀ ਦੇ ਉੱਪਰ ਆਏ, ਇੱਕ ਮਿਸ਼ਨ ਦਾ ਹਿੱਸਾ ਬਣ ਕੇ, ਇੱਕ ਟਾਰਗੇਟ ਲੈ ਕੇ, ਯਹੋਨਾ ਬਪਤਿਸਮਾ ਦੇਣ ਵਾਲਾ ਇੱਕ ਟਾਰਗੇਟ ਦੇ ਨਾਲ ਧਰਤੀ ਦੇ ਉੱਪਰ ਭੇਜਿਆ ਗਿਆ। ਹਾਲੇਲੂਇਆ। ਫਿਲਿਪਸ ਦੇ ਜੀਵਨ ਦੇ ਉੱਪਰ ਇੱਕ ਟਾਰਗੇਟ ਜਿਹਨੂੰ ਉਹਨੇ ਪੂਰਾ ਕੀਤਾ, ਹਬਸ਼ੀ ਖੋਜੇ ਤੱਕ ਵਚਨ ਨੂੰ ਪਹੁੰਚਾਇਆ, ਵਚਨ ਨੂੰ ਖੋਲਿਆ ਔਰ ਉਹਦੇ ਜੀਵਨ ਦੇ ਵਿੱਚ ਬਪਤਿਸਮਾ ਲੈ ਕੇ ਪਹੁੰਚਿਆ ਔਰ ਉਹਦੇ ਜੀਵਨ 'ਚ ਵਚਨ ਨੂੰ ਪੂਰਾ ਕਰਵਾਇਆ। ਇਹ ਟਾਰਗੇਟ, ਇਹ ਵਚਨ ਨੂੰ ਲੈ ਕੇ ਪਹੁੰਚਿਆ, ਇਹ ਮਿਸ਼ਨ ਨੂੰ ਪੂਰਾ ਕੀਤਾ ਜੋ ਪਵਿੱਤਰ ਆਤਮਾ ਨੇ ਉਹਦੇ ਉੱਪਰ ਟਾਰਗੇਟ ਨੂੰ ਦਿੱਤਾ, ਮਿਸ਼ਨ ਨੂੰ ਦਿੱਤਾ ਔਰ ਫਿਲਿਪਸ ਨੇ ਪੂਰਾ ਕੀਤਾ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਸੀਂ ਸਮਝ ਪਾ ਰਹੇ ਅੱਜ ਦੇ ਵਚਨ ਨੂੰ। ਮੈਂ ਤੁਹਾਨੂੰ ਸਾਬਿਤ ਕਰਾਂਗਾ, ਦੱਸਾਂਗਾ ਵਚਨ ਦੇ ਵਿੱਚੋਂ ਕਿ ਤੁਸੀਂ ਵੀ ਇੱਕ ਮਿਸ਼ਨ ਦਾ ਹਿੱਸਾ ਹੈ। ਤੁਹਾਨੂੰ ਵੀ ਟਾਰਗੇਟ ਮਿਲਿਆ ਹੋਇਆ ਆ ਔਰ ਸਾਨੂੰ ਵੀ ਉਸ ਟਾਰਗੇਟ ਨੂੰ ਪੂਰਾ ਕਰਨਾ ਪੈਣਾ, ਉਸ ਮਿਸ਼ਨ ਨੂੰ ਪੂਰਾ ਕਰਨਾ ਪੈਣਾ ਹੈ। ਉਹ ਮੁਕਟ ਸਾਨੂੰ ਕਿੱਦਾਂ ਮਿਲੇਗਾ? ਉਹ ਇਨਾਮ ਸਾਨੂੰ ਕਿੱਦਾਂ ਮਿਲੇਗਾ? ਜਦੋਂ ਅਸੀਂ ਮਿਸ਼ਨ ਨੂੰ ਪੂਰਾ ਕਰਾਂਗੇ। ਜੋ ਟਾਰਗੇਟ ਤੁਹਾਨੂੰ ਮਿਲਿਆ ਆ ਉਹਨੂੰ ਪੂਰਾ ਕਰੋਗੇ, ਫਿਰ ਤੁਹਾਨੂੰ ਇਨਾਮ ਦੇ ਤੌਰ ਤੇ ਮੁਕਟ ਮਿਲੇਗਾ, ਸਦਾ ਦਾ ਜੀਵਨ ਮਿਲੇਗਾ, ਜੀਵਨ ਦੀ ਪੁਸਤਕ ਦੇ ਵਿੱਚ ਨਾਮ ਲਿਖਿਆ ਜਾਏਗਾ। ਇਹ ਆ ਤੁਹਾਡੀ ਇਮਾਨਦਾਰੀ ਦਾ ਇਨਾਮ, ਇਹ ਆ ਤੁਹਾਡੀ ਵਫਾਦਾਰੀ ਦਾ ਇਨਾਮ ਕਿ ਜੀਵਨ ਦੀ ਪੁਸਤਕ 'ਚ ਤੁਹਾਡਾ ਨਾਮ ਸਦਾ ਦੇ ਲਈ ਲਿਖਿਆ ਜਾਵੇ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਉਮੀਦ ਕਰਦਾ ਹਾਂ ਤੁਹਾਡੀ ਸਮਝ ਦੇ ਵਿੱਚ ਆ ਰਿਹਾ ਅੱਜ ਦਾ ਵਚਨ ਕਿ ਤੁਸੀਂ ਇੱਕ ਟਾਰਗੇਟ ਦਾ ਹਿੱਸਾ ਹੈ, ਤੁਸੀਂ ਇੱਕ ਮਿਸ਼ਨ ਦਾ ਹਿੱਸਾ ਹੈ। ਹਾਲੇਲੂਇਆ। ਖੁਦਾਵੰਦ ਨੇ ਕੋਈ ਜ਼ਿੰਮੇਵਾਰੀਆਂ ਤੁਹਾਡੇ ਉੱਪਰ ਪਾਈਆਂ ਹੋਈਆਂ ਆ। ਹਾਲੇਲੂਇਆ। ਔਰ ਤੁਸੀਂ ਉਸ ਜ਼ਿੰਮੇਵਾਰੀ ਨੂੰ ਸਮਝਣਾ ਆ ਕਿ ਉਹਨੂੰ ਅਸੀਂ ਪੂਰਾ ਕਿੱਦਾਂ ਕਰੀਏ। ਇੱਕ ਸਾਡੀ ਰੁਕਾਵਟ ਆ ਜਿਹਦਾ ਨਾਮ ਸ਼ੈਤਾਨ ਆ, ਜਿਹਦਾ ਨਾਮ ਇਬਲੀਸ ਆ। ਹਾਲੇਲੂਇਆ। ਜਿਹਦਾ ਨਾਮ ਇਜ਼ਬਲ ਆ। ਉਹ ਰੁਕਾਵਟ ਆ ਸਾਡੀ ਜ਼ਿੰਦਗੀਆਂ ਦੇ ਵਿੱਚ ਉਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ, ਉਸ ਟਾਰਗੇਟ ਨੂੰ ਪੂਰਾ ਕਰਨ ਦੇ ਲਈ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਰੁਕਾਵਟ ਬਣਦੀਆਂ ਆ।
ਕਿ ਅਸੀਂ ਉਸ ਵਚਨ ਨੂੰ ਪੂਰਾ ਨਾ ਕਰ ਪਾਈਏ, ਅਸੀਂ ਉਸ ਟਾਰਗੇਟ ਨੂੰ ਪੂਰਾ ਨਾ ਕਰ ਪਾਈਏ, ਅਸੀਂ ਉਸ ਇਨਾਮ ਨੂੰ ਅਚੀਵ ਨਾ ਕਰ ਲਈਏ। ਔਰ ਸ਼ੈਤਾਨ ਰੁਕਾਵਟ ਬਣ ਕੇ ਤੁਹਾਡੇ ਕਦਮਾਂ ਦੇ ਵਿੱਚ, ਤੁਹਾਡੇ ਅੱਗੇ, ਤੁਹਾਡੇ ਸਾਹਮਣੇ, ਤੁਹਾਡੇ ਪਿੱਛੇ, ਤੁਹਾਡੇ ਕਾਰੋਬਾਰ ਦੇ ਵਿੱਚ ਕਦੋਂ ਪਹੁੰਚਦਾ ਆ? ਜਦੋਂ ਅਸੀਂ ਵਚਨ ਦੀ ਅਹਿਮੀਅਤ ਨੂੰ ਨਹੀਂ ਸਮਝਦੇ, ਜਦੋਂ ਅਸੀਂ ਇੱਧਰੋਂ ਸੁਣ ਲਿਆ, ਇੱਧਰੋਂ ਕੱਢ ਦਿੱਤਾ, ਜਦੋਂ ਅਸੀਂ ਵਚਨ ਸੁਣਨ ਦੇ ਵਿੱਚ ਔਰ ਵਚਨ ਨੂੰ ਪੂਰਾ ਕਰਨ ਦੇ ਵਿੱਚ ਸੀਰੀਅਸ ਨਹੀਂ ਆ, ਜਦੋਂ ਅਸੀਂ ਪ੍ਰਾਰਥਨਾ ਕਰਨ ਦੇ ਵਿੱਚ ਸੀਰੀਅਸ ਨਹੀਂ ਆ। ਅਗਰ ਤੁਹਾਡੇ ਮਾਂ-ਬਾਪ ਧੱਕੇ ਦੇ ਨਾਲ ਤੁਹਾਨੂੰ ਕਹਿੰਦੇ ਆ ਪ੍ਰਾਰਥਨਾ ਕਰਨ ਦੇ ਲਈ, ਇਹਦਾ ਮਤਲਬ ਤੁਸੀਂ ਸੀਰੀਅਸ ਨਹੀਂ ਆ, ਤੁਹਾਨੂੰ ਪਤਾ ਨਹੀਂ ਪ੍ਰਾਰਥਨਾ ਕਰਕੇ ਕੀ ਮਿਲ ਜਾਣਾ। ਅਗਰ ਧੱਕੇ ਦੇ ਨਾਲ ਤੁਹਾਡੇ ਮਾਂ-ਬਾਪ ਪੁੱਛਦੇ ਆ ਕਿ ਤੁਸੀਂ ਬਾਈਬਲ ਪੜ੍ਹਦੇ ਆ ਜਾਂ ਨਹੀਂ ਪੜ੍ਹਦੇ ਆ, ਔਰ ਧੱਕੇ ਨਾਲ ਤੁਹਾਨੂੰ ਕਹਿੰਦੇ, ਡਾਂਟ ਕੇ ਤੁਹਾਨੂੰ ਕਹਿੰਦੇ ਬਾਈਬਲ ਪੜ੍ਹੋ, ਤੇ ਇਹਦਾ ਮਤਲਬ ਤੁਹਾਨੂੰ ਪਤਾ ਨਹੀਂ ਆ ਕਿ ਬਾਈਬਲ ਪੜ੍ਹਨ ਦਾ ਮਹੱਤਵ ਕੀ, ਔਰ ਬਾਈਬਲ ਪੜ੍ਹਨ ਦੇ ਦੌਰਾਨ ਕੀ ਬਰਕਤ ਮਿਲਣੀ। ਹਾਲੇਲੂਇਆ। ਤੁਹਾਨੂੰ ਸਮਝਣਾ ਪੈਣਾ ਕਿ ਅਗਰ ਖੁਦਾਵੰਦ ਨੇ ਤੁਹਾਨੂੰ ਚੁਣਿਆ ਆ, ਟਾਈਮ ਪਾਸ ਕਰਨ ਦੇ ਲਈ ਨਹੀਂ ਚੁਣਿਆ, ਤੁਹਾਨੂੰ ਇਸ ਲਈ ਨਹੀਂ ਚੁਣਿਆ ਕਿ ਤੁਸੀਂ ਚਰਚ ਵੀ ਆਈ ਚਲੋ, ਪਾਪ ਵੀ ਕਰੀ ਚਲੋ ਔਰ ਨਰਕ ਦੇ ਵਿੱਚ ਚਲੇ ਜਾਓ। ਨਹੀਂ, ਤੁਹਾਨੂੰ ਖੁਦਾਵੰਦ ਨੇ ਚੁਣਿਆ ਇਸ ਲਈ ਆ। ਬਾਈਬਲ ਇਹ ਕਹਿੰਦਾ ਇੱਕ ਥਾਂ ਦੇ ਉੱਪਰ, ਕਹਿੰਦਾ ਮੈਂ ਤੁਹਾਨੂੰ, ਯਹੋਵਾ ਪਰਮੇਸ਼ਰ ਨੇ ਕਹਿੰਦੇ ਮੈਂ ਤੁਹਾਨੂੰ ਆਪਣਾ ਬਣਾਉਣ ਦੇ ਲਈ ਗੈਰਾਂ ਦੇ ਵਿੱਚੋਂ ਚੁਣ ਲਿਆ। ਬੋਲੋ ਆਮੀਨ, ਹਾਲੇਲੂਇਆ। ਉਹਨੇ ਤੁਹਾਨੂੰ ਆਪਣਾ ਬਣਾਉਣ ਦੇ ਲਈ ਚੁਣਿਆ ਆ। ਔਰ ਅੱਜ ਅਸੀਂ ਕੀ ਕਰਦੇ? ਜਿਹੜਾ ਬੰਦਾ ਪਾਪ ਕਰਦਾ ਉਹਦਾ ਪੁੱਤਰ ਤੇ ਹੀ ਨਹੀਂ ਬਣ ਸਕਦਾ। ਹਾਲੇਲੂਇਆ। ਤੁਸੀਂ ਸਮਝੋ, ਅਗਰ ਤੁਸੀਂ ਚਰਚ ਦੇ ਮੈਂਬਰ ਆ, ਤੁਸੀਂ ਸਮਝੋ ਅਗਰ ਤੁਸੀਂ ਕ੍ਰਿਸਚਨ ਆ, ਤੁਸੀਂ ਸਮਝੋ ਅਗਰ ਤੁਸੀਂ ਅੱਛੀ ਸੰਗਤੀ ਦੇ ਵਿੱਚ ਆ, ਔਰ ਤੁਹਾਡਾ ਪਹਿਰਾਵਾ ਵੀ ਇੱਕ ਬਹੁਤ ਜ਼ਰੂਰੀ ਆ ਕਿ ਤੁਹਾਡਾ ਪਹਿਰਾਵਾ ਅੱਛਾ ਹੋਣਾ ਚਾਹੀਦਾ ਆ। ਬੋਡੀ ਪਾਰਟਸ ਜਿਹੜੇ ਲੜਕੀਆਂ ਦੇ ਦਿਖਾਉਣ ਦੇ ਲਈ ਨਹੀਂ ਆ। ਤੁਹਾਡਾ ਪਹਿਰਾਵਾ ਇੱਕ ਸਾਦਗੀ ਦਾ ਪਹਿਰਾਵਾ ਹੋਣਾ ਚਾਹੀਦਾ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਚਰਚ ਜਾਣ ਵਾਲੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਪ੍ਰਾਰਥਨਾ ਕਰਨ ਵਾਲੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਆ ਕਿ ਤੁਸੀਂ ਇੱਕ ਚਰਚ ਦੇ ਮੈਂਬਰ ਆ, ਔਰ ਚਰਚ ਦੇ ਵਿੱਚ ਤੁਹਾਡਾ ਪਹਿਰਾਵਾ ਕੀ ਔਰ ਚਰਚ ਤੋਂ ਬਾਹਰ ਤੁਹਾਡਾ ਪਹਿਰਾਵਾ ਕੀ ਆ। ਮੈਂ ਉਹਨਾਂ ਲੜਕੀਆਂ ਦੇ ਨਾਲ ਗੱਲ ਕਰਦਾ ਆ ਜਿਹੜੀਆਂ ਲੜਕੀਆਂ ਆਪਣੇ ਅੰਗ ਜਿਹੜੇ ਪ੍ਰਦਰਸ਼ਨ ਕਰਦੀਆਂ ਆ। ਮਾਫ ਕਰਨਾ, ਪਰ ਇਹ ਦੱਸਣਾ ਜ਼ਰੂਰੀ ਆ। ਤੁਹਾਨੂੰ ਦੱਸਣਾ ਇਹ ਜ਼ਰੂਰੀ ਆ ਕਿ ਤੁਹਾਨੂੰ ਦੇਖ ਕੇ ਅਗਰ ਕੋਈ ਮਨੁੱਖ ਪਾਪ ਕਰਦਾ ਆ ਤੇ ਤੁਸੀਂ ਵੀ ਉਸ ਪਾਪ ਦੇ ਭਾਗੀਆਂ, ਕਿਉਂਕਿ ਉਹਨੇ ਤੁਹਾਨੂੰ ਦੇਖ ਕੇ ਉਹਦੀਆਂ ਇੰਦਰੀਆਂ ਜਾਂ ਉਹਦੀ ਕਾਮਨਾ ਜਿਹੜੀ ਆ ਜਾਗੀ ਆ। ਔਰ ਤੁਹਾਡੇ ਗਲਤ ਡਰੈਸ ਪਾਉਣ ਦੇ ਨਾਲ, ਗਲਤ ਕੱਪੜੇ ਪਾਉਣ ਦੇ ਨਾਲ, ਗੰਦੇ ਤਰੀਕੇ ਦੇ ਕੱਪੜੇ ਪਾਉਣ ਦੇ ਨਾਲ, ਅੰਗ ਦਿਖਾਉਣ ਦੇ ਨਾਲ ਉਸ ਬੰਦੇ ਨੇ ਜਾਂ ਉਸ ਮਨੁੱਖ ਨੇ ਪਾਪ ਕੀਤਾ, ਔਰ ਤੁਸੀਂ ਵੀ ਉਹਦੇ ਪਾਪ ਦੇ ਹੱਕਦਾਰ ਆ। ਯਾਦ ਰੱਖਣਾ ਇਸ ਗੱਲ ਨੂੰ। ਔਰ ਤੁਹਾਨੂੰ ਲੱਗੇ ਕਿ ਤੁਸੀਂ ਆਤਮਾ ਦੇ ਵਿੱਚ ਭਰ ਕੇ ਦੁਆ ਕਰਨ ਵਾਲੇ ਆ, ਪਰ ਤੁਹਾਨੂੰ ਪਵਿੱਤਰ ਆਤਮਾ ਇੰਨੀ ਸਮਝ ਦਿੰਦਾ ਆ ਕਿ ਤੁਸੀਂ ਕਿੱਦਾਂ ਦਾ ਤੁਹਾਡਾ ਪਹਿਰਾਵਾ ਹੋਣਾ ਚਾਹੀਦਾ, ਤੁਹਾਡਾ ਉੱਠਣਾ ਬੈਠਣਾ ਕਿੱਦਾਂ ਦਾ ਹੋਣਾ ਚਾਹੀਦਾ। ਹਾਲੇਲੂਇਆ। ਤੁਸੀਂ ਅੱਜ ਦਾ ਇਨਸਾਨ ਦੇਖੋ, ਅੱਜ ਦੀਆਂ ਲੜਕੀਆਂ ਦੇਖੋ। ਪਹਿਲਾਂ ਸਮਾਂ ਹੁੰਦਾ ਸੀਗਾ ਕਿ ਜਦੋਂ ਲੜਕੀਆਂ ਔਰ ਔਰਤਾਂ ਆਪਣੇ ਅੰਗ ਜਿਹੜੇ ਆ ਢੱਕ ਕੇ ਰੱਖਦੀਆਂ ਹੁੰਦੀਆਂ ਸੀਗੀਆਂ, ਚੁੰਨੀ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਦੇ ਨਾਲ। ਪਰ ਅੱਜ ਦੇਖੋ, ਅੱਜ ਦੀਆਂ ਲੜਕੀਆਂ ਚੁੰਨੀ ਦਾ ਪਤਾ ਹੀ ਨਹੀਂ ਉਹਨਾਂ ਨੂੰ ਕਿ ਚੁੰਨੀ ਦਾ ਮਕਸਦ ਕੀ ਔਰ ਮਤਲਬ ਕੀ ਆ। ਹਾਲੇਲੂਇਆ। ਔਰ ਜਿਨ੍ਹਾਂ ਨੂੰ ਇਹ ਮਤਲਬ ਨਹੀਂ ਪਤਾ, ਇਹ ਸਮਝਾਉਣਾ ਕਿੰਨੇ ਆ? ਉਹਦੇ ਮਾਂ-ਬਾਪ ਨੇ। ਮਾਂ-ਬਾਪ ਵੀ ਪਾਪ ਦੇ ਭਾਗੀ ਆ ਅਗਰ ਮਾਂ-ਬਾਪ ਆਪਣੇ ਬੱਚੀ ਨੂੰ ਸਮਝਾਉਂਦੇ ਨਹੀਂ, ਲੜਕੀ ਨੂੰ ਸਮਝਾਉਂਦੇ ਨਹੀਂ ਆ। ਔਰ ਲੜਕੀ ਵੀ ਪਾਪ ਦੀ ਭਾਗੀ ਆ ਅਗਰ ਉਹਨੂੰ ਬਾਈਬਲ ਦੇ ਅਨੁਸਾਰ ਪਤਾ ਕਿ ਉਹਦੀ ਸਾਦਗੀ ਕਿੱਦਾਂ ਹੈ, ਔਰ ਉਹ ਕਾਹਦੇ ਲਈ ਚੁਣੀ ਗਈ ਆ, ਕੀ ਕੰਮ ਕਰਨ ਦੇ ਲਈ ਚੁਣੀ ਗਈ ਆ। ਅੰਗ ਦਿਖਾਉਣ ਦੇ ਲਈ ਨਹੀਂ, ਅੰਗ ਪ੍ਰਦਰਸ਼ਨ ਕਰਨ ਦੇ ਲਈ ਨਹੀਂ, ਕਿਸੇ ਨੂੰ ਪਾਪ ਦੇ ਵਿੱਚ ਡਿਗਾਉਣ ਦੇ ਲਈ ਨਹੀਂ। ਹਾਲੇਲੂਇਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਮਿਸ਼ਨ ਦਾ ਹਿੱਸਾ ਆ। ਤੁਸੀਂ ਸ਼ੈਤਾਨ ਦੇ ਮਿਸ਼ਨ ਦਾ ਹਿੱਸਾ ਨਹੀਂ ਆ। ਤੁਸੀਂ ਕਿਸੇ ਨੂੰ ਪਾਪੀ ਠਹਿਰਾਉਣ ਦੇ ਮਿਸ਼ਨ ਦਾ ਹਿੱਸਾ ਨਹੀਂ ਆ। ਹਾਲੇਲੂਇਆ। ਅਗਰ ਕੋਈ ਰੂਹ ਬਚਾ ਨਹੀਂ ਸਕਦੇ ਤੇ ਕਿਸੇ ਰੂਹ ਨੂੰ ਵਿਗਾੜੋ ਵੀ ਨਾ। ਹਾਲੇਲੂਇਆ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਮਿਸ਼ਨ ਦਾ ਹਿੱਸਾ ਆ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਬਾਈਬਲ ਦੇ ਵਿੱਚੋਂ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਬਾਈਬਲ ਤੁਹਾਨੂੰ ਤੇ ਮੈਨੂੰ ਕੀ ਆਖਦਾ ਹੈ। ਤੁਹਾਨੂੰ ਜੋ ਟਾਰਗੇਟ ਮਿਲਿਆ ਆ, ਤੁਹਾਨੂੰ ਜੋ ਮਿਸ਼ਨ ਮਿਲਿਆ ਆ ਕਿ ਅਸੀਂ ਹੁਣ ਪਾਪ ਨਹੀਂ ਕਰਨਾ, ਅਸੀਂ ਹੁਣ ਵਚਨ ਦੇ ਅਨੁਸਾਰ ਬੋਲਣਾ, ਵਚਨ ਦੇ ਅਨੁਸਾਰ ਚੱਲਣਾ, ਵਚਨ ਦੇ ਅਨੁਸਾਰ ਅਸੀਂ ਆਪਣਾ ਪਹਿਰਾਵਾ ਰੱਖਣਾ ਆ। ਹਾਲੇਲੂਇਆ। ਇਹ ਨਾ ਹੋਵੇ ਕਿ ਇੱਕ ਭੈਣ ਜਾਂ ਭਰਾ ਤਾੜੀ ਮਾਰ ਕੇ ਰੂਹ ਨਾ ਭਰ ਕੇ ਦੁਆ ਕਰਦਾ ਹੋਵੇ ਚਰਚ ਦੇ ਵਿੱਚ,
ਔਰ ਬਾਹਰ ਜਦੋਂ ਵਿਆਹ ਸ਼ਾਦੀਆਂ ਦੇ ਉੱਤੇ ਉਹਦਾ ਤੁਸੀਂ ਪਹਿਰਾਵਾ ਦੇਖੋ ਤੇ ਤੁਸੀਂ ਕਹੋ ਕਿ ਇਹ ਆਤਮਕ ਹੈ, ਤੁਸੀਂ ਠੋਕਰ ਦਾ ਕਾਰਨ ਆ। ਯਾਦ ਰੱਖਣਾ, ਬਾਈਬਲ ਕਹਿੰਦਾ, ਯਿਸੂ ਮਸੀਹ ਨੇ ਆਖ ਦਿੱਤਾ, ਕਹਿੰਦੇ ਅਗਰ ਕਿਸੇ ਮਨੁੱਖ ਦੇ ਕਰਕੇ ਕਿਸੇ ਨੂੰ ਠੋਕਰ ਲੱਗਦੀ ਆ ਤੇ ਉਹ ਨਾ ਜੰਮਦਾ ਚੰਗੀ ਗੱਲ ਸੀਗੀ, ਉਹ ਨਾ ਜੰਮਦੀ ਚੰਗੀ ਗੱਲ ਸੀਗੀ। ਅਗਰ ਤੁਹਾਨੂੰ ਖੁਦਾ ਨੇ ਚੁਣ ਲਿਆ ਆ ਤੇ ਤੁਹਾਨੂੰ ਉੱਠਣਾ ਬੈਠਣਾ ਪਤਾ ਹੋਣਾ ਚਾਹੀਦਾ ਕਿ ਤੁਹਾਡਾ ਉੱਠਣਾ ਬੈਠਣਾ ਕਿੱਦਾਂ ਦਾ, ਤੁਹਾਡਾ ਸੋਚਣਾ ਕਿੱਦਾਂ ਦਾ, ਕਿਸੇ ਦੇ ਨਾਲ ਗੱਲਬਾਤ ਕਰਨਾ ਕਿੱਦਾਂ ਦਾ। ਹਾਲੇਲੂਇਆ। ਬਾਈਬਲ ਦੇ ਵਿੱਚ ਅਸੀਂ ਪੜ੍ਹਨਾ ਆ ਮਿਸ਼ਨ ਦੇ ਬਾਰੇ, ਟਾਰਗੇਟ ਦੇ ਬਾਰੇ, ਕਿ ਖੁਦਾਵੰਦ ਨੇ ਕਿੱਦਾਂ ਟਾਰਗੇਟ ਦਿੱਤੇ ਆ, ਕਿੱਦਾਂ ਮਿਸ਼ਨ ਸਾਡੇ ਸਾਹਮਣੇ ਰੱਖੇ ਆ। ਅਸੀਂ ਉਹਦੇ ਬਾਰੇ ਅੱਜ ਅਸੀਂ ਸਿੱਖਣਾ ਆ। ਸੁਣਨਾ ਬੜੇ ਧਿਆਨ ਦੇ ਨਾਲ। ਜਦੋਂ ਤੁਸੀਂ ਮੇਰੇ ਨਾਲ ਗਿਣਤੀ ਦਾ ਪੁਸਤਕ ਓਪਨ ਕਰੋ ਔਰ ਉਹਦਾ 20 ਨੰਬਰ ਅਧਿਆਇ, ਗਿਣਤੀ ਦਾ ਪੁਸਤਕ ਔਰ ਉਹਦਾ 20 ਨੰਬਰ ਅਧਿਆਇ ਔਰ ਉਹਦਾ 4 ਨੰਬਰ ਪੰਕਤੀ ਤੋਂ ਕੰਟੀਨਿਊ ਕਰਨਾ 12 ਨੰਬਰ ਪੰਕਤੀ ਤੱਕ। ਸੁਣਨਾ ਬੜੇ ਧਿਆਨ ਦੇ ਨਾਲ। ਮੂਸਾ ਨੂੰ ਜਦੋਂ ਖੁਦਾਵੰਦ ਨੇ ਚੁਣਿਆ ਔਰ ਖੁਦਾਵੰਦ ਨੇ ਉਹਦੇ ਉੱਪਰ ਇੱਕ ਜ਼ਿੰਮੇਵਾਰੀ ਪਾਈ, ਇੱਕ ਟਾਰਗੇਟ ਦਿੱਤਾ, ਇੱਕ ਮਿਸ਼ਨ ਦਾ ਉਹਨੂੰ ਹਿੱਸਾ ਬਣਾਇਆ ਕਿ ਤੂੰ ਮਿਸਰ ਦੇ ਵਿੱਚ ਜਿੰਨੇ ਲੋਕ ਗੁਲਾਮ ਆ ਮੇਰੇ, ਜੋ ਮੇਰੇ ਅੱਗੇ ਦੁਹਾਈਆਂ ਦੇ ਰਹੇ ਆ, ਮਤਲਬ ਹੀ ਨਹੀਂ ਬਣਨਾ। ਜਿੱਦਾਂ ਇਹਨਾਂ ਦੇ ਵਿੱਚ ਕੁਝ ਲੋਕ ਮਤਲਬੀ ਸੀਗੇ। ਕਿੱਦਾਂ? ਜਦੋਂ ਦੁਖੀ ਸੀਗੇ ਔਰ ਖੁਦਾ ਦੇ ਅੱਗੇ ਦੁਹਾਈਆਂ ਦਿੰਦੇ ਸੀਗੇ, ਔਰ ਜਦੋਂ ਖੁਦਾ ਨੇ ਆਪਣਾ ਸੱਜਾ ਹੱਥ ਪਸਾਰ ਕੇ ਉਹਨਾਂ ਨੂੰ ਕੱਢ ਲਿਆ ਉਸ ਦੁੱਖ ਤੋਂ, ਮੁੜ ਕੇ ਚੇਂਜ ਹੋ ਗਏ। ਮੁੜ ਕੇ ਖੁਦਾਵੰਦ ਅੱਗੇ ਕੋਈ ਦੁਹਾਈ ਨਹੀਂ, ਆਪਣੀ ਮਰਜ਼ੀ ਪਾਪ ਕਰਨਾ, ਨਸ਼ਾ ਕਰਨਾ ਸ਼ੁਰੂ ਕਰ ਦਿੱਤਾ, ਵਿਭਚਾਰ ਕਰਨਾ ਸ਼ੁਰੂ ਕਰ ਦਿੱਤਾ, ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇਹ ਫਿਰ ਮਤਲਬੀ ਲੋਕ ਨਹੀਂ ਬਣਨਾ ਸੀ ਇਹਨਾਂ ਲੋਕਾਂ ਦੀ ਤਰ੍ਹਾਂ, ਜਿਹੜੇ ਕੁਝ ਲੋਕ ਮਤਲਬੀ ਬਣ ਗਏ। ਔਰ ਮੋਜ਼ਿਸ ਦੇ ਕਮਿਸ਼ਨ ਦਾ ਹਿੱਸਾ ਬਣਿਆ। ਉਹਦੇ ਜੀਵਨ ਦੇ ਉੱਪਰ ਇੱਕ ਟਾਰਗੇਟ ਦਿੱਤਾ ਗਿਆ ਕਿ ਮੋਜ਼ਿਸ ਤੂੰ ਮੇਰੇ ਲੋਕਾਂ ਨੂੰ ਇੱਥੋਂ ਆਜ਼ਾਦ ਕਰਾਉਣਾ ਆ ਔਰ ਕਨਾਨ ਦੇਸ਼ ਤੱਕ ਲੈ ਕੇ ਜਾਣਾ ਆ। ਲਗਭਗ 40 ਕੁ ਦਿਨਾਂ ਦਾ ਸਫ਼ਰ ਸੀਗਾ। ਬਸ ਸਿਰਫ ਲੋਕਾਂ ਦੀ ਬੇਪਰਤੀਤੀ ਦੇ ਕਰਕੇ, ਲੋਕਾਂ ਦੀ ਅਣਆਗਿਆਕਾਰੀ ਦੇ ਕਰਕੇ, ਲੋਕਾਂ ਦੇ ਅਧੀਨ ਨਾ ਹੋਣ ਦੇ ਕਰਕੇ, ਲੋਕਾਂ ਦਾ ਵਫਾਦਾਰ ਨਾ ਹੋਣ ਦੇ ਕਰਕੇ ਉਹ 40 ਦਿਨ ਦਾ ਸਫ਼ਰ 40 ਸਾਲਾਂ ਦੇ ਵਿੱਚ ਬਦਲ ਗਿਆ। ਉਹਨਾਂ ਨੂੰ 40 ਸਾਲ ਲੱਗ ਗਏ ਮਿਸ਼ਨ ਨੂੰ ਕੰਪਲੀਟ ਕਰਨ ਦੇ ਲਈ। ਔਰ ਮੋਜ਼ਿਸ ਨੇ ਬਹੁਤ ਜ਼ੋਰ ਲਗਾਇਆ। ਇੱਕ ਥਾਂ ਦੇ ਉੱਪਰ ਖੁਦਾ ਨੇ ਕਿਹਾ, ਮੋਜ਼ਿਸ ਸਾਈਡ ਤੇ ਹੋ ਜਾ, ਮੈਂ ਖਤਮ ਕਰਨ ਲੱਗਾ ਇਹਨਾਂ ਸਾਰਿਆਂ ਨੂੰ ਔਰ ਤੇਰੇ ਤੋਂ ਇੱਕ ਨਵੀਂ ਕੌਮ ਤਿਆਰ ਕਰਾਂਗਾ। ਫਿਰ ਮੋਜ਼ਿਸ ਨੇ ਸ਼ਮਾ ਮੰਗੀ ਲੋਕਾਂ ਦੇ ਲਈ ਔਰ ਲੋਕਾਂ ਦੇ ਕੋਲੋਂ ਸ਼ਮਾ ਮੰਗਵਾਈ। ਖੁਦਾ ਦੇ ਨਾਲ ਗੱਲ ਕਰਕੇ, ਖੁਦਾ ਦੇ ਅੱਗੇ ਤਰਲੇ ਪਾ ਕੇ। ਔਰ ਇਹੀ ਮੋਜ਼ਿਸ ਆ ਜਿਹੜਾ ਲੋਕਾਂ ਦੇ ਕਰਕੇ ਹੀ ਰਹਿ ਗਿਆ ਕਨਾਨ ਦੇਸ਼ ਤੱਕ ਪਹੁੰਚਣ ਦੇ ਲਈ, ਮਤਲਬ ਸਵਰਗ ਤੱਕ ਪਹੁੰਚਣ ਦੇ ਲਈ। ਉਸ ਸਮੇਂ ਦਾ ਸਵਰਗ ਜਿਹਨੂੰ ਕਨਾਨ ਦੇਸ਼ ਕਿਹਾ ਜਾਂਦਾ, ਜਿੱਥੇ ਦੁੱਧ ਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ। ਮਿਸ਼ਨ ਨੂੰ ਪੂਰਾ ਨਹੀਂ ਕਰ ਪਾਇਆ, ਸਿਰਫ ਲੋਕਾਂ ਦੀ ਬੁੜਬੁੜਾਹਟ ਦੇ ਕਾਰਨ ਲੋਕਾਂ ਦੇ ਵੱਲ ਧਿਆਨ ਦੇ ਦਿੱਤਾ। ਹਾਲੇਲੂਇਆ। ਕੀ ਹੁੰਦਾ ਜਦੋਂ ਲੋਕ ਉਜਾੜ ਦੇ ਵਿੱਚ ਆ ਔਰ ਪਾਣੀ ਦੀ ਥੁੜ ਦੇ ਕਾਰਨ ਬੁੜਬੁੜਾਉਣ ਲੱਗੇ, ਮੋਜ਼ਿਸ ਨੂੰ ਤਾਨੇ ਮਾਰਨ ਲੱਗੇ, ਉਹਨੂੰ ਇਰੀਟੇਟ ਕਰ ਦਿੱਤਾ ਔਰ ਉਹ ਇਰੀਟੇਟ ਹੋ ਗਿਆ। ਜਿਸ ਦਿਨ ਤੁਸੀਂ ਇਹ ਪਰਵਾਹ ਕਰਨੀ ਸ਼ੁਰੂ ਕਰਦੇ ਕਿ ਲੋਕ ਮੇਰੇ ਬਾਰੇ ਕੀ ਕਹਿੰਦੇ ਪਏ ਆ, ਬਸ ਤੁਸੀਂ ਖਤਮ। ਔਰ ਜਿਸ ਦਿਨ ਤੁਸੀਂ ਇਹ ਪਰਵਾਹ ਕਰਨੀ ਬੰਦ ਕਰ ਦਿੱਤੀ, ਮੈਂ ਕਿਹਾ ਉਸ ਦਿਨ ਤੁਹਾਡੀਆਂ ਚੜਾਈਆਂ ਸ਼ੁਰੂ ਹੋ ਜਾਣੀਆਂ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਔਰ ਜਿਸ ਦਿਨ ਤੁਹਾਨੂੰ ਇਹ ਫੀਲ ਹੋਣ ਲੱਗ ਗਿਆ ਕਿ ਇਸ ਟੀਮ ਦੇ ਬੱਚੇ ਤੋਂ ਬਿਨਾ ਜਾਂ ਆਹ ਟੀਮ ਦਾ ਬੰਦਾ ਮੇਰੇ ਨਾਲ ਆ ਤਾਂ ਮੈਂ ਖੁਦਾ ਦਾ ਕੰਮ ਕਰ ਪਾ ਰਿਹਾ, ਤੁਸੀਂ ਉਸ ਦਿਨ ਖਤਮ। ਔਰ ਜਿਸ ਦਿਨ ਤੁਸੀਂ ਇਹ ਸੋਚ ਲਿਆ ਕਿ ਪ੍ਰਭੂ ਮੇਰੇ ਨਾਲ ਆ ਤੇ ਪ੍ਰਭੂ ਮੇਰੇ ਤੋਂ ਇਹ ਕੰਮ ਕਰਾ ਰਿਹਾ, ਪ੍ਰਭੂ ਮੇਰੇ ਕੋਲ ਇਹ ਮਿਸ਼ਨ ਸਕਸੈਸਫੁਲ ਕਰਾਏਗਾ, ਤੁਸੀਂ ਉਸੇ ਦਿਨ ਕਾਮਯਾਬ ਆ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਕਿਸੇ ਤੇ ਡਿਪੈਂਡ ਨਹੀਂ ਹੋਣਾ। ਖੁਦਾਵੰਦ ਨੂੰ ਇੱਕ ਬੰਦਾ ਚਾਹੀਦਾ ਵਫਾਦਾਰ ਉਹਦਾ ਕੰਮ ਕਰਨ ਦੇ ਲਈ। ਹਾਲੇਲੂਇਆ। ਉਹਨੂੰ ਇੰਜਣ ਮਜ਼ਬੂਤ ਚਾਹੀਦਾ, ਉਹਨੇ ਡੱਬੇ ਆਪਣੇ ਆਪ ਜੋੜੀ ਜਾਣੇ ਆ ਔਰ ਉਹ ਡੱਬੇ ਜੋੜਨੇ ਜਿਹੜੇ ਵਫਾਦਾਰ ਆ, ਜਿਹੜੇ ਉਸ ਮਿਸ਼ਨ ਨੂੰ ਪੂਰਾ ਕਰਨ ਦੇ ਲਈ ਉਹਦੇ ਹਿੱਸੇਦਾਰ ਆ, ਜਿਹੜੇ ਉਹਦੀ ਪਾਵਰ ਬਣਦੇ ਆ, ਜਿਹੜੇ ਉਹਦਾ ਜ਼ੋਰ ਬਣਦੇ ਆ, ਜਿਹੜਾ ਉਹਦਾ ਸਾਥ ਦਿੰਦੇ ਆ, ਉਹਨੂੰ ਮੋਟੀਵੇਟ ਕਰਦੇ ਆ, ਡੀਮੋਟੀਵੇਟ ਨਹੀਂ ਕਰਦੇ। ਹਾਲੇਲੂਇਆ। ਜਿਸ ਦਿਨ ਤੁਸੀਂ ਇਨਸਾਨ ਦੇ ਉੱਤੇ ਭਰੋਸਾ ਰੱਖਣਾ ਸ਼ੁਰੂ ਕਰ ਦਿੱਤਾ, ਤੁਸੀਂ ਖਤਮ। ਯਾਦ ਰੱਖਣਾ। ਔਰ ਜਿਸ ਦਿਨ ਤੁਸੀਂ ਖੁਦਾ ਦੇ ਉੱਪਰ ਭਰੋਸਾ ਰੱਖ ਲਿਆ, ਤੁਸੀਂ ਉਸੇ ਦਿਨ ਕਾਮਯਾਬ ਆ। ਜੋ ਮਿਸ਼ਨ ਤੁਹਾਡੇ
ਤੁਸੀਂ ਜਿਸ ਮਿਸ਼ਨ ਦਾ ਹਿੱਸਾ ਆ ਉਹ ਫਤਿਹਮੰਦ ਹੋਏਗਾ, ਔਰ ਜੋ ਟਾਰਗੇਟ ਤੁਹਾਨੂੰ ਦਿੱਤਾ ਗਿਆ ਤੁਸੀਂ ਸਕਸੈਸਫੁਲੀ ਉਹਨੂੰ ਅਚੀਵ ਕਰੋਗੇ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਕੀ ਹੁੰਦਾ ਆ ਕਿ ਜਦੋਂ ਲੋਕ ਬੁੜਬੁੜਾ ਰਹੇ ਆ ਤੇ ਮੋਜ਼ਿਸ ਨੂੰ ਪਾਣੀ ਦੇ ਲਈ ਆਖਦੇ ਆ, ਔਰ ਮੋਜ਼ਿਸ ਫਿਰ ਕੀ ਆਖਦਾ, ਕਹਿੰਦਾ ਤੁਸੀਂ ਯਹੋਵਾ ਦੀ ਸਭਾ ਨੂੰ ਕਾਹਨੂੰ ਇਸ ਉਜਾੜ ਦੇ ਵਿੱਚ ਲੈ ਆਏ ਆ। ਲੋਕ ਆਖਦੇ ਕਿ ਅਸੀਂ ਔਰ ਸਾਡੇ ਪਸ਼ੂ ਇੱਥੇ ਮਰੀਏ, ਤੁਸੀਂ ਕਾਹਨੂੰ ਸਾਨੂੰ ਮਿਸਰ ਤੋਂ ਉਤਾਹ ਲਿਆਏ। ਕਿਉਂ ਕਹਿੰਦੇ ਤੁਸੀਂ ਸਾਨੂੰ ਮਿਸਰ ਤੋਂ ਕੱਢ ਲਿਆਏ। ਦੇਖੋ ਉੱਥੇ ਦੁਹਾਈਆਂ ਦੇ ਰਹੇ ਸੀ, ਉੱਥੇ ਚੀਕਾਂ ਮਾਰਦੇ ਸੀ, ਉੱਥੇ ਰੋਂਦੇ ਸੀਗੇ ਕਿ ਅਸੀਂ ਅੱਕ ਗਏ, ਅਸੀਂ ਤੰਗ ਹੋ ਗਏ ਆ, ਸਾਨੂੰ ਕੋਈ ਛੁਡਾਉਣ ਵਾਲਾ ਹੋਵੇ, ਕੋਈ ਖੁਦਾ ਹੈ ਤਾਂ ਸਾਨੂੰ ਬਚਾਵੇ, ਕੋਈ ਸੱਚਾ ਪਰਮੇਸ਼ਵਰ ਹੈ ਤਾਂ ਸਾਨੂੰ ਛੁਡਾਵੇ। ਔਰ ਇਹ ਮਤਲਬੀ ਲੋਕ ਜਦੋਂ ਬਾਹਰ ਆ ਗਏ, ਜਦੋਂ ਛੁਡਾਏ ਗਏ, ਔਰ ਇੱਥੇ ਆ ਕੇ ਕੀ ਕਹਿੰਦੇ, ਕਹਿੰਦੇ ਤੁਸੀਂ ਸਾਨੂੰ ਕਿਉਂ ਮਿਸਰ ਤੋਂ ਆਜ਼ਾਦ ਕਰਾ ਲਿਆ, ਦੱਸੋ। ਔਰ ਅਸੀਂ ਲੋਕ ਵੀ ਏਦਾਂ ਦੇ ਹੀ ਆ, ਜਦੋਂ ਬਿਮਾਰ ਹੁੰਨੇ ਤੇ ਉਦੋਂ ਚੰਗੀਆਂ ਦੁਹਾਈਆਂ ਦਿੰਨੇ, ਚੰਗੇ ਹੰਝੂ ਬਹਾਨੇ ਆ, ਔਰ ਜਦੋਂ ਛੁਟਕਾਰਾ ਮਿਲ ਜਾਂਦਾ, ਜਦੋਂ ਚੰਗੇ ਹੋ ਜਾਂਦੇ ਆ, ਫਿਰ ਸਾਡੇ ਕੋਲ ਦੁਆ ਨਹੀਂ ਹੁੰਦੀ, ਫਿਰ ਸਾਡੇ ਕੋਲ ਬਾਈਬਲ ਨਹੀਂ ਪੜ੍ਹਨ ਦੀ। ਯਾਦ ਕਰੋ ਆਪਣਾ ਸਮਾਂ ਜਦੋਂ ਦੁਸ਼ਟ ਆਤਮਾ ਦੇ ਨਾਲ ਜਕੜੇ ਹੋਏ ਸੀਗੇ। ਯਾਦ ਕਰੋ ਉਸ ਸਮਾਂ ਜਦੋਂ ਦੁਸ਼ਟ ਆਤਮਾ ਨੇ ਤੰਗ ਕੀਤਾ ਹੋਇਆ ਸੀਗਾ। ਯਾਦ ਕਰੋ ਉਸ ਸਮਾਂ ਜਦੋਂ ਬਿਮਾਰੀ ਨੇ ਪਰੇਸ਼ਾਨ ਕੀਤਾ ਹੋਇਆ ਸੀਗਾ। ਯਾਦ ਕਰੋ ਉਸ ਸਮਾਂ ਜਦੋਂ ਕਰਜ਼ੇ ਦੇ ਵਿੱਚ ਸੀਗੇ, ਦੁੱਖਾਂ ਦੇ ਵਿੱਚ ਸੀਗੇ, ਪਰੇਸ਼ਾਨੀਆਂ ਦੇ ਵਿੱਚ ਸੀਗੇ। ਉਸ ਸਮੇਂ ਨੂੰ ਭੁੱਲੋ ਨਾ। ਅਗਰ ਤੁਸੀਂ ਉਸ ਸਮੇਂ ਨੂੰ ਭੁੱਲ ਗਏ ਤਾਂ ਸੱਚ ਆ ਕਿ ਤੁਸੀਂ ਦੁਆ ਕਰਨੀ ਬੰਦ ਕਰ ਸਕਦੇ ਆ, ਪ੍ਰਾਰਥਨਾ ਕਰਨੀ ਔਰ ਬਾਈਬਲ ਪੜ੍ਹਨੀ ਬੰਦ ਕਰ ਸਕਦੇ ਆ, ਘਟਾ ਸਕਦੇ ਆ। ਪਰ ਅਗਰ ਤੁਸੀਂ ਉਸ ਸਮੇਂ ਨੂੰ ਯਾਦ ਰੱਖੋਗੇ ਔਰ ਉਸ ਸਮੇਂ ਨੂੰ ਮੱਦੇ ਨਜ਼ਰ ਰੱਖਦੇ, ਤੁਸੀਂ ਆਪਣੀ ਪ੍ਰਾਰਥਨਾ ਦੇ ਵਿੱਚ ਵਾਧਾ ਕਰ ਸਕਦੇ ਆ। ਖੁਦਾਵੰਦ ਆਲਵੇਜ਼ ਥੈਂਕਸ ਕਰੋਗੇ। ਤੁਸੀਂ ਬਾਕੀ ਕੰਮ ਛੱਡ ਸਕਦੇ ਆ, ਪਰ ਪ੍ਰਾਰਥਨਾ ਕਰਨੀ ਨਹੀਂ ਛੱਡ ਸਕਦੇ। ਤੁਸੀਂ ਬਾਕੀ ਕੰਮ, ਬਾਕੀ ਰਿਸ਼ਤੇਦਾਰ, ਯਾਰ ਦੋਸਤ, ਮਿੱਤਰ ਛੱਡ ਸਕਦੇ ਆ ਕੁਝ ਸਮੇਂ ਦੇ ਲਈ, ਪਰ ਤੁਸੀਂ ਬਾਈਬਲ ਨੂੰ ਨਹੀਂ ਛੱਡ ਸਕਦੇ। ਤੁਹਾਨੂੰ ਪਤਾ ਆ ਕਿ ਇਹਨੂੰ ਪੜ੍ਹਨ ਦੇ ਨਾਲ ਮੈਨੂੰ ਛੁਟਕਾਰਾ ਮਿਲਿਆ, ਪ੍ਰਾਰਥਨਾ ਕਰਨ ਦੇ ਨਾਲ ਮੈਨੂੰ ਛੁਟਕਾਰਾ ਮਿਲਿਆ। ਹਾਲੇਲੂਇਆ। ਜੇ ਦੁਸ਼ਟ ਆਤਮਾ ਦੁਆਰਾ ਆ ਜਾਂਦਾ, ਆਪਣੇ ਤੋਂ ਭੈੜੇ ਦੁਸ਼ਟ ਆਤਮੇ ਲੈ ਕੇ ਸੱਤ ਵੜ ਜਾਂਦਾ ਬੰਦੇ ਦੇ ਅੰਦਰ, ਪਹਿਲੇ ਨਾਲੋਂ 7 ਗੁਣਾ ਉਹਦਾ ਬੁਰਾ ਹਾਲ ਕਰਦਾ। ਇਦਾਂ ਹੀ ਭੈੜੇ ਸਮੇਂ ਵੀ ਦੁਬਾਰਾ ਆ ਜਾਂਦੇ ਆ, ਇਦਾਂ ਹੀ ਕਰਜ਼ੇ ਵਾਲੇ ਸਮੇਂ ਦੁਬਾਰਾ ਆ ਜਾਂਦੇ ਆ, ਇਦਾਂ ਹੀ ਬਿਮਾਰੀ ਵਾਲੇ ਸਮੇਂ ਦੁਬਾਰਾ ਆ ਜਾਂਦੇ ਆ, ਔਰ ਪਹਿਲੇ ਨਾਲੋਂ ਜ਼ਿਆਦਾ ਬੁਰਾ ਹਾਲ ਹੁੰਦਾ ਆ। ਅਗਰ ਤੁਸੀਂ ਸਮਝੋ ਇਸ ਗੱਲ ਨੂੰ। ਹਾਲੇਲੂਇਆ। ਮਸੀਹ ਦੇ ਵਿੱਚ ਚੱਲਣਾ ਕੋਈ ਖੇਲ ਨਹੀਂ ਪਿਆ। ਕ੍ਰਿਸਚਨ ਬਣਨਾ, ਰੀਅਲ ਕ੍ਰਿਸਚਨ ਬਣਨਾ ਕੋਈ ਖੇਲ ਨਹੀਂ ਪਿਆ। ਮੈਂ ਇਹ ਨਹੀਂ ਕਹਿੰਦਾ ਕਿ ਖੁਦਾ ਆਪਣੇ ਲੋਕਾਂ ਨੂੰ ਬੰਦਿਸ਼ ਦੇ ਵਿੱਚ ਰੱਖਦਾ, ਨਹੀਂ। ਉਹ ਤੁਹਾਨੂੰ ਸਿਰਫ ਇੱਕ ਰੂਲ ਰੈਗੂਲੇਸ਼ਨ ਦੇ ਵਿੱਚ ਚੱਲਣਾ ਸਿਖਾਉਂਦਾ ਆ। ਸਵਰਗ ਦੇ ਵਿੱਚ ਕਿੱਦਾਂ ਉੱਥੇ ਚੱਲਣਾ, ਕਿੱਦਾਂ ਬੈਠਣਾ, ਕਿੱਦਾਂ ਉੱਠਣਾ। ਲਾਲਚ ਕਰਨ ਵਾਲਾ ਬੰਦਾ ਸਵਰਗ ਜਾ ਹੀ ਨਹੀਂ ਸਕਦਾ। ਗਾਲ ਕੱਢਣ ਵਾਲਾ ਬੰਦਾ ਸਵਰਗ 'ਚ ਜਾ ਨਹੀਂ ਸਕਦਾ। ਮਨ 'ਚ ਕਪਟ ਰੱਖਣ ਵਾਲਾ ਕਿਸੇ ਦੇ ਪ੍ਰਤੀ ਬੰਦਾ ਜਾ ਨਹੀਂ ਸਕਦਾ। ਬੇਸ਼ੱਕ ਤੁਹਾਡੇ ਨਾਲ ਉਹ ਖੜਾ ਹੋਵੇ ਕ੍ਰਿਸਚਨ ਬੰਦਾ, ਔਰ ਤੁਸੀਂ ਮੂੰਹ ਤੇ ਉਹਨੂੰ ਪਿਆਰ ਭਰੀ ਜੈਮਸੀ ਦੀ ਕਰੋ, ਸਲਾਮ ਕਰੋ, ਉਹਨੂੰ ਆਸ਼ੀਸ਼ ਦਿਓ, ਪਰ ਦਿਲ ਦੇ ਵਿੱਚ ਉਹਦੇ ਪ੍ਰਤੀ ਤੁਹਾਡੇ ਦਿਲ 'ਚ ਕਪਟ ਹੋਵੇ, ਤੁਸੀਂ ਸਵਰਗ ਨਹੀਂ ਜਾ ਸਕਦੇ। ਖੁਦਾ ਤੁਹਾਨੂੰ ਦੱਸ ਰਿਹਾ ਆ ਇਸ ਸਮੇਂ ਕਿ ਸਵਰਗ ਦੇ ਵਿੱਚ ਕਿਹੜਾ ਬੰਦਾ ਜਾ ਸਕਦਾ, ਜਿਹੜਾ ਸਹੁੰ ਖਾ ਕੇ ਮੁੱਕਰਦਾ ਨਹੀਂ ਆ, ਜਿਹਨੇ ਵਾਅਦਾ ਕਰ ਲਿਆ ਉਹਨੂੰ ਤੋੜਦਾ ਨਹੀਂ, ਔਰ ਵਾਅਦੇ ਅਨੁਸਾਰ ਚੱਲਦਾ ਆ। ਹਾਲੇਲੂਇਆ। ਵਚਨਾਂ ਨੂੰ ਪੂਰਾ ਕਰਨਾ ਤੁਹਾਨੂੰ ਮਿਸ਼ਨ ਆ। ਤੁਸੀਂ ਉਸ ਮਿਸ਼ਨ ਦਾ ਹਿੱਸਾ ਆ ਕਿ ਬਾਈਬਲ ਨੂੰ ਪੜ੍ਹੋ, ਵਚਨ ਨੂੰ ਸੁਣੋ, ਸਮਝੋ ਤੇ ਉਹਨੂੰ ਪੂਰਾ ਕਰੋ। ਇਹ ਟਾਰਗੇਟ ਆ। ਸ਼ੈਤਾਨ ਨੂੰ ਸ਼ਰਮਿੰਦਾ ਕਰੋ। ਤੁਸੀਂ ਇਸ ਟਾਰਗੇਟ ਦਾ ਹਿੱਸਾ ਆ। ਤੁਹਾਨੂੰ ਟਾਰਗੇਟ ਮਿਲਿਆ ਆ ਕਿ ਸ਼ੈਤਾਨ ਨੂੰ ਹਰ ਪੱਖੋਂ ਸ਼ਰਮਿੰਦਾ ਕਰਨਾ, ਔਰ ਪਰਮੇਸ਼ਵਰ ਦੇ ਵਚਨ ਦੇ ਅਨੁਸਾਰ ਚੱਲ ਕੇ ਤੁਸੀਂ ਫਲਵੰਤ ਬਣਨਾ। ਤੁਹਾਡੇ ਫਲ ਨਜ਼ਰ ਆਉਣੇ ਚਾਹੀਦੇ ਆ। ਹਾਲੇਲੂਇਆ। ਔਰ ਕੀ ਹੁੰਦਾ, ਲੋਕ ਕਹਿੰਦੇ ਕਿ ਤੁਸੀਂ ਸਾਨੂੰ ਮਿਸਰ ਤੋਂ ਕਿਉਂ ਆਜ਼ਾਦ ਕਰਾ ਲਿਆ। ਅੱਗੇ ਆਖਿਆ, ਕਹਿੰਦੇ ਤੁਸੀਂ ਸਾਨੂੰ ਇਸ ਬੁਰੇ ਥਾਂ ਵਿੱਚ ਲਿਆਂਦਾ ਜਿੱਥੇ ਨਾ ਬੀ ਆ, ਨਾ ਹੰਜੀਰ ਆ, ਨਾ ਦਾਖ ਦੀ ਬੇਲ ਆ, ਤੇ ਨਾ ਅਨਾਰ ਹੈ, ਤੇ ਨਾ ਪੀਣ ਦੇ ਲਈ ਪਾਣੀ ਆ। ਤੁਸੀਂ ਸਾਨੂੰ ਕਿਉਂ ਆਜ਼ਾਦ ਕਰਾ ਕੇ ਲੈ ਕੇ ਆਏ ਇੱਥੇ ਮਰਨ ਦੇ ਲਈ, ਭੁੱਖੇ ਮਾਰਨ ਦੇ ਲਈ। ਕਹਿੰਦਾ ਤੁਸੀਂ ਸਾਨੂੰ ਲੈ ਆਏ ਇੱਥੇ। ਉੱਥੋਂ ਦੇ ਲੋਕ ਜਿਹੜੇ ਮਤਲਬੀ ਹੋ ਗਏ, ਖੁਦਾ ਦਾ ਵੱਡਾ ਹੱਥ, ਪਸਾਰਿਆ ਹੱਥ ਨਹੀਂ ਦੇਖਿਆ ਕਿ ਖੁਦਾ ਨੇ ਕਿੱਦਾਂ ਸਾਨੂੰ ਆਜ਼ਾਦ ਕੀਤਾ। ਜੇ ਸਾਨੂੰ ਉੱਥੇ ਨਾਮੁਮਕਿਨ 'ਚ ਮੁਮਕਿਨ ਕਰਨ ਵਾਲਾ ਪਰਮੇਸ਼ਵਰ ਆ, ਨਾ ਉਮੀਦ 'ਚ ਉਮੀਦ ਪੈਦਾ ਕਰਨ ਵਾਲਾ ਪਰਮੇਸ਼ਵਰ, ਜਿਹਨੇ ਸਾਨੂੰ ਛੁਡਾ ਲਿਆ, ਉਹ ਕੀ ਗੱਲ ਪਾਣੀ ਦਾ ਇੰਤਜ਼ਾਮ ਨਹੀਂ ਕਰੇਗਾ। ਜਿਹਨੇ ਮੱਖੀਆਂ ਦੀ ਬਵਾ ਪਾਈ, ਪਹਿਲੋਠਿਆਂ ਨੂੰ ਮਾਰਿਆ ਵਿਰੋਧੀਆਂ ਦੇ, ਜਿਹਨੇ ਆਕਾਸ਼ ਤੋਂ ਓਲੇ ਬਰਸਾ ਦਿੱਤੇ, ਜਿਹਨੇ ਪਾਣੀ ਨੂੰ ਗੰਦਾ ਕਰ ਦਿੱਤਾ ਜਾਂ ਖੂਨ ਦੇ ਨਾਲ ਭਰ ਦਿੱਤਾ ਜਾਂ ਲਾਲ ਕਰ ਦਿੱਤਾ, ਕੀ ਉਹ ਪਰਮੇਸ਼ਵਰ ਆਜ਼ਾਦ ਨਹੀਂ ਕਰਾਏਗਾ? ਕੀ ਪਰਮੇਸ਼ਵਰ ਉਹ ਤੁਹਾਨੂੰ ਕਨਾਨ ਦੇਸ਼ ਤੱਕ ਨਹੀਂ ਲੈ ਕੇ ਜਾਏਗਾ? ਕੀ ਉਹ ਪਰਮੇਸ਼ਵਰ ਤੁਹਾਨੂੰ ਮੁਹੱਈਆ ਨਹੀਂ ਕਰਾਏਗਾ? ਅਗਰ ਤੁਹਾਨੂੰ ਪਹਿਲਾਂ ਦਾ ਪਤਾ ਪਰਮੇਸ਼ਵਰ ਦੇ ਕੰਮਾਂ ਦਾ, ਬਾਈਬਲ ਕਹਿੰਦਾ ਮਾਂ-ਬਾਪ ਦੇ ਲਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਦੱਸੋ ਕਿ ਤੁਹਾਡੇ ਪਰਮੇਸ਼ਵਰ ਨੇ ਤੁਹਾਡੇ ਲਈ, ਤੁਹਾਡੇ ਮਾਂ-ਬਾਪ ਦੇ ਲਈ, ਤੁਹਾਡੇ ਪਿਓ ਦਾਦਿਆਂ ਦੇ ਲਈ ਕਿੰਨੇ ਵੱਡੇ ਵੱਡੇ ਕੰਮ ਕੀਤੇ ਆ।
ਅਗਰ ਤੁਸੀਂ ਖੁਦਾ ਦੇ ਚਿੰਨ ਚਮਤਕਾਰਾਂ ਨੂੰ ਯਾਦ ਰੱਖੋ ਤੇ ਤੁਸੀਂ ਕਦੀ ਵੀ ਗੁੰਮਰਾਹ ਨਹੀਂ ਹੋ ਸਕਦੇ। ਸ਼ੈਤਾਨ ਦਾ ਕੰਮ ਹੈ ਤੁਹਾਨੂੰ ਗੁੰਮਰਾਹ ਕਰਨਾ। ਗੁੰਮਰਾਹ ਕਰਨ ਦਾ ਮਤਲਬ ਸਮਝਦੇ, ਅਗਰ ਇਹਨੂੰ ਸਲੋਲੀ ਬੋਲੋ ਤੁਹਾਨੂੰ ਪਤਾ ਲੱਗੇਗਾ। ਗੁੰਮਰਾਹ ਕਰਨਾ, ਚੰਗੇ ਭਲੇ ਰਾਹ ਤੇ ਤੁਸੀਂ ਜਾ ਰਹੇ, ਸਵਰਗ ਦੀ ਤਿਆਰੀ ਕਰ ਰਹੇ, ਪਰ ਉਹਨੇ ਵਿੱਚ ਆ ਕੇ ਅੜਚਨ ਪਾ ਦੇਣੀ, ਤੁਹਾਨੂੰ ਗੁੰਮਰਾਹ ਕਰ ਦੇਣਾ। ਗੁੰਮ ਗਏ ਆ ਤੁਸੀਂ ਆਪਣੇ ਰਾਹ ਤੋਂ। ਹਾਲੇਲੂਇਆ। ਤੁਹਾਨੂੰ ਉਹਨੇ ਭਟਕਾ ਦੇਣਾ ਆ ਔਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਪਰ ਤੁਸੀਂ ਕਦੋਂ ਬਚ ਸਕਦੇ ਆ? ਜਦੋਂ ਤੁਹਾਨੂੰ ਪਤਾ ਖੁਦਾਵੰਦ ਦੇ ਕੰਮਾਂ ਦੇ ਬਾਰੇ ਜੋ ਉਹਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੀਤੇ। ਕਿੱਦਾਂ ਉਹਨੇ ਤੁਹਾਨੂੰ ਛਡਾਇਆ, ਕਿੱਦਾਂ ਉਹਨੇ ਤੁਹਾਨੂੰ ਆਜ਼ਾਦ ਕੀਤਾ, ਕਿੱਦਾਂ ਉਹਨੇ ਤੁਹਾਨੂੰ ਸੰਭਾਲਿਆ, ਕਿੱਦਾਂ ਤੁਹਾਡੇ ਪਰਿਵਾਰ ਨੂੰ ਸੰਭਾਲਿਆ, ਕਿੱਦਾਂ ਉਹਦਾ ਵਚਨ ਸਾਨੂੰ ਆਸ ਦਿਵਾਉਂਦਾ ਹੈ ਕਿ ਅਗਰ ਅਸੀਂ ਵਚਨ ਨੂੰ ਪੂਰਾ ਕਰਾਂਗੇ ਤਾਂ ਅਸੀਂ ਕਿੱਦਾਂ ਬਚਾਏ ਜਾਵਾਂਗੇ। ਅਗਰ ਅਸੀਂ ਮਿਸ਼ਨ ਦਾ ਹਿੱਸਾ ਬਣਾਂਗੇ ਤਾਂ ਸਾਨੂੰ ਕਿੰਨੀਆਂ ਬਰਕਤਾਂ ਮਿਲਣਗੀਆਂ। ਔਰ ਕੀ ਹੁੰਦਾ ਹੈ, ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦੇ ਮੂਸਾ ਤੇ ਹरून ਸਭਾ ਦੇ ਅੱਗੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਦੇ ਕੋਲ ਜਾ ਕੇ ਮੂੰਹਾਂ ਪਰ ਡਿੱਗੇ ਤਾਂ ਯਹੋਵਾ ਦਾ ਪ੍ਰਤਾਪ ਉਹਨਾਂ ਦੇ ਉੱਤੇ ਪ੍ਰਗਟ ਹੋਇਆ। ਜਦੋਂ ਖੁਦਾਵੰਦ ਦੇ ਤੰਬੂ ਦੇ ਅੱਗੇ ਗਏ, ਮੂੰਹ ਭਰਨੇ ਡਿੱਗੇ ਤੇ ਖੁਦਾਵੰਦ ਉਸ ਜਗ੍ਹਾ ਦੇ ਉੱਪਰ ਹਾਜ਼ਰ ਹੋਇਆ। ਔਰ ਖੁਦਾਵੰਦ ਨੂੰ ਕੀ ਆਖਿਆ ਉਹਨਾਂ ਨੇ? ਯਹੋਵਾ ਨੇ ਆਖਿਆ, ਕਹਿੰਦੇ ਮੂਸਾ ਨੂੰ ਬੋਲਿਆ, ਟਾਂਗਾ ਲੈ ਕੇ ਮੰਡਲੀ ਨੂੰ ਇਕੱਠਾ ਕਰ, ਤੂੰ ਔਰ ਤੇਰਾ ਭਰਾ ਹरून, ਤੁਸੀਂ ਉਹਨਾਂ ਦੇ ਵੇਖਦਿਆਂ ਪਥਰੀਲੀ ਢਿੱਗ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ। ਬੋਲਣ ਦੇ ਲਈ ਕਿਹਾ, ਮਾਰਨ ਦੇ ਲਈ ਨਹੀਂ ਕਿਹਾ, ਟੱਚ ਕਰਨ ਦੇ ਲਈ ਨਹੀਂ ਕਿਹਾ, ਸਿਰਫ ਬੋਲਣ ਦੇ ਲਈ ਕਿਹਾ। ਸਿਰਫ ਮੂੰਹ ਦੇ ਵਿੱਚ ਪਾਵਰ ਪਾ ਦਿੱਤੀ। ਹਾਲੇਲੂਇਆ। ਜ਼ੁਬਾਨ ਨੂੰ ਸ਼ਕਤੀ ਦੇ ਨਾਲ ਭਰ ਦਿੱਤਾ, ਸ਼ਬਦਾਂ ਨੂੰ ਸ਼ਕਤੀ ਦੇ ਨਾਲ ਭਰ ਦਿੱਤਾ ਕਿ ਤੁਸੀਂ ਬੋਲੋ। ਹਾਲੇਲੂਇਆ। ਔਰ ਅੱਗੇ ਲਿਖਿਆ, ਕਹਿੰਦੇ ਪਥਰੀਲੀ ਢਿੱਗ ਨੂੰ ਬੋਲੋ ਕਿ ਉਹ ਆਪਣਾ ਪਾਣੀ ਦੇਵੇ ਅਤੇ ਤੂੰ ਉਹਨਾਂ ਦੇ ਲਈ ਢਿੱਗ ਤੋਂ ਪਾਣੀ ਕੱਢੇਗਾ। ਇਉਂ ਤੂੰ ਇਸ ਮੰਡਲੀ ਨੂੰ ਔਰ ਉਹਨਾਂ ਦੇ ਪਸ਼ੂਆਂ ਨੂੰ ਪਿਲਾਏਗਾ। ਉਪਰੰਤ ਮੂਸਾ ਨੇ ਯਹੋਵਾ ਦੇ ਅੱਗੇ ਟਾਂਗਾ ਲਿਆ ਜਿਵੇਂ ਯਹੋਵਾ ਨੇ ਹੁਕਮ ਦਿੱਤਾ ਸੀ। ਇਹ ਤਾਂ ਪਤਾ ਕਰ ਲਿਆ, ਇੰਨਾ ਪਤਾ ਲੱਗ ਗਿਆ ਕਿ ਯਹੋਵਾ ਨੇ ਹੁਕਮ ਦਿੱਤਾ ਟਾਂਗਾ ਲੈਣ ਦਾ। ਪਰ ਇੱਥੋਂ ਭੁੱਲ ਗਿਆ, ਇੱਥੋਂ ਵਿਸਰ ਗਿਆ, ਇੱਥੋਂ ਭਟਕ ਗਿਆ, ਇੱਥੋਂ ਗੁੰਮਰਾਹ ਹੋ ਗਿਆ ਕਿ ਖੁਦਾ ਨੇ ਬੋਲ ਦਿੱਤੇ ਆ, ਮੈਨੂੰ ਬੋਲਣ ਦੇ ਲਈ ਕਿਹਾ। ਇਹ ਹੁਕਮ ਆ ਖੁਦਾ ਦਾ ਕਿ ਮੈਂ ਬੋਲਾਂ ਪਥਰੀਲੀ ਢਿੱਗ ਨੂੰ ਕਿ ਤੂੰ ਪਾਣੀ ਦੇ ਖੁਦਾਵੰਦ ਦੇ ਲੋਕਾਂ ਨੂੰ। ਔਰ ਉਹਦੇ ਕੋਲੋਂ ਕੀ ਗਲਤੀ ਹੋ ਗਈ? ਕਹਿੰਦੇ ਮੂਸਾ ਔਰ ਹरून ਨੇ ਸਭਾ ਨੂੰ ਉਸ ਢਿੱਗ ਦੇ ਅੱਗੇ ਇਕੱਠਾ ਕੀਤਾ ਔਰ ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸੁਣੋ, ਝਗੜਾ ਲੂਓ। ਝਗੜਾ ਕਰਦੇ ਸੀ ਲੋਕ ਔਰ ਮੂਸਾ ਇਰੀਟੇਟ ਹੋ ਗਿਆ। ਉਹਨਾਂ ਦੇ ਝਗੜੇ ਨੂੰ ਦੇਖ ਕੇ ਮੋਜ਼ਿਸ ਜਿਹੜਾ ਇਰੀਟੇਟ ਹੋ ਗਿਆ। ਇਰੀਟੇਟ ਹੋਣ ਦੇ ਬਾਵਜੂਦ ਕੀ ਹੋਇਆ ਫਿਰ ਉਹਦੇ ਨਾਲ? ਕਹਿੰਦਾ, ਹੇ ਝਗੜਾ ਲੂਓ, ਕਿ ਅਸੀਂ ਤੁਹਾਡੇ ਲਈ ਇਸ ਢਿੱਗ ਤੋਂ ਪਾਣੀ ਕੱਢੀਏ। ਫਿਰ ਮੂਸਾ ਨੇ ਆਪਣਾ ਹੱਥ ਚੁੱਕ ਕੇ ਉਸ ਢਿੱਗ ਨੂੰ ਆਪਣੇ ਟਾਂਗੇ ਦੇ ਨਾਲ 2 ਵਾਰ ਮਾਰਿਆ ਤਾਂ ਲਿਖਿਆ ਬਹੁਤ ਪਾਣੀ ਨਿਕਲ ਆਇਆ। ਫਿਰ ਮੰਡਲੀ ਔਰ ਉਹਦੇ ਪਸ਼ੂਆਂ ਨੇ ਪੀਤਾ। ਉਪਰੰਤ ਯਹੋਵਾ ਨੇ ਮੂਸਾ ਔਰ ਹरून ਨੂੰ ਆਖਿਆ, ਇਸ ਲਈ ਕਿ ਤੁਸੀਂ ਮੇਰੀ ਪ੍ਰਤੀਤ ਨਾ ਕੀਤੀ। ਮੋਜ਼ਿਸ ਤੇ ਹरून ਨੂੰ ਆਖਿਆ ਕਿ ਤੁਸੀਂ ਮੇਰੀ ਪ੍ਰਤੀਤ ਨਾ ਕੀਤੀ, ਇਜ਼ਰਾਈਲ ਦੀ ਅੱਖਾਂ ਵਿੱਚ ਮੈਨੂੰ ਪਵਿੱਤਰ ਠਹਿਰਾਉਂਦੇ। ਹੁਣ ਤੁਸੀਂ ਇਸ ਸਭਾ ਨੂੰ ਉਸ ਧਰਤੀ ਵਿੱਚ ਜਿਹੜੀ ਮੈਂ ਤੁਹਾਨੂੰ ਦਿੱਤੀ ਆ ਨਹੀਂ ਲੈ ਜਾਓਗੇ। ਇਹ ਮਰੀਬਾ ਦਾ ਪਾਣੀ ਆ, ਕਿਉਂ ਜੋ ਇਜ਼ਰਾਈਲੀਆਂ ਨੇ ਯਹੋਵਾ ਨਾਲ ਝਗੜਾ ਕੀਤਾ ਸੀ, ਸੋ ਉਹ ਉਹਨਾਂ ਦੇ ਵਿੱਚ ਪਵਿੱਤਰ ਠਹਿਰਾਇਆ ਗਿਆ। ਬੋਲੋ ਹਾਲੇਲੂਇਆ। ਕਹਿੰਦੇ ਹੁਣ ਤੁਸੀਂ ਉਸ ਧਰਤੀ ਤੱਕ ਪਹੁੰਚ ਹੀ ਨਹੀਂ ਸਕਦੇ ਕਿਉਂਕਿ ਤੁਸੀਂ ਮੈਨੂੰ ਪਵਿੱਤਰ ਨਹੀਂ ਠਹਿਰਾਇਆ ਲੋਕਾਂ ਦੇ ਵਿੱਚ। ਕਿੱਦਾਂ? ਕਿ ਮੈਂ ਤੁਹਾਨੂੰ ਕਿਹਾ ਸੀ ਬੋਲੋ, ਇਸ ਪਥਰੀਲੀ ਢਿੱਗ ਨੂੰ ਬੋਲੋ। ਕੋਈ ਬਹੁਤ ਵੱਡੀ ਮਿਸਟੇਕ ਨਹੀਂ ਹੋਈ, ਲੇਕਿਨ ਸਿਰਫ ਲੋਕਾਂ ਦੇ ਵੱਲ ਧਿਆਨ ਦੇ ਦਿੱਤਾ। ਮੋਜ਼ਿਸ ਨੇ ਇਰੀਟੇਟ ਹੋ ਗਿਆ, ਕਹਿੰਦਾ ਤੁਸੀਂ ਝਗੜਾ ਲੂਓ ਕਿ ਅਸੀਂ ਤੁਹਾਡੇ ਲਈ ਪਾਣੀ ਨਹੀਂ, ਇਸ ਢਿੱਗ ਤੋਂ ਪਾਣੀ ਨਹੀਂ ਕੱਢਾਂਗੇ। ਇਰੀਟੇਟ ਹੋ ਗਿਆ, ਪਰੇਸ਼ਾਨ ਹੋ ਗਿਆ। ਪਰੇਸ਼ਾਨੀ ਦੇ ਵਿੱਚ ਖੁਦਾਵੰਦ ਦੇ ਵਚਨ ਨੂੰ ਕਿੱਦਾਂ ਪੂਰਾ ਕਰਨਾ ਸੀਗਾ ਭੁੱਲ ਗਿਆ। ਹਾਲੇਲੂਇਆ। ਖੁਦਾਵੰਦ ਦੇ ਵਚਨ ਨੂੰ ਕਿੱਦਾਂ ਪੂਰਾ ਕਰਨਾ ਸੀਗਾ ਔਰ ਖੁਦਾਵੰਦ ਨੇ ਕੀ ਆਗਿਆ ਦਿੱਤੀ ਸੀ ਭੁੱਲ ਗਿਆ। ਤੁਸੀਂ ਵੀ ਜਦੋਂ ਤੁਹਾਡੇ ਅੱਗੇ ਸਿਚੁਏਸ਼ਨ ਆਵੇ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਖੁਦਾਵੰਦ ਦਾ ਵਚਨ ਇਸ ਸਮੇਂ ਮੈਨੂੰ ਕੀ ਆਖਦਾ, ਖੁਦਾਵੰਦ ਨੇ ਇੱਥੇ ਮੈਨੂੰ ਕੀ ਫਰਮਾਇਆ ਆ। ਅਗਰ ਮੋਜ਼ਿਸ ਧਿਆਨ ਦਿੰਦਾ ਤੇ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ ਕਿ ਇੱਥੇ ਖੁਦਾਵੰਦ ਨੇ ਮੈਨੂੰ ਕੀ ਕਿਹਾ ਆ। ਲੋਕਾਂ ਵੱਲ ਪਰਵਾਹ ਨਹੀਂ ਕਰਨੀ ਲੋਕ ਕੀ ਆਖਦੇ, ਚਾਹੇ ਤੁਹਾਡੀ ਕਲੀਸਿਆ ਦੇ ਹੋਣ, ਚਾਹੇ ਤੁਹਾਡੇ ਰਿਸ਼ਤੇਦਾਰ ਹੋਣ, ਚਾਹੇ ਤੁਹਾਡੇ ਆਂਢ ਗੁਆਂਢ ਹੋਣ, ਤੁਹਾਡੇ ਯਾਰ ਦੋਸਤ ਮਿੱਤਰ ਸਹੇਲੀ ਹੋਵੇ, ਪਰ ਤੁਸੀਂ ਉਸ ਗੱਲ ਦੀ ਪਰਵਾਹ ਨਹੀਂ ਕਰਨੀ ਕਿ ਉਹ ਤੁਹਾਨੂੰ ਕੀ ਆਖਦਾ ਜਾਂ ਕੀ ਆਖਦੀ ਆ। ਇਸ ਗੱਲ ਦੀ ਪਰਵਾਹ ਕਰਨੀ ਕਿ ਖੁਦਾ ਨੇ ਕੀ ਆਖਿਆ। ਤੁਹਾਡੇ ਲਈ ਹੋ ਸਕਦਾ ਕਿ ਇਹ ਛੋਟਾ ਜਿਹਾ ਹੁਕਮ ਟੁੱਟਿਆ, ਕੋਈ ਗੱਲ ਨਹੀਂ, ਪਰ ਆ ਦੇਖੋ ਮੋਜ਼ਿਸ ਦੇ ਕੋਲ ਕੀ ਬਹੁਤ ਵੱਡਾ ਹੁਕਮ ਟੁੱਟਿਆ, ਬਹੁਤ ਵੱਡਾ ਹੁਕਮ ਟੁੱਟਿਆ। ਨਹੀਂ, ਕੀ ਸੀਗਾ? ਸਿਰਫ ਬੋਲਣ ਦੇ ਲਈ ਕਿਹਾ ਸੀ, ਪਰ ਟਾਂਗਾ ਮਾਰ ਦਿੱਤਾ, ਪਾਣੀ ਫਿਰ ਵੀ ਨਿਕਲਿਆ। ਇਹ ਨਹੀਂ ਕਿ ਪਾਣੀ ਨਹੀਂ ਨਿਕਲਿਆ, ਪਾਣੀ ਫਿਰ ਵੀ ਨਿਕਲਿਆ, ਪਰ ਜੋ ਮਿਸ਼ਨ ਦਾ ਹਿੱਸਾ ਉਹਨੂੰ ਬਣਾਇਆ ਸੀਗਾ, ਉਸ ਮਿਸ਼ਨ ਦਾ ਫਿਰ ਹਿੱਸਾ ਉਹ ਨਹੀਂ ਰਿਹਾ। ਉਸ ਮਿਸ਼ਨ ਨੂੰ ਸਕਸੈਸਫੁਲ ਕਰਕੇ ਹੀ ਉਹਨੂੰ ਕਨਾਨ ਦੇਸ਼ ਮਿਲਣਾ ਸੀਗਾ, ਸਵਰਗ ਤੱਕ ਪਹੁੰਚਣਾ ਸੀਗਾ ਉਸ ਸਮੇਂ ਦੇ।
ਹਾਰੂਨ ਔਰ ਮੋਸਿਸ ਨੇ। ਕਹਿੰਦੇ ਹੁਣ ਤੁਸੀਂ ਉੱਥੇ ਨਹੀਂ ਪਹੁੰਚ ਸਕਦੇ ਕਿਉਂਕਿ ਤੁਸੀਂ ਮਿਸ਼ਨ ਨੂੰ ਸਕਸੈਸਫੁਲੀ ਨਹੀਂ ਕੀਤਾ। ਜੋ ਟਾਰਗੇਟ ਮੈਂ ਤੁਹਾਡੇ ਸਾਹਮਣੇ ਰੱਖਿਆ ਸੀ, ਤੁਹਾਨੂੰ ਦਿੱਤਾ ਸੀਗਾ, ਉਹਨੂੰ ਤੁਸੀਂ ਅਚੀਵ ਨਹੀਂ ਕੀਤਾ, ਟਾਰਗੇਟ ਨੂੰ ਪੂਰਾ ਨਹੀਂ ਕੀਤਾ, ਔਰ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਸੀ ਉਹ ਵੀ ਨਹੀਂ ਮਿਲੇਗਾ ਤੁਹਾਨੂੰ। ਹਾਲੇਲੂਇਆ। ਕੀ ਅਚੀਵ ਕਰਨਾ ਸੀਗਾ? ਜਿੱਥੇ ਦੁੱਧ ਤੇ ਸ਼ਹਿਦ ਵਗਦਾ ਉਹ ਦੇਸ਼। ਹਾਲੇਲੂਇਆ। ਮਿਸ਼ਨ ਫੇਲਡ ਕਰਾ ਦਿੱਤਾ ਸ਼ੈਤਾਨ ਨੇ ਜਦੋਂ ਲੋਕਾਂ ਨੇ ਝਗੜਾ ਕੀਤਾ, ਔਰ ਉੱਥੇ ਮੋਸਿਸ ਫਿਰ ਗੁੰਮਰਾਹ ਹੋ ਗਿਆ, ਹਾਰੂਨ ਗੁੰਮਰਾਹ ਹੋ ਗਿਆ, ਔਰ ਮਿਸ਼ਨ ਕੀ ਹੋ ਗਿਆ? ਫੇਲਡ ਹੋ ਗਿਆ। ਤੁਹਾਡੇ ਸਾਹਮਣੇ ਵੀ ਮਿਸ਼ਨ ਆ, ਤੁਹਾਡੇ ਪਰਿਵਾਰ ਨੂੰ ਬਚਾਉਣ ਦਾ, ਤੁਹਾਡੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਬਚਾਉਣ ਦਾ, ਆਪਣੇ ਆਪ ਨੂੰ ਪਾਪ ਤੋਂ ਬਚਾਉਣ ਦਾ, ਆਪਣੇ ਆਪ ਨੂੰ ਸ਼ੈਤਾਨ ਦੀਆਂ ਚਾਲਾਂ ਤੋਂ ਬਚਾਉਣ ਦਾ ਮਿਸ਼ਨ ਤੁਹਾਡੇ ਸਾਹਮਣੇ ਹੈ। ਹਾਲੇਲੂਇਆ। ਔਰ ਇਹਨੂੰ ਫਤਿਹਮੰਦ ਬਣਾਓ, ਇਹਨੂੰ ਸਕਸੈਸਫੁਲੀ ਮਿਸ਼ਨ ਨੂੰ ਕੰਪਲੀਟ ਕਰੋ, ਔਰ ਤੁਸੀਂ ਆਪਣੀ ਆਸ਼ੀਸ਼ ਨੂੰ, ਸਦੀਪਕ ਜੀਵਨ ਨੂੰ, ਇਟਰਨਲ ਲਾਈਫ ਨੂੰ, ਪਵਿੱਤਰ ਆਤਮਾ ਨੂੰ, ਪਵਿੱਤਰ ਆਤਮਾ ਦੇ ਫਲਾਂ ਨੂੰ ਤੁਸੀਂ ਅਚੀਵ ਕਰੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਬੋਲੋ ਆਮੀਨ। ਹਾਲੇਲੂਇਆ। ਫਿਰ ਇਹ ਮਿਸ਼ਨ ਜਿਹੜਾ ਫੇਲਡ ਹੋ ਗਿਆ, ਪਰ ਖੁਦਾ ਨੇ ਤਾਂ ਆਪਣਾ ਕੰਮ ਕਰਾਉਣਾ ਨਾ। ਫਿਰ ਖੁਦਾ ਨੇ ਇੱਕ ਇਨਸਾਨ ਨੂੰ ਚੁਣਿਆ ਜਿਹਦਾ ਨਾਮ ਯਹੋਸ਼ੂਆ ਆ। ਪੜੋ ਮੇਰੇ ਨਾਲ ਯਹੋਸ਼ੂਆ ਦਾ ਪੁਸਤਕ, ਔਰ ਉਹਦਾ 1 ਨੰਬਰ ਅਧਿਆਇ, ਔਰ ਉਹਦਾ 1 ਤੋਂ 3 ਨੰਬਰ ਪੰਕਤੀ। ਸੁਣਨਾ ਬੜੇ ਧਿਆਨ ਦੇ ਨਾਲ। ਹੁਣ ਯਹੋਸ਼ੂਆ ਦੇ ਉੱਪਰ ਇੱਕ ਮਿਸ਼ਨ ਆਉਣ ਲੱਗਾ, ਇੱਕ ਟਾਰਗੇਟ ਆਉਣ ਲੱਗਾ। ਕੀ ਆਉਣ ਲੱਗਾ? ਕਹਿੰਦੇ ਯਹੋਵਾ ਦੇ ਦਾਸ ਮੂਸਾ ਦੇ ਮਰਨ ਦੇ ਪਿੱਛੋਂ ਐਂ ਹੋਇਆ ਕਿ ਯਹੋਵਾ ਨੇ ਮੂਸਾ ਦੇ ਸੇਵਕ ਨੂਨ ਦੇ ਪੁੱਤਰ ਯਹੋਸ਼ੂਆ ਨੂੰ ਆਖਿਆ ਕਿ ਮੇਰਾ ਦਾਸ ਮੂਸਾ ਮਰ ਗਿਆ ਆ, ਹੁਣ ਤੂੰ ਉੱਠ ਅਤੇ ਇਸ ਯਰਦਨ ਦੇ ਪਾਰ ਲੰਘ, ਤੂੰ ਔਰ ਇਹ ਸਾਰੇ ਲੋਕ ਉਸ ਦੇਸ਼ ਨੂੰ ਜਾਓ ਜਿਹੜਾ ਮੈਂ ਉਹਨਾਂ ਨੂੰ ਅਰਥਾਤ ਇਜ਼ਰਾਈਲੀਆਂ ਨੂੰ ਦਿੰਦਾ ਹਾਂ। ਸਾਰਾ ਥਾਂ ਜਿੱਥੇ ਤੇਰੇ ਪੈਰ ਦੀ ਤਲੀ ਰੱਖੀ ਜਾਵੇ ਉਹ ਸਭ ਮੈਂ ਤੁਹਾਨੂੰ ਦਿੱਤਾ, ਜਿਵੇਂ ਮੈਂ ਮੂਸਾ ਦੇ ਨਾਲ ਵਚਨ ਕੀਤਾ ਸੀ। ਮਤਲਬ ਇਹ ਕੰਮ ਮੂਸਾ ਨੇ ਕਰਨਾ ਸੀ, ਇਹ ਵਚਨ ਮੂਸਾ ਦੇ ਨਾਲ ਪੂਰਾ ਹੋਣਾ ਸੀਗਾ, ਪਰ ਮੂਸਾ ਗੁੰਮਰਾਹ ਹੋ ਗਿਆ। ਮੂਸਾ ਉਸ ਮਿਸ਼ਨ ਨੂੰ ਪੂਰਾ ਨਹੀਂ ਕਰ ਪਾਇਆ। ਕਹਿੰਦੇ ਜਿੱਥੇ ਤੇਰੇ ਪੈਰ ਦੀ ਤਲੀ ਹੋਗੀ ਉਹ ਥਾਂ ਮੈਂ ਤੁਹਾਨੂੰ ਦੇ ਦੇਵਾਂਗਾ, ਜਿੱਦਾਂ ਮੈਂ ਮੋਸਿਸ ਦੇ ਨਾਲ ਵਚਨ ਕੀਤਾ ਸੀਗਾ। ਪਰ ਮੋਸਿਸ ਗੁੰਮਰਾਹ ਹੋ ਗਿਆ, ਭਟਕ ਗਿਆ, ਲੋਕਾਂ ਦੇ ਵੱਲ ਧਿਆਨ ਦਿੱਤਾ, ਲੋਕਾਂ ਦੇ ਝਗੜੇ ਦੇ ਵੱਲ ਧਿਆਨ ਦਿੱਤਾ, ਭੁੱਲ ਗਿਆ ਕਿ ਪਰਮੇਸ਼ਵਰ ਨੇ ਮੈਨੂੰ ਕੀ ਆਖਿਆ, ਕਿ ਮੈਂ ਪਰਮੇਸ਼ਵਰ ਦੇ ਵਚਨ ਨੂੰ ਕਿੱਦਾਂ ਪੂਰਾ ਕਰਨਾ। ਹਾਲੇਲੂਇਆ। ਨਸ਼ੇੜੀ ਲੋਕਾਂ ਦੇ ਨਾਲ ਯਾਰੀ ਰੱਖ ਕੇ ਤੁਸੀਂ ਪਵਿੱਤਰ ਨਹੀਂ ਰਹਿ ਸਕਦੇ, ਨਸ਼ੇ ਤੋਂ ਆਜ਼ਾਦ ਨਹੀਂ ਹੋ ਸਕਦੇ। ਹਾਲੇਲੂਇਆ। ਯਾਦ ਰੱਖਣਾ ਮੇਰੀ ਗੱਲ, ਸਰੀਰਕ ਲੋਕਾਂ ਦੇ ਨਾਲ ਰਹਿ ਕੇ ਤੁਸੀਂ ਆਤਮਿਕ ਤਰੱਕੀ ਕਦੀ ਨਹੀਂ ਕਰ ਸਕਦੇ। ਤੁਸੀਂ ਦੇਖੋ ਤੁਹਾਡੀ ਸੰਗਤੀ ਕਿਹਦੇ ਨਾਲ ਹੈ, ਤੁਹਾਡੀ ਯਾਰੀ ਕਿਹਦੇ ਨਾਲ, ਤੁਹਾਡੀ ਦੋਸਤੀ ਕਿਹਦੇ ਨਾਲ, ਤੁਸੀਂ ਸਮਾਂ ਕਿਹਦੇ ਨਾਲ ਬਿਤਾ ਰਹੇ ਹੋ। ਹਾਲੇਲੂਇਆ। ਤੁਸੀਂ ਉਹਨਾਂ ਨੂੰ ਬਦਲ ਨਹੀਂ ਸਕਦੇ। ਹੋ ਸਕਦਾ ਕਿ ਉਹ ਤੁਹਾਨੂੰ ਬਦਲ ਦੇਣ, ਤੁਹਾਨੂੰ ਨਸ਼ੇੜੀ ਬਣਾ ਦੇਣ, ਤੁਹਾਨੂੰ ਲਾਲਚੀ ਬਣਾ ਦੇਣ, ਤੁਹਾਨੂੰ ਗਾਲਾਂ ਕੱਢਣ ਵਾਲੇ ਬਣਾ ਦੇਣ। ਹਾਲੇਲੂਇਆ। ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਸ ਮਿਸ਼ਨ ਦਾ ਹਿੱਸਾ ਹੈ, ਤੁਹਾਡੇ ਉੱਪਰ ਕੀ ਜ਼ਿੰਮੇਵਾਰੀ ਪਈ ਹੋਈ ਹੈ, ਔਰ ਤੁਸੀਂ ਕਿੱਦਾਂ ਚੱਲਣਾ, ਕਿੱਦਾਂ ਸੁਣਨਾ, ਕਿੱਦਾਂ ਦੇਖਣਾ, ਕਿੱਦਾਂ ਬੋਲਣਾ, ਕਿੱਦਾਂ ਚੱਲਣਾ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਹੀ ਤੁਸੀਂ ਉਸ ਮੁਕਾਮ ਨੂੰ ਅਚੀਵ ਕਰ ਪਾਓਗੇ ਜਿਹਨੂੰ ਜੀਵਨ ਦਾ ਮੁਕਟ ਕਿਹਾ ਜਾਂਦਾ। ਹਾਲੇਲੂਇਆ। ਅਗਰ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਸੀਂ ਕੀ ਸੁਣਨ ਦੇ ਲਈ ਧਰਤੀ ਦੇ ਉੱਪਰ ਆਏ ਆ, ਕੀ ਦੇਖਣ ਦੇ ਲਈ ਆਏ ਆ, ਕੀ ਬੋਲਣ ਦੇ ਲਈ ਆਏ ਆ, ਕਿਹਨਾਂ ਨਾਲ ਮਿਲਣ ਦੇ ਲਈ ਆਏ ਆ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਹਾਡੇ ਪੱਲੇ ਪੈ ਰਿਹਾ ਹੈ, ਪਵਿੱਤਰ ਆਤਮਾ ਪਾ ਰਿਹਾ ਤੁਹਾਡੇ ਪੱਲੇ ਵਚਨ ਨੂੰ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਇਹ ਮਿਸ਼ਨ ਨੂੰ ਫਿਰ ਸਕਸੈਸਫੁਲੀ ਜਿਹੜਾ ਆ ਕੰਪਲੀਟ ਕੀਤਾ ਯਹੋਸ਼ੂਆ ਨੇ। ਇਦਾਂ ਹੀ ਤੁਹਾਡੇ ਅੱਗੇ ਵੀ ਇੱਕ ਮਿਸ਼ਨ ਆ, ਤੁਹਾਡੇ ਉੱਪਰ ਵੀ ਇੱਕ ਮਿਸ਼ਨ ਆ, ਤੁਹਾਨੂੰ ਵੀ ਇੱਕ ਮਿਸ਼ਨ ਦਾ ਹਿੱਸਾ ਬਣਾਇਆ ਗਿਆ। ਫਿਰ ਯਹੋਸ਼ੂਆ ਨੇ ਮਿਲਖਾਂ ਵੰਡੀਆਂ, ਜ਼ਮੀਨਾਂ ਵੰਡੀਆਂ ਗੋਤਰਾਂ ਦੇ ਹਿਸਾਬ ਦੇ ਨਾਲ, ਜਿੱਦਾਂ ਜਿੱਦਾਂ ਖੁਦਾ ਉਹਨੂੰ ਕਹਿੰਦੇ ਕਿ ਉੱਦਾਂ ਫਿਰ ਉਹ ਜ਼ਮੀਨਾਂ ਜਿਹੜੀਆਂ ਲੋਕਾਂ ਨੂੰ ਵੰਡਦਾ ਰਿਹਾ। ਹਾਲੇਲੂਇਆ। ਮੈਂ ਤੁਹਾਨੂੰ ਦੱਸਦਾ ਇਮਾਨਦਾਰੀ ਵਚਨਾਂ ਦੇ ਵਿੱਚ ਬਾਈਬਲ ਕਹਿੰਦਾ ਯਹੋਸ਼ੂਆ ਇਹ ਜਿਹੜੀਆਂ ਪੋਥੀਆਂ ਆ ਤੇਰੇ ਮੂੰਹ ਤੋਂ ਅਲੱਗ ਨਹੀਂ ਹੋਣੇ ਚਾਹੀਦੀਆਂ, ਦਿਨ ਰਾਤ ਤੂੰ ਇਹਦੇ ਉੱਪਰ ਧਿਆਨ ਦੇਣਾ। ਔਰ ਉਹਨੇ ਇਦਾਂ ਕੀਤਾ, ਔਰ ਇਦਾਂ ਕਰਕੇ ਜੋ ਪਾਵਰ ਉਹਨੇ ਹਾਸਲ ਕੀਤੀ, ਵਚਨ ਦੀ ਵੈਲਿਊ ਸਮਝੋ। ਉਹ ਵਚਨ ਜਿਹੜਾ ਉਹਦੇ ਮੂੰਹ ਤੋਂ ਅਲੱਗ ਨਹੀਂ ਹੋਇਆ, ਦਿਨ ਰਾਤ ਉਹਨੇ ਵਚਨ ਦੇ ਉੱਪਰ ਧਿਆਨ ਦਿੱਤਾ, ਔਰ ਇੰਨੀ ਪਾਵਰ ਉਹਦੇ ਅੰਦਰ ਆ ਗਈ ਕਿ ਉਹਨੇ ਲੜਾਈ ਦੇ ਦੌਰਾਨ ਸੂਰਜ ਨੂੰ ਰੋਕ ਦਿੱਤਾ ਸੀਗਾ ਕਿ ਸ਼ਾਮ ਤੱਕ ਇਹ ਲੜਾਈ ਖਤਮ ਕਰਨੀ ਆ, ਜੇ ਨਹੀਂ ਕਰਦੇ ਤਾਂ ਹਾਰ ਜਾਣਾ ਹੈ। ਔਰ ਸ਼ਾਮ ਤੋਂ ਪਹਿਲਾਂ ਹੀ ਉਹਨੇ ਜਦੋਂ ਪਤਾ ਲੱਗਦਾ ਹੈ ਕਿ ਲੜਾਈ ਜਿੱਤ ਨਹੀਂ ਪਾ ਰਹੇ ਆ, ਉਹਨੇ ਸੂਰਜ ਨੂੰ ਹੁਕਮ ਕਰ ਦਿੱਤਾ ਕਿ ਠਹਿਰ ਜਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਪਣੇ ਥਾਂ ਤੋਂ ਹਿੱਲੇ ਨਾ। ਔਰ ਬਾਈਬਲ ਕਹਿੰਦਾ ਸੂਰਜ ਹਿੱਲਿਆ ਨਹੀਂ। ਤੁਸੀਂ ਇਸ ਤੋਂ ਅਗਲੇ ਚੈਪਟਰਾਂ ਦੇ ਵਿੱਚ ਪੜੋਗੇ, ਤੁਹਾਨੂੰ ਪਤਾ ਲੱਗਣਾ। ਇਹ ਇੰਨੀ ਉਹਨੇ ਵਚਨ ਪੜਨ ਦੇ ਦੌਰਾਨ ਔਰ ਵਚਨਾਂ ਨੂੰ ਆਪਣੀ ਜ਼ੁਬਾਨ ਤੇ ਰੱਖਣ ਦੇ ਦੌਰਾਨ, ਪੂਰਾ ਕਰਨ ਦੇ ਦੌਰਾਨ ਇਹ ਬੜੀ ਪਾਵਰ ਖੁਦਾ ਦੇ ਕੋਲੋਂ ਹਾਸਲ ਕੀਤੀ।
ਤੁਹਾਨੂੰ ਪਤਾ ਹੋਣਾ ਚਾਹੀਦਾ ਵਚਨ ਦੀ ਮਹੱਤਵਤਾ ਕੀ ਆ, ਵਚਨ ਪੜ੍ਹਨ ਦੇ ਨਾਲ ਤੁਹਾਨੂੰ ਕੀ ਮਿਲਣਾ ਆ, ਵਚਨ ਦੇ ਪੜ੍ਹਨ ਦੇ ਨਾਲ, ਉਹਦੇ ਅਨੁਸਾਰ ਚੱਲਣ ਦੇ ਨਾਲ, ਉਹਦੇ ਉੱਪਰ ਧਿਆਨ ਦੇਣ ਦੇ ਨਾਲ। ਕਹਿੰਦਾ ਦਿਨ ਰਾਤ ਇਹਦੇ ਉੱਪਰ ਧਿਆਨ ਕਰ, ਔਰ ਕੀ ਤੁਹਾਨੂੰ ਪ੍ਰਾਪਤ ਹੋਣਾ ਆ। ਔਰ ਤੁਹਾਨੂੰ ਇਹ ਸ਼ਾਇਦ ਨਾ ਪਤਾ ਹੋਵੇ, ਤਾਂ ਹੀ ਨਹੀਂ ਤੁਸੀਂ ਬਾਈਬਲ ਪੜ੍ਹ ਪਾਉਂਦੇ, ਤਾਂ ਹੀ ਨਹੀਂ ਤੁਸੀਂ ਵਚਨ ਨੂੰ ਸੁਣ ਪਾਉਂਦੇ, ਤੁਹਾਨੂੰ ਪਤਾ ਹੀ ਨਹੀਂ ਵਚਨ ਦੀ ਵੈਲਿਊ ਕੀ ਆ। ਔਰ ਜਿਸ ਬੰਦੇ ਨੂੰ ਵਚਨ ਦੀ ਵੈਲਿਊ ਪਤਾ ਲੱਗ ਜਾਂਦੀ ਆ, ਉਹ ਬੰਦਾ ਫਿਰ ਇਹਨੂੰ ਦੇ ਦੇ ਉੱਪਰ ਦਿਨ ਰਾਤ ਧਿਆਨ ਦਿੰਦਾ। ਹਾਲੇਲੂਇਆ। ਔਰ ਨੈਕਸਟ ਵਰਸ ਮੈਂ ਤੁਹਾਡੇ ਸਾਹਮਣੇ ਜਿਹੜਾ ਓਪਨ ਕਰਦਾ ਆ, ਰਸੂਲਾਂ ਦੇ ਕਰਤੱਵ ਮੇਰੇ ਨਾਲ ਓਪਨ ਕਰੋ। ਰਸੂਲਾਂ ਦੇ ਕਰਤੱਵ ਉਹਦਾ 9 ਨੰਬਰ ਅਧਿਆਇ, ਉਹਦਾ 13 ਤੋਂ 16 ਨੰਬਰ ਪੰਕਤੀ ਦਾ। ਸੁਣਨਾ, ਅਸੀਂ ਐਵੇਂ ਨਹੀਂ ਕਿਸੇ ਨੂੰ ਬੁਰਾ ਮੰਦਾ ਭਾਗਾ ਬੋਲਣਾ, ਐਵੇਂ ਨਹੀਂ ਕਿਸੇ ਤੇ ਦੋਸ਼ ਲਾਉਣੇ, ਐਵੇਂ ਨਹੀਂ ਕਿਸੇ ਨੂੰ ਗਲਤ ਕਹਿਣਾ, ਐਵੇਂ ਨਹੀਂ ਕਿਸੇ ਨੂੰ ਅਸੀਂ ਕਿਸੇ ਦੀ ਬੁਰਾਈ ਕਰਨੀ ਪਿੱਠ ਪਿੱਛੇ ਜਾਂ ਉਹਦੇ ਫੇਸ ਤੇ। ਸਾਨੂੰ ਕੋਈ ਹੱਕ ਨਹੀਂ ਆ। ਯਾਦ ਰੱਖਣਾ, ਤੁਸੀਂ ਨਿਆਂ ਕਰਨ ਦੇ ਲਈ ਨਹੀਂ ਚੁਣੇ ਗਏ, ਤੁਸੀਂ ਇਸ ਗੱਲ ਨੂੰ ਕਲੀਅਰ ਕਰਨ ਦੇ ਲਈ ਨਹੀਂ ਚੁਣੇ ਗਏ, ਤੁਸੀਂ ਇਹ ਗੱਲ ਬੋਲਣ ਦੇ ਲਈ ਨਹੀਂ ਚੁਣੇ ਗਏ ਆ ਕਿ ਕੌਣ ਚੰਗਾ ਤੇ ਕੌਣ ਮਾੜਾ ਆ, ਕਿਹੜਾ ਪਾਸਟਰ ਚੰਗਾ ਕਿਹੜਾ ਨਹੀਂ ਚੰਗਾ, ਕਿਹੜਾ ਪ੍ਰੋਫਿਟ ਚੰਗਾ ਕਿਹੜਾ ਸੱਚਾ ਕਿਹੜਾ ਝੂਠਾ। ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਬੋਲਣ ਦੀ, ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ ਇਸ ਵਿਸ਼ੇ ਦੇ ਉੱਪਰ ਕੰਮ ਕਰਨ ਦੀ, ਤੁਹਾਨੂੰ ਕੋਈ ਜ਼ਰੂਰਤ ਨਹੀਂ ਆ ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜਾਂ ਕਿਸੇ ਦਾ ਧਿਆਨ ਦਿਵਾਉਣ ਦੀ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਕਿਉਂਕਿ ਖੁਦਾ ਨੇ ਤੁਹਾਨੂੰ ਨਿਆਈ ਨਹੀਂ ਬਣਾਇਆ, ਤੁਹਾਨੂੰ ਪਾਸਟਰ ਬਣਾਇਆ, ਤੁਹਾਨੂੰ ਪ੍ਰੋਫਿਟ ਬਣਾਇਆ, ਤੁਹਾਨੂੰ ਵਿਸ਼ਵਾਸੀ ਬਣਾਇਆ, ਤੁਹਾਨੂੰ ਟੀਮ ਦੇ ਮੈਂਬਰ ਬਣਾਇਆ, ਤੁਹਾਨੂੰ ਵਰਸ਼ਿਪਰ ਬਣਾਇਆ। ਤੁਹਾਨੂੰ ਵਿਰੋਧਤਾ ਕਰਨ ਦੇ ਲਈ ਨਹੀਂ ਬਣਾਇਆ, ਨਾ ਹੀ ਤੁਹਾਨੂੰ ਨਿਆਂ ਕਰਨ ਦੇ ਲਈ ਬਣਾਇਆ। ਨਿਆਂ ਸਿਰਫ ਖੁਦਾ ਦਾ ਕੰਮ ਆ ਕਰਨਾ, ਔਰ ਖੁਦਾ ਦੀ ਜਗ੍ਹਾ ਆਪਣੇ ਆਪ ਨੂੰ ਨਾ ਰੱਖੋ। ਹਾਲੇਲੂਇਆ। ਔਰ ਕੀ ਹੁੰਦਾ ਜਦੋਂ ਪੌਲ ਨੂੰ ਦਰਸ਼ਨ ਹੁੰਦਾ ਖੁਦਾ ਦਾ, ਜਦੋਂ ਇਹ ਦਮਿਸ਼ਕ ਦੇ ਵਿੱਚ ਜਾਂਦਾ ਲੋਕਾਂ ਨੂੰ ਬੰਦੀ ਬਣਾਉਣ ਦੇ ਲਈ, ਮਸੀਹ ਲੋਕਾਂ ਨੂੰ ਜਿਹੜੇ ਬੰਦਗੀ ਕਰ ਰਹੇ ਆ, ਔਰ ਪਰਮਿਸ਼ਨ ਲੈ ਲੈਂਦਾ ਉਹਨਾਂ ਨੂੰ ਬੰਦੀ ਬਣਾਉਣ ਦੇ ਲਈ, ਔਰ ਜਾਂਦਾ ਰਾਸਤੇ ਦੇ ਵਿੱਚ ਯਿਸੂ ਮਸੀਹ ਨੂੰ ਦਰਸ਼ਨ ਦਿੰਦੇ, ਆਪਣੀ ਆਵਾਜ਼ ਸੁਣਾਉਂਦੇ ਆ। ਕਹਿੰਦੇ ਇਹ ਸੌਲੁਸ ਤੂੰ ਮੈਨੂੰ ਕਿਉਂ ਤੰਗ ਕਰਦਾ? ਕਹਿੰਦਾ ਪ੍ਰਭੂ ਜੀ ਤੂੰ ਕੌਣ ਆ? ਕਹਿੰਦੇ ਮੈਂ ਯਿਸੂ ਆ ਜਿਹਨੂੰ ਤੂੰ ਤੰਗ ਕਰਦਾ ਹੈ। ਔਰ ਬਾਈਬਲ ਕਹਿੰਦਾ ਅੰਨਾ ਹੋ ਗਿਆ ਤਾਂ ਜਦੋਂ ਇੱਕ ਕਮਰੇ ਤੱਕ ਪਹੁੰਚਾਇਆ ਗਿਆ, ਔਰ ਉੱਥੇ ਫਿਰ ਇੱਕ ਹਨਨੀਆ ਨਾਮ ਦਾ ਬੰਦਾ ਸੀਗਾ, ਜਿਹੜਾ ਕਿ ਖੁਦਾਵੰਦ ਦਾ ਬੰਦਾ ਸੀਗਾ, ਧਰਮੀ ਬੰਦਾ ਸੀਗਾ, ਔਰ ਖੁਦਾਵੰਦ ਨੇ ਉਹਦੇ ਤੱਕ ਆਪਣੀ ਆਵਾਜ਼ ਪਹੁੰਚਾਈ। ਕਹਿੰਦੇ ਹਨਨੀਆ ਫਲਾਣੀ ਜਗ੍ਹਾ ਦੇ ਉੱਪਰ ਇੱਕ ਸੌਲੁਸ ਨਾਮ ਦਾ ਬੰਦਾ ਠਹਿਰਿਆ ਆ, ਅੰਨਾ ਆ, ਪਰ ਮੈਂ ਤੈਨੂੰ ਹੁਕਮ ਕਰਦਾ ਕਿ ਤੂੰ ਜਾ ਕੇ ਉਹਦੀ ਅੱਖਾਂ ਤੇ ਹੱਥ ਰੱਖ ਕੇ ਦੁਆ ਕਰ। ਔਰ ਖੁਦਾ ਦੀ ਆਵਾਜ਼ ਨੂੰ ਸੁਣ ਕੇ ਹਨਨੀਆ ਉਸ ਥਾਂ ਦੇ ਉੱਪਰ ਪਹੁੰਚਦਾ, ਔਰ ਸੌਲੁਸ ਨੂੰ ਮਤਲਬ ਪੌਲੁਸ ਨੂੰ ਦੇਖਦਾ, ਔਰ ਉਹਦੀ ਅੱਖਾਂ ਦੇ ਉੱਪਰ ਹੱਥ ਰੱਖ ਕੇ ਦੁਆ ਕਰਦਾ, ਔਰ ਉਹਦੀ ਅੱਖਾਂ ਤੋਂ ਛਿਲਕੇ ਡਿੱਗਦੇ, ਔਰ ਉਹਨੂੰ ਦੇਖਣਾ ਸ਼ੁਰੂ ਹੋ ਜਾਂਦਾ। ਫਿਰ ਹਨਨੀਆ ਖੁਦਾ ਦੇ ਅੱਗੇ ਕੀ ਦੁਆ ਕਰਦਾ, ਮਤਲਬ ਖੁਦਾ ਦੇ ਨਾਲ ਗੱਲ ਕਰਦਾ, ਕੀ ਆਖਦਾ, ਜਦੋਂ 13 ਨੰਬਰ ਤੋਂ 16 ਤੱਕ ਪੜ੍ਹਦੇ ਹਾਂ। ਕਹਿੰਦੇ ਪਰ ਹਨਨੀਆ ਨੇ ਉੱਤਰ ਦਿੱਤਾ, ਪ੍ਰਭੂ ਜੀ ਮੈਂ ਬਹੁਤਿਆਂ ਕੋਲੋਂ ਇਸ ਮਨੁੱਖ ਦੀ ਗੱਲ ਸੁਣੀ ਆ ਜੋ ਇਹਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਦੇ ਨਾਲ ਕਿੰਨੀ ਵੱਡੀ ਬੁਰਾਈ ਕੀਤੀ ਆ। ਇਸਤੀਫਾਨ ਨੂੰ ਮਾਰਿਆ, ਉੱਥੇ ਖੜਾ ਸੀ, ਗਵਾਹ ਬਣਿਆ ਸੀਗਾ, ਪਥਰਾ ਕਰਕੇ ਉਹਨੂੰ ਜਾਨੋਂ ਮਾਰ ਦਿੱਤਾ ਤੇਰੇ ਚੇਲੇ ਨੂੰ। ਕਹਿੰਦਾ ਮੈਂ ਲੋਕਾਂ ਦੇ ਕੋਲੋਂ ਸੁਣਿਆ, ਔਰ ਤੇਰੇ ਸੰਤਾਂ ਦੇ ਨਾਲ ਵੀ ਇਹਨੇ ਕਿੰਨੀ ਵੱਡੀ ਬੁਰਾਈ ਕੀਤੀ ਆ। ਕਹਿੰਦੇ ਅਤੇ ਉਸਨੇ ਪ੍ਰਧਾਨ ਜਾਜਕਾਂ ਦੀ ਵੱਲੋਂ ਇਸ ਗੱਲ ਦੀ ਮੁਖਤਿਆਰੀ ਪਾਈ ਆ ਭਈ ਇੱਥੇ ਵੀ ਤੇਰਾ ਨਾਮ ਲੈਣ ਵਾਲਿਆਂ ਸਭਨਾਂ ਨੂੰ ਬੰਨ ਲਵੇ, ਬੰਦੀ ਬਣਾਉਣ ਦੇ ਲਈ ਆਇਆ ਸੀਗਾ। ਕਹਿੰਦੇ ਇਹ ਵੀ ਮੈਨੂੰ ਪਤਾ ਆ, ਪਰ ਖੁਦਾ ਨੇ ਉਹਨੂੰ ਕੀ ਕਿਹਾ। ਮਤਲਬ ਇੱਥੋਂ ਤੁਹਾਨੂੰ ਤੇ ਮੈਨੂੰ ਇਹ ਸਿੱਖਣ ਨੂੰ ਮਿਲਦਾ ਕਿ ਅਸੀਂ ਖੁਦਾ ਦੇ ਕੰਮ 'ਚ ਅੜਚਨ ਨਾ ਪਾਈਏ। ਖੁਦਾ ਜੋ ਕਰਦਾ ਚੰਗਾ ਕਰਦਾ, ਉਹਨੂੰ ਪਤਾ ਉਹਨੇ ਕਿੱਦਾਂ ਉਸ ਪਲਾਨ ਨੂੰ ਪੂਰਾ ਕਰਨਾ, ਕਿੱਦਾਂ ਉਸ ਮਿਸ਼ਨ ਨੂੰ ਪੂਰਾ ਕਰਨਾ। ਹਾਲੇਲੂਇਆ। ਹਨਨੀਆ ਪੌਲੁਸ ਦੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਸੀ, ਯਾਦ ਰੱਖਣਾ ਮੇਰੀ ਗੱਲ ਨੂੰ। ਪਤਰਸ ਪੌਲੁਸ ਦੀ ਤਰ੍ਹਾਂ ਕੰਮ ਨਹੀਂ ਕਰ ਸਕਦਾ ਸੀਗਾ, ਔਰ ਏਦਾਂ ਜਾਜਕਾਂ ਤੱਕ, ਰਾਜਿਆਂ ਤੱਕ, ਮਹਾਰਾਜਿਆਂ ਤੱਕ ਨਹੀਂ ਪਹੁੰਚ ਸਕਦਾ ਸੀਗਾ ਪਤਰਸ, ਨਾ ਹਨਨੀਆ। ਇਸੇ ਲਈ ਖੁਦਾਵੰਦ ਨੇ ਪੌਲੁਸ ਨੂੰ ਚੁਣਿਆ। ਖੁਦਾਵੰਦ ਦੇ ਕੰਮ 'ਚ ਵਿਘਨ ਨਹੀਂ ਪਾਉਣਾ, ਬੋਲ ਕੇ, ਬੁਰਾਈ ਕਰਕੇ, ਗਲਤ ਬੋਲ ਕੇ, ਗਲਤ ਟਿੱਪਣੀ ਕਰਕੇ, ਦੋਸ਼ ਲਾ ਕੇ, ਕਿਸੇ ਦੀ ਬੁਰਾਈ ਕਰਕੇ ਨਹੀਂ। ਅੱਜ ਕਈ ਲੋਕ ਪਾਸਟਰ ਦੀ ਬੁਰਾਈ ਕਰਦੇ ਆ, ਜਿਹੜੇ ਪਾਸਟਰ ਕਰ ਰਹੇ ਆਪਣਾ ਕੰਮ ਕਰ ਰਹੇ ਆ, ਠੀਕ ਆ। ਜੇ ਤੁਸੀਂ ਇਸ ਯੋਗ ਹੁੰਦੇ ਤਾਂ ਖੁਦਾ ਤੁਹਾਨੂੰ ਨਾ ਚੁਣਦਾ। ਜੇ ਤੁਸੀਂ ਉਸ ਮੁਕਾਮ ਤੱਕ ਖੁਦਾਵੰਦ ਦੇ ਨਾਮ ਨੂੰ ਲੈ ਕੇ ਜਾਂਦੇ ਕਿ ਖੁਦਾ ਤੁਹਾਨੂੰ ਨਾ ਚੁਣਦਾ। ਖੁਦਾ ਨੂੰ ਪਤਾ ਸੀਗਾ ਕਿ ਉਹ ਚੁਣਿਆ ਹੋਇਆ ਵਸੀਲਾ ਆ, ਤੇ ਉਹਦੀ ਫਿਰ ਬੁਰਾਈ ਕਰਨੀ ਤੁਹਾਨੂੰ ਸ਼ੋਭਾ ਨਹੀਂ ਦਿੰਦੀ।
ਕਿਸੇ ਦਾਸ ਦੇ ਬਾਰੇ ਗਲਤ ਬੋਲਣਾ ਤੁਹਾਡਾ ਹੱਕ ਨਹੀਂ ਆ। ਤੁਸੀਂ ਆਪਣੇ ਵੱਲ ਧਿਆਨ ਦਿਓ ਕਿ ਤੁਸੀਂ ਕਿਸ ਮਿਸ਼ਨ ਦਾ ਹਿੱਸਾ ਆ। ਉਹ ਖੁਦਾਵੰਦ ਦਾ ਦਾਸ ਜਿਸ ਮਿਸ਼ਨ ਦਾ ਹਿੱਸਾ ਉਹਨੂੰ ਬਣਾਇਆ ਗਿਆ, ਉਹ ਆਪਣੇ ਮਿਸ਼ਨ ਦੇ ਵਿੱਚ ਅੱਛੇ ਰੀਤੀ ਦੇ ਨਾਲ ਕੰਮ ਕਰਦਾ ਪਿਆ। ਔਰ ਤੁਸੀਂ ਜੋ ਤੁਹਾਨੂੰ ਮਿਸ਼ਨ ਮਿਲਿਆ, ਜੋ ਤੁਹਾਨੂੰ ਟਾਰਗੇਟ ਮਿਲਿਆ ਕਿ ਤੁਸੀਂ ਉਹਦੇ ਅਨੁਸਾਰ ਕੰਮ ਕਰ ਰਹੇ ਆ, ਮਿਹਨਤ ਕਰ ਰਹੇ ਆ, ਇਸ ਗੱਲ ਦੇ ਉੱਪਰ ਧਿਆਨ ਦੇਣ ਦੀ ਜ਼ਰੂਰਤ ਆ। ਦੂਸਰੇ ਦੇ ਵਿੱਚੋਂ ਕਮੀ ਕੱਢਣੀ ਬਹੁਤ ਸੌਖੀ ਆ, ਆਪਣੇ ਅੰਦਰੋਂ ਕਮੀ ਕੱਢਣੀ ਬਹੁਤ ਔਖੀ ਆ, ਲੱਭਣੀ ਵੀ ਬਹੁਤ ਔਖੀ ਆ ਆਪਣੇ ਅੰਦਰੋਂ। ਦੂਸਰੇ ਦੇ ਅੰਦਰੋਂ ਬਹੁਤ ਜਲਦੀ ਦਿਖ ਪੈਂਦੀ ਆ ਔਰ ਉਹਨੂੰ ਪਬਲਿਸ਼ਰ ਵੀ ਬਹੁਤ ਜਲਦੀ ਅਸੀਂ ਕਰ ਦਿੰਦੇ ਆ। ਪਰ ਆਪਣੇ ਅੰਦਰ ਜਿਹੜੀ ਕਮੀ ਹੁੰਦੀ ਆ, ਜੇ ਮੁਸ਼ਕਿਲ ਦੇ ਨਾਲ ਲੱਭ ਵੀ ਪੈਂਦੀ ਆ, ਉਹਨੂੰ ਅਸੀਂ ਹਾਈਡ ਕਰ ਦਿੰਦੇ ਆ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਦੁਨੀਆ ਦਾ ਸਭ ਤੋਂ ਔਖਾ ਕੰਮ ਇਹ ਆ ਕਿ ਆਪਣੇ ਅੰਦਰ ਕਮੀ ਨੂੰ ਲੱਭਣਾ ਔਰ ਉਹਨੂੰ ਦੂਰ ਕਰਨਾ। ਹਾਲੇਲੂਇਆ। ਫਿਰ ਖੁਦਾ ਨੇ ਕੀ ਕਿਹਾ ਹਨਨਿਆ ਨੂੰ? ਲਿਖਿਆ, ਪਰ ਪ੍ਰਭੂ ਨੇ ਉਹਨੂੰ ਆਖਿਆ, ਤੂੰ ਚਲਿਆ ਜਾ, ਤੂੰ ਚਲਿਆ ਜਾ। ਬੋਲਣ ਵਾਲੇ ਨੂੰ, ਵਿਰੋਧਤਾ ਕਰਨ ਵਾਲੇ ਨੂੰ, ਬੁਰਾ ਬੋਲਣ ਵਾਲੇ ਨੂੰ, ਦੋਸ਼ ਲਾਉਣ ਵਾਲੇ ਨੂੰ ਕੀ ਆਖਿਆ? ਕਹਿੰਦੇ ਤੂੰ ਚਲਿਆ ਜਾ। ਕਹਿੰਦੇ ਕਿਉਂ? ਜੋ ਉਹ ਮੇਰੇ ਲਈ ਇੱਕ ਚੁਣਿਆ ਹੋਇਆ ਵਸੀਲਾ ਆ, ਭਈ ਉਹ ਪਰਾਈਆਂ ਕੌਮਾਂ ਅਤੇ ਰਾਜਿਆਂ ਤੇ ਇਜ਼ਰਾਈਲ ਦੀ ਅੰਸ਼ ਦੇ ਅੱਗੇ ਮੇਰਾ ਨਾਮ ਪਹੁੰਚਾਵੇ। ਕਹਿੰਦੇ ਉਹ ਮੇਰਾ ਚੁਣਿਆ ਹੋਇਆ ਵਸੀਲਾ ਆ ਕਿ ਉਹ ਪਰਾਈ ਕੌਮ ਤੱਕ ਜਾਵੇ, ਰਾਜਿਆਂ ਤੱਕ ਪਹੁੰਚੇ, ਇਜ਼ਰਾਈਲ ਦੇ ਲੋਕਾਂ ਤੱਕ ਪਹੁੰਚੇ, ਮੇਰਾ ਨਾਮ ਪਹੁੰਚਾਵੇ ਉੱਥੇ ਤੱਕ। ਕਿਉਂਕਿ ਖੁਦਾਵੰਦ ਨੂੰ ਪਤਾ ਸੀ ਪਤਰਸ ਨਹੀਂ ਲੈ ਕੇ ਜਾ ਸਕਦਾ, ਬਾਕੀ ਚੇਲੇ ਨਹੀਂ ਲੈ ਕੇ ਜਾ ਸਕਦੇ, ਹਨਨਿਆ ਨਹੀਂ ਲੈ ਕੇ ਜਾ ਸਕਦਾ, ਪਰ ਪੌਲੁਸ ਦੇ ਅੰਦਰ ਇੱਕ ਇਦਾਂ ਦਾ ਜਜ਼ਬਾ ਆ ਕਿ ਇਹ ਲੈ ਕੇ ਜਾ ਸਕਦਾ। ਇਸੇ ਲਈ ਖੁਦਾ ਨੇ ਇਹਨੂੰ ਚੁਣਿਆ। ਕਿਉਂ? ਕਿਉਂਕਿ ਉਹ ਇੱਕ ਤਾਂ ਪੜ੍ਹਿਆ ਲਿਖਿਆ ਸੀਗਾ ਉਸ ਸਮੇਂ ਦਾ, ਇੱਕ ਉਸ ਸਮੇਂ ਦਾ ਉਹਨੇ ਅਹੁਦਾ ਲਿਆ ਹੋਇਆ ਸੀਗਾ, ਇੱਕ ਉਹਦੀ ਉੱਠਣੀ ਬੈਠਣੀ ਉਹਦਾ ਦੇ ਲੋਕਾਂ ਦੇ ਨਾਲ ਸੀਗੀ। ਹਾਲੇਲੂਇਆ। ਤੁਸੀਂ ਸਮਝੋ ਇਸ ਗੱਲ ਨੂੰ, ਖੁਦਾਵੰਦ ਨੇ ਕਿਉਂ ਉਹਨੂੰ ਚੁਣਿਆ? ਉਹਦਾ ਕਾਰਨ ਇਹ ਸੀਗਾ। ਬਾਈਬਲ ਦੀ ਗਹਿਰਾਈ 'ਚ ਜਾਓ ਤਾਂ ਤੁਹਾਨੂੰ ਪਤਾ ਲੱਗੇ। ਹਾਲੇਲੂਇਆ। ਕਹਿੰਦੇ ਮੇਰਾ ਚੁਣਿਆ ਹੋਇਆ ਵਸੀਲਾ ਆ। ਸਾਨੂੰ ਉਹਦੀ ਵਿਰੋਧਤਾ ਕਰਨ ਦੀ ਜ਼ਰੂਰਤ ਨਹੀਂ ਆ, ਕਿਉਂਕਿ ਤੁਹਾਨੂੰ ਲੱਗਦਾ ਕਿ ਉਹ ਇਦਾਂ ਕਰ ਰਿਹਾ, ਉਦਾਂ ਕਰ ਰਿਹਾ, ਇਦਾਂ ਕਰ ਰਿਹਾ, ਉਦਾਂ ਕਰ ਰਿਹਾ। ਨਹੀਂ, ਖੁਦਾ ਨੂੰ ਪਤਾ ਉਹਨੇ ਕੀ ਕੰਮ ਕਰਾਉਣਾ ਉਹਦੇ ਕੋਲ। ਹਾਲੇਲੂਇਆ। ਤੁਸੀਂ ਮਿਨਿਸਟਰਾਂ ਤੱਕ ਨਹੀਂ ਜਾ ਸਕਦੇ, ਤੁਸੀਂ ਸਰਕਾਰੀ ਅਫਸਰਾਂ ਤੱਕ ਨਹੀਂ ਜਾ ਸਕਦੇ, ਤੁਸੀਂ ਅੱਜ ਦੇ ਮਿਨਿਸਟਰਾਂ ਤੱਕ ਨਹੀਂ ਪਹੁੰਚ ਸਕਦੇ, ਪਰ ਜਿਹੜਾ ਪਹੁੰਚ ਸਕਦਾ ਤੁਸੀਂ ਉਹਦੇ ਲਈ ਦੁਆ ਤਾਂ ਕਰ ਸਕਦੇ ਆ। ਪਰ ਅਸੀਂ ਕੀ ਕਰਦੇ ਹਾਂ? ਅਸੀਂ ਉਹਦੀ ਵਿਰੋਧਤਾ ਕਰਦੇ ਹਾਂ, ਅਸੀਂ ਉਹਦੇ ਬਾਰੇ ਬੁਰਾ ਬੋਲਦੇ ਹਾਂ। ਤੁਹਾਨੂੰ ਸ਼ਾਇਦ ਪਤਾ ਨਹੀਂ ਉਹ ਖੁਦਾ ਦਾ ਚੁਣਿਆ ਹੋਇਆ ਵਸੀਲਾ ਹੈ ਜਿਹਦੇ ਬਾਰੇ ਵੀ ਤੁਸੀਂ ਬੋਲਦੇ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਹਾਲੇਲੂਇਆ। ਤੁਹਾਨੂੰ ਨਿਆਈ ਨਹੀਂ ਬਣਾਇਆ ਖੁਦਾ ਨੇ। ਜੇ ਕੋਈ ਗਲਤ ਕਰੇਗਾ, ਚਾਹੇ ਮੈਂ ਹੀ ਹਾਂ, ਅਗਰ ਗਲਤ ਕਰਾਂਗਾ ਤੇ ਮੈਂ ਆਪਣਾ ਹਿਸਾਬ ਦੇਵਾਂਗਾ ਖੁਦਾ ਨੂੰ। ਤੁਹਾਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਤੁਹਾਨੂੰ ਉਹਦਾ ਕੋਈ ਘਾਟਾ ਨਹੀਂ, ਕੋਈ ਵਾਅਦਾ ਨਹੀਂ ਆ। ਹਾਲੇਲੂਇਆ। ਪਰ ਜਿਸ ਮਿਸ਼ਨ ਦਾ ਹਿੱਸਾ ਤੁਹਾਨੂੰ ਖੁਦਾ ਨੇ ਬਣਾਇਆ, ਤੁਸੀਂ ਉਹਦੇ ਵਿੱਚ ਇਮਾਨਦਾਰੀ ਦੇ ਨਾਲ ਚੱਲੋ, ਉਸ ਮਿਸ਼ਨ ਨੂੰ ਸਕਸੈਸਫੁਲੀ ਜਿਹੜਾ ਆ ਕੰਪਲੀਟ ਕਰੋ, ਜਿੱਦਾਂ ਯਹੋਸ਼ੂਆ ਨੇ ਕੀਤਾ। ਹਾਲੇਲੂਇਆ। ਫਿਰ ਅੱਗੇ ਪੌਲ ਦੇ ਅੱਗੇ ਇੱਕ ਮਿਸ਼ਨ ਰੱਖਿਆ ਗਿਆ ਕਿ ਪਰਾਈਆਂ ਕੌਮਾਂ ਤੱਕ ਇਹਨੇ ਵਚਨ ਨੂੰ ਲੈ ਕੇ ਜਾਣਾ, ਰਾਜਿਆਂ ਤੱਕ ਵਚਨ ਨੂੰ ਲੈ ਕੇ ਜਾਣਾ, ਇਜ਼ਰਾਈਲੀ ਲੋਕਾਂ ਤੱਕ ਖੁਦਾਵੰਦ ਦੇ ਨਾਮ ਨੂੰ ਲੈ ਕੇ ਜਾਣਾ। ਉਹ ਡੈਫੀਨਿਟਲੀ ਲੈ ਕੇ ਗਿਆ। ਆਪਣੇ ਮਿਸ਼ਨ ਦਾ ਹਿੱਸਾ ਜਦੋਂ ਉਹ ਬਣਿਆ, ਜਦੋਂ ਉਹਨੂੰ ਮਿਸ਼ਨ ਦਾ ਇੱਕ ਹਿੱਸਾ ਬਣਾਇਆ ਗਿਆ, ਉਹਨੇ ਬੜੀ ਇਮਾਨਦਾਰੀ ਦੇ ਨਾਲ ਉਸ ਕੰਮ ਨੂੰ ਬਖੂਬੀ ਕੀਤਾ। ਕਿੱਦਾਂ ਕੀਤਾ? ਸਕਸੈਸਫੁਲੀ ਮਿਸ਼ਨ ਨੂੰ ਕਿੱਦਾਂ ਕੰਪਲੀਟ ਕੀਤਾ? ਫਾਕੇ ਕੱਟੇ, ਦੁੱਖਾਂ 'ਚ ਰਿਹਾ, ਠੰਡ 'ਚ ਬਿਨਾਂ ਕੱਪੜਿਆਂ ਤੋਂ ਰਿਹਾ, ਨਦੀਆਂ 'ਚ ਰਿਹਾ, ਸਮੁੰਦਰਾਂ ਦੇ ਵਿੱਚ ਰਿਹਾ, ਭੁੱਖਾ ਰਿਹਾ, ਪਿਆਸਾ ਰਿਹਾ। ਹਾਂ, ਕਿੰਨੀ ਲਾਗਜਬਾਜੀ ਸਹੀ, ਕਿੰਨੇ ਤਾਨੇ ਸੁਣੇ, ਕਿੰਨੀ ਮਾਰ ਖਾਧੀ, ਕਿੰਨੇ ਬੈਂਤ ਖਾਧੇ, ਕਿੰਨੇ 39 ਕੋੜੇ ਖਾਧੇ, 5 ਵਾਰੀ ਲਗਭਗ। ਯਿਸੂ ਮਸੀਹ ਨੇ 1 ਵਾਰੀ ਕੋੜੇ ਖਾਧੇ 39 ਔਰ ਉਹਨੇ 5 ਵਾਰੀ ਖਾਧੇ। ਦੇਖੋ ਕਿੱਦਾਂ ਮਿਸ਼ਨ ਸਕਸੈਸਫੁਲ ਹੋਏਗਾ। ਅਸੀਂ ਲੋਕ ਮਿਸ਼ਨ ਦਾ ਹਿੱਸਾ ਤਾਂ ਬਣ ਜਾਂਦੇ ਔਰ ਕਹਿੰਦੇ ਸੁਖੀ ਸੁਖੀ ਮਿਸ਼ਨ ਪੂਰਾ ਹੋ ਜਾਵੇ, ਬੜੇ ਸੁੱਖ ਦੇ ਨਾਲ ਮਿਸ਼ਨ ਪੂਰਾ ਹੋ ਜਾਵੇ। ਦੁੱਖਾਂ ਦੇ ਵਿੱਚੋਂ ਲੰਘਣਾ ਪਏਗਾ। ਹਾਲੇਲੂਇਆ। ਦੁੱਖਾਂ ਦੇ ਵਿੱਚੋਂ ਲੰਘਣਾ ਪੈਣਾ ਆ, ਫਿਰ ਮਿਸ਼ਨ ਸਕਸੈਸਫੁਲੀ ਹੋਏਗਾ, ਫਿਰ ਉਹ ਮੁਕਟ ਤੁਹਾਨੂੰ ਮਿਲੇਗਾ, ਫਿਰ ਤੁਸੀਂ ਅਚੀਵ ਕਰੋਗੇ ਜੋ ਤੁਹਾਡੇ ਸਾਹਮਣੇ ਖੁਦਾਵੰਦ ਨੇ ਰੱਖਿਆ ਹੈ। ਹਾਲੇਲੂਇਆ। ਕਹਿੰਦੇ ਜਿੱਤਣ ਵਾਲਾ ਜਿਹੜਾ ਆ ਮੁਕਟ ਦਾ ਹੱਕਦਾਰ ਆ, ਇਨਾਮ ਦਾ ਹੱਕਦਾਰ ਆ। ਨੈਕਸਟ ਵਰਸ ਤੁਹਾਨੂੰ ਮਿਸ਼ਨ ਦਾ ਹਿੱਸਾ ਦੱਸਦਾ ਮੈਂ ਕਿੱਦਾਂ ਬਣਨਾ ਹੈ। ਔਰ ਪੌਲ ਜਿਹੜਾ ਮਿਸ਼ਨ ਦਾ ਹਿੱਸਾ ਬਣਾਇਆ ਗਿਆ, ਉਹਨੇ ਸਕਸੈਸਫੁਲੀ ਮਿਸ਼ਨ ਨੂੰ ਕੰਪਲੀਟ ਕੀਤਾ। ਔਰ ਤੁਸੀਂ ਅਗਰ ਜਦੋਂ ਅੱਗੇ ਵਰਸਿਸ ਨੂੰ ਪੜ੍ਹੋਗੇ ਤੁਹਾਨੂੰ ਪਤਾ ਲੱਗਣਾ ਕਿੱਦਾਂ ਉਹਨੇ ਖੁਦਾ ਦੇ ਕੰਮ ਕੀਤੇ, ਕਿੱਦਾਂ ਉਹਨੇ ਲੰਗੜੇ ਚਲਾਏ, ਕਿੱਦਾਂ ਉਹਨੇ ਮੁਰਦੇ ਨੂੰ ਜ਼ਿੰਦਾ ਕੀਤਾ, ਕਿੱਦਾਂ ਉਹਨੇ ਲੋਕਾਂ ਤੱਕ ਵਚਨ ਨੂੰ ਸੁਣਾਇਆ, ਕਿੱਦਾਂ ਉਹਨੇ ਆਤਮ ਹੱਤਿਆ ਕਰਨ ਵਾਲਿਆਂ ਨੂੰ ਬਚਾਇਆ। ਤੁਸੀਂ ਅੱਗੇ ਪੜ੍ਹੋਗੇ ਤੁਹਾਨੂੰ ਪਤਾ ਲੱਗੇਗਾ ਕਿੱਦਾਂ ਰਾਜਿਆਂ ਤੱਕ ਵਚਨ ਨੂੰ ਲੈ ਕੇ ਗਿਆ, ਕਿੱਦਾਂ ਯਿਸੂ ਮਸੀਹ ਦੀ ਗਵਾਹੀ ਉੱਥੇ ਦਿੱਤੀ ਉਹਨੇ ਨਿਡਰ ਹੋ ਕੇ। ਹਾਲੇਲੂਇਆ।
ਨੈਕਸਟ ਵਰਸ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਜਦੋਂ ਤੁਸੀਂ ਮੇਰੇ ਨਾਲ ਹਿਜਕੀਏਲ ਦਾ ਪੁਸਤਕ ਓਪਨ ਕਰੋਗੇ, ਹਿਜਕੀਏਲ ਦਾ ਪੁਸਤਕ ਔਰ ਉਹਦਾ 2 ਨੰਬਰ ਅਧਿਆਇ ਮੇਰੇ ਨਾਲ ਓਪਨ ਕਰੋ। ਹਿਜਕੀਏਲ ਦਾ ਪੁਸਤਕ ਔਰ ਉਹਦਾ 2 ਨੰਬਰ ਅਧਿਆਇ, ਉਹਦਾ 1 ਨੰਬਰ ਤੋਂ 5 ਨੰਬਰ ਪੰਕਤੀ ਤੱਕ ਮੈਂ ਪੜ੍ਹਦਾ, ਤੁਸੀਂ ਸੁਣਨਾ ਬੜੇ ਧਿਆਨ ਦੇ ਨਾਲ। ਪਰਵਾਹ ਨਹੀਂ ਕਰਨੀ ਲੋਕ ਕਿੱਦਾਂ ਦੇ, ਡਰਨਾ ਨਹੀਂ ਹੈ ਲੋਕ ਕਿੱਦਾਂ ਦੇ ਕੀ ਕਹਿਣਗੇ, ਪਰ ਜੋ ਖੁਦਾ ਵੱਲੋਂ ਤੁਹਾਨੂੰ ਮਿਲ ਗਿਆ ਨਾ, ਬੋਲ ਦਿਓ। ਜੋ ਖੁਦਾ ਨੇ ਤੁਹਾਨੂੰ ਦੇ ਦਿੱਤਾ ਨਾ, ਮਸਾ ਦੇ ਦਿੱਤਾ, ਅਭਿਸ਼ੇਕ ਦੇ ਦਿੱਤਾ, ਉਹਦਾ ਇਸਤੇਮਾਲ ਕਰਕੇ ਖੁਦਾ ਦਾ ਕੰਮ ਕਰੋ। ਉਹਨੂੰ ਦਬਾਓ ਨਾ। ਜੋ ਤੋੜਾ ਤੁਹਾਨੂੰ ਦਿੱਤਾ ਨਾ, ਉਹਨੂੰ ਫੈਲਾ ਲਓ, ਉਹਨੂੰ ਵਧਾ ਲਓ। ਹਾਲੇਲੂਇਆ। ਸੁਣਨਾ ਬੜੇ ਧਿਆਨ ਦੇ ਨਾਲ। ਹਿਜਕੀਏਲ ਦੇ ਉੱਪਰ ਜਦੋਂ ਜ਼ਾਹਿਰ ਹੋਈ ਗੱਲ ਤੇ ਕੀ ਹੋਇਆ ਫਿਰ। ਹਿਜਕੀਏਲ ਦਾ ਪੁਸਤਕ ਉਹਦਾ 2 ਨੰਬਰ ਅਧਿਆਇ, ਉਹਦਾ 1 ਨੰਬਰ ਪੰਕਤੀ ਤੋਂ ਪੜ੍ਹਦਾ। ਮਿਸ਼ਨ ਮਿਲਿਆ ਹਿਜਕੀਏਲ ਨੂੰ। ਕੀ ਮਿਸ਼ਨ ਮਿਲਿਆ, ਕਿਸ ਮਿਸ਼ਨ ਦਾ ਹਿੱਸਾ ਬਣਾਇਆ ਗਿਆ ਔਰ ਕੀ ਟਾਰਗੇਟ ਮਿਲਿਆ ਉਹਨੂੰ। ਲਿਖਿਆ, ਉਸਨੇ ਮੈਨੂੰ ਆਖਿਆ, ਆਤਮਾ ਦੇ ਵਿੱਚ ਗੱਲਾਂ ਹੋ ਰਹੀਆਂ ਹਿਜਕੀਏਲ ਦੇ ਨਾਲ। ਕਹਿੰਦੇ ਉਸਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਤੂੰ ਆਪਣੇ ਪੈਰਾਂ ਉੱਤੇ ਖਲੋ। ਆਪਣੇ ਪੈਰਾਂ ਦੇ ਉੱਪਰ ਖਲੋ। ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦੇ ਤੈਂ ਮੇਰੇ ਨਾਲ ਗੱਲਾਂ, ਮੈਂ ਤੇਰੇ ਨਾਲ ਗੱਲਾਂ ਕਰਾਂਗਾ। ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦੇ ਉਸਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਤੂੰ ਆਪਣੇ ਪੈਰਾਂ ਦੇ ਉੱਤੇ ਖਲੋ ਅਤੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ। ਮਤਲਬ ਜਦ ਤੱਕ ਅਸੀਂ ਖਲੋਂਦੇ ਨਹੀਂ ਆ, ਆਤਮਾ 'ਚ ਅਸੀਂ ਖੜੇ ਨਹੀਂ ਹੁੰਦੇ ਆ, ਤਦ ਤੱਕ ਪਵਿੱਤਰ ਆਤਮਾ ਤੁਹਾਡੇ ਉੱਪਰ ਆਪਣਾ ਅਧਿਕਾਰ ਨਹੀਂ ਲੈ ਸਕਦਾ। ਅਗਰ ਤੁਸੀਂ ਡਿੱਗੇ ਪਏ ਆ, ਅਗਰ ਤੁਸੀਂ ਪਾਪ ਦੇ ਵਿੱਚ ਆ, ਬੁਰਾਈ ਦੇ ਵਿੱਚ ਆ, ਆਪਣੀਆਂ ਹੀ ਮਰਜ਼ੀਆਂ ਦੇ ਵਿੱਚ ਆ, ਆਪਣੀ ਮਨ ਮਰਜ਼ੀ ਦੇ ਨਾਲ ਉੱਠਦੇ ਆ, ਸੌਂਦੇ ਆ, ਬਹਿੰਦੇ ਆ, ਤਦ ਤੱਕ ਪਵਿੱਤਰ ਆਤਮਾ ਤੁਹਾਡੇ ਨਾਲ ਗੱਲ ਨਹੀਂ ਕਰੇਗਾ, ਤਦ ਤੱਕ ਖੁਦਾ ਤੁਹਾਡੇ ਨਾਲ ਗੱਲ ਨਹੀਂ ਕਰੇਗਾ। ਕਹਿੰਦੇ ਹਿਜਕੀਏਲ ਨੂੰ ਆਖਿਆ ਆ, ਕੀ ਆਖਿਆ, ਕਹਿੰਦੇ ਉਸਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤਰ, ਤੂੰ ਆਪਣੇ ਪੈਰਾਂ ਦੇ ਉੱਤੇ ਖਲੋ। ਖੜਾ ਹੋ, ਪਹਿਲਾਂ ਸਟੇਬਲ ਹੋ। ਡਿੱਗਣਾ ਖੜਨਾ ਬੰਦ ਕਰ। ਮੈਂ ਤੇਰੇ ਉੱਪਰ ਇੱਕ ਮਿਸ਼ਨ ਨੂੰ ਜ਼ਾਹਿਰ ਕਰਨਾ ਆ, ਮੈਂ ਤੈਨੂੰ ਇੱਕ ਟਾਰਗੇਟ ਦੇਣਾ ਆ, ਪਰ ਕਦੋਂ ਦਵਾਂਗਾ, ਜਦੋਂ ਤੂੰ ਖਲੋ ਜਾਵੇਂਗਾ। ਕਹਿੰਦੇ ਮੈਂ ਤੇਰੇ ਨਾਲ ਗੱਲਾਂ ਕਰਨੀਆਂ ਆ, ਪਹਿਲਾਂ ਖਲੋ ਜਾ, ਆਤਮਾ ਦੇ ਵਿੱਚ ਖੜਾ ਹੋ ਜਾ, ਮਜ਼ਬੂਤ ਹੋ ਜਾ। ਸ਼ੈਤਾਨ ਦੀਆਂ ਚਾਲਾਂ ਨੂੰ ਸਮਝ ਜਾ, ਕਿੱਥੇ ਉਹ ਗਿਰਾਉਣ ਦੀ ਕੋਸ਼ਿਸ਼ ਕਰਦਾ, ਕਿੱਥੇ ਉਹ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਦਾ, ਕਿੱਥੇ ਉਹ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦਾ। ਕਹਿੰਦੇ ਤੂੰ ਆਪਣੇ ਪੈਰਾਂ ਦੇ ਉੱਪਰ ਖਲੋ, ਮੈਂ ਤੇਰੇ ਨਾਲ ਗੱਲਾਂ ਕਰਨੀਆਂ ਆ। ਲਿਖਿਆ, ਤਦੋਂ ਉਹ ਮੈਨੂੰ ਇਉਂ ਬੋਲਿਆ ਤਾਂ ਆਤਮਾ ਮੇਰੇ ਵਿੱਚ ਆਇਆ। ਹਾਲੇਲੂਇਆ। ਮਤਲਬ ਅਗਰ ਤੁਸੀਂ ਖੜੇ ਹੋਵੋਗੇ, ਖੁਦਾ ਤੁਹਾਨੂੰ ਬੋਲੇਗਾ ਔਰ ਪਵਿੱਤਰ ਆਤਮਾ ਤੁਹਾਡੇ ਅੰਦਰ ਆ ਜਾਏਗਾ, ਤੁਹਾਡੇ ਉੱਪਰ ਆ ਜਾਏਗਾ। ਫਿਰ ਜਦੋਂ ਆਤਮਾ ਕਹਿੰਦੇ ਅੰਦਰ ਆਇਆ ਤੇ ਉਹਨੇ ਕੀ ਕੀਤਾ, ਕਹਿੰਦੇ ਮੈਨੂੰ ਪੈਰਾਂ ਦੇ ਉੱਤੇ ਖੜਾ ਕੀਤਾ, ਤਦ ਮੈਂ ਉਹਦੀ ਸੁਣੀ ਜਿਹੜਾ ਮੇਰੇ ਨਾਲ ਬੋਲਦਾ ਸੀਗਾ। ਹਾਲੇਲੂਇਆ। ਕਿੰਨੀਆਂ ਗੱਲਾਂ ਇਸੇ 2 ਵਰਸਿਸ ਦੇ ਵਿੱਚ ਆ ਕਿ ਆਤਮਾ ਦੇ ਵਿੱਚ ਅਗਰ ਖੜੇ ਹੋਵੋਗੇ ਤਾਂ ਉਹ ਬੋਲੇਗਾ, ਤਾਂ ਉਹ ਮਿਸ਼ਨ ਦੇਗਾ, ਤਾਂ ਉਹ ਇੱਕ ਟਾਰਗੇਟ ਦੇਗਾ। ਫਿਰ ਜਦੋਂ ਤੁਸੀਂ ਖੜੇ ਹੋਵੋਗੇ ਤਾਂ ਉਹ ਫਿਰ ਤੁਹਾਡੇ ਨਾਲ ਬੋਲੇਗਾ ਔਰ ਤੁਹਾਨੂੰ ਖੜਾ ਕਰੇਗਾ, ਫਿਰ ਮਜ਼ਬੂਤ ਕਰ ਦੇਗਾ। ਤੁਸੀਂ ਸਿਰਫ ਖੜੇ ਹੋਣਾ ਆ, ਉਹਨੇ ਤੁਹਾਨੂੰ ਮਜ਼ਬੂਤ ਕਰ ਦੇਣਾ, ਤੁਹਾਡੀਆਂ ਨੀਹਾਂ ਨੂੰ ਮਜ਼ਬੂਤ ਕਰ ਦੇਣਾ ਆ, ਤੁਹਾਡੇ ਪੂਰੇ ਆਤਮਿਕ ਘਰ ਨੂੰ ਮਜ਼ਬੂਤ ਕਰ ਦੇਣਾ। ਸ਼ੈਤਾਨ ਗਿਰਾ ਨਹੀਂ ਸਕਦਾ। ਹਾਲੇਲੂਇਆ। ਕਹਿੰਦੇ ਫਿਰ ਉਹ ਜੋ ਮੇਰੇ ਨਾਲ ਬੋਲਿਆ, ਕੀ ਬੋਲਿਆ, ਫਿਰ ਉਹਨੇ ਤੁਹਾਨੂੰ ਇੱਕ ਮਿਸ਼ਨ ਦੇ ਦਿੱਤਾ, ਉਹਨੂੰ ਇੱਕ ਮਿਸ਼ਨ ਦਿੱਤਾ। ਕੀ ਮਿਸ਼ਨ ਦਿੱਤਾ, ਸੁਣਨਾ ਬੜੇ ਧਿਆਨ ਦੇ ਨਾਲ। ਕਹਿੰਦੇ ਉਹਨੇ ਮੈਨੂੰ ਆਖਿਆ ਕਿ ਹੇ ਆਦਮੀ ਦੇ ਪੁੱਤਰ, ਮੈਂ ਤੈਨੂੰ ਇਜ਼ਰਾਈਲੀਆਂ ਦੇ ਕੋਲ ਅਥਵਾ ਉਹਨਾਂ ਆਕੀ ਕੌਮਾਂ ਦੇ ਕੋਲ ਜਿਹੜੀਆਂ ਮੇਰੇ ਵਿਰੁੱਧ ਆਕੀ ਹੋ ਗਈਆਂ ਆ, ਘੱਲਦਾ ਆ। ਮੈਂ ਇਜ਼ਰਾਈਲੀ ਲੋਕਾਂ ਦੇ ਨਾਲ ਤੈਨੂੰ ਤਾਲਮੇਲ ਕਰਾਉਣਾ ਚਾਹੁੰਦਾ, ਜਿਹੜੇ ਆਕੀ ਹੋ ਗਏ, ਜਿਹੜੇ ਭਟਕ ਗਏ, ਆਪਣੇ ਰਾਹ ਤੋਂ ਭੁੱਲ ਗਏ ਆ, ਪੁਰਾਣਾ ਜੀਵਨ ਭੁੱਲ ਗਏ ਆ, ਗੁਲਾਮੀ ਭੁੱਲ ਗਏ ਆ, ਦੁੱਖ ਨੂੰ ਭੁੱਲ ਗਏ ਆ, ਪਰੇਸ਼ਾਨੀਆਂ ਨੂੰ। ਮੈਂ ਉਹਨਾਂ ਤੱਕ ਤੈਨੂੰ ਪਹੁੰਚਾਉਣਾ ਚਾਹੁੰਦਾ ਹੈ। ਆਕੀ ਹੋ ਗਏ ਆ ਉਹ ਲੋਕ। ਕਹਿੰਦੇ ਮੈਂ ਤੈਨੂੰ ਉਹਨਾਂ ਦੇ ਕੋਲ ਘੱਲਦਾ ਆ। ਉਹ ਅਤੇ ਉਹਨਾਂ ਦੇ ਪਿਓ ਦਾਦੇ ਅੱਜ ਦੇ ਦਿਨ ਤੱਕ ਮੇਰੇ ਅਪਰਾਧੀ ਹੁੰਦੇ ਆਏ ਆ, ਸ਼ੁਰੂ ਤੋਂ ਹੁਣ ਤੱਕ ਅਪਰਾਧੀ ਹੁੰਦੇ ਆਏ ਆ। ਬੱਚੇ ਢੀਠ ਹੋ ਗਏ ਆ ਅਤੇ ਪੱਥਰ ਦਿਲ ਹਨ। ਮੈਂ ਤੈਨੂੰ ਉਹਨਾਂ ਦੇ ਕੋਲ ਘੱਲ ਰਿਹਾ ਆ, ਤੂੰ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾ ਇਉਂ ਫਰਮਾਉਂਦਾ ਆ, ਸੋ ਭਾਵੇਂ ਉਹ ਸੁਣਨ ਜਾਂ ਨਾ ਸੁਣਨ, ਕਿਉਂ ਜੋ ਉਹ ਤਾਂ ਇੱਕ ਆਕੀ ਘਰਾਣਾ ਆ, ਪਰ ਉਹ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਹੋਇਆ ਆ। ਬੋਲੋ ਹਾਲੇਲੂਇਆ। ਹਿਜਕੀਏਲ ਨਬੀ ਦੇ ਉੱਪਰ ਇੱਕ ਮਿਸ਼ਨ ਉਹਨੂੰ ਮਿਲ ਗਿਆ ਕਿ ਤੂੰ ਖੁਦਾ ਦੇ ਲੋਕਾਂ ਨੂੰ ਜਿਹੜੇ ਆਕੀ ਹੋ ਗਏ ਆ, ਉਹਨਾਂ ਨੂੰ ਇਹ ਦੱਸ, ਉਹਨਾਂ ਨੂੰ ਖੁਦਾ ਦੇ ਗੱਲਾਂ ਦੇ ਬਾਰੇ ਦੱਸ, ਦੁੱਖਾਂ ਦੇ ਬਾਰੇ ਦੱਸ। ਖੁਦਾ ਨੇ ਕਿੱਦਾਂ ਤੁਹਾਨੂੰ ਆਜ਼ਾਦ ਕੀਤਾ, ਕਿੱਦਾਂ ਤੁਹਾਨੂੰ ਛੁਡਾਇਆ ਔਰ ਕਿੱਦਾਂ ਅੱਗੇ ਵੀ ਤੁਹਾਨੂੰ ਉਹ ਛੁਡਾਏਗਾ। ਇੱਕ ਮਿਸ਼ਨ ਦਾ ਹਿੱਸਾ ਬਣਾ ਦਿੱਤਾ ਹਿਜਕੀਏਲ ਨੂੰ ਔਰ ਇੱਕ ਟਾਰਗੇਟ ਉਹਨੂੰ ਦੇ ਦਿੱਤਾ ਕਿ ਆਕੀ ਲੋਕਾਂ ਦੇ ਕੋਲ ਜਾਣਾ ਹੈ। ਡਰਨਾ ਨਹੀਂ ਆ, ਬੇਧੜਕ ਹੋ ਕੇ ਬੋਲ ਦੇਣਾ ਹੈ, ਬੇਧੜਕ ਹੋ ਕੇ ਤੂੰ ਮੇਰੀਆਂ ਗੱਲਾਂ ਨੂੰ ਦੱਸ ਦੇਣਾ ਹੈ।
ਉੱਦਾਂ ਚਾਹੁੰਦਾ ਤੇ ਨਹੀਂ ਦੱਸ ਸਕਦਾ ਸੀਗਾ, ਉੱਦਾਂ ਚਾਹੁੰਦਾ ਤੇ ਨਹੀਂ ਬੋਲ ਸਕਦਾ ਸੀਗਾ, ਪਰ ਸ਼ੁਰੂਆਤ ਦੇ ਵਿੱਚ ਉਹਨੂੰ ਮਸਾ ਮਿਲਿਆ, ਸ਼ੁਰੂਆਤ ਦੇ ਵਿੱਚ ਉਹਨੂੰ ਅਭਿਸ਼ੇਕ ਮਿਲਿਆ। ਕੀ ਮਿਲਿਆ? ਕਹਿੰਦੇ ਤੂੰ ਆਪਣੇ ਪੈਰਾਂ ਦੇ ਉੱਪਰ ਖਲੋ ਜਾ, ਮੈਂ ਤੇਰੇ ਨਾਲ ਗੱਲ ਕਰਨੀ ਹੈ। ਕਹਿੰਦੇ ਆਤਮਾ ਮੇਰੇ ਅੰਦਰ ਆਇਆ, ਮੇਰੇ ਉੱਪਰ ਆਇਆ। ਕਦੋਂ? ਕਹਿੰਦੇ ਜਦੋਂ ਮੈਂ ਖੜੋ ਗਿਆ। ਔਰ ਉਹ ਮੇਰੇ ਅੰਦਰ ਆਇਆ, ਉਹਨੇ ਕੀ ਕੀਤਾ? ਮੈਨੂੰ ਮੇਰੇ ਪੈਰਾਂ ਦੇ ਉੱਪਰ ਖੜਾ ਕਰ ਦਿੱਤਾ, ਮੈਨੂੰ ਮਜ਼ਬੂਤ ਕਰ ਦਿੱਤਾ, ਮੈਨੂੰ ਸਟਰੋਂਗ ਕਰ ਦਿੱਤਾ। ਹਾਲੇਲੂਇਆ। ਮੈਨੂੰ ਅਭਿਸ਼ੇਕ ਦੇ ਦਿੱਤਾ, ਮੈਨੂੰ ਸਾਮਰਥ ਦੇ ਦਿੱਤਾ, ਜਿਹਦੇ ਦੁਆਰਾ ਮੈਂ ਇਹ ਚੀਜ਼ਾਂ ਜਿਹੜੀਆਂ ਲੋਕਾਂ ਤੱਕ ਪਹੁੰਚਾ ਪਾਵਾਂਗਾ, ਲੋਕਾਂ ਤੱਕ ਲੈ ਕੇ ਜਾਵਾਂਗਾ, ਖੁਦਾ ਦੇ ਇਜ਼ਰਾਈਲੀ ਲੋਕਾਂ ਤੱਕ ਪਹੁੰਚਾਵਾਂਗਾ ਕਿ ਹਾਂ ਤੁਸੀਂ ਕੀ ਹੋ ਗਏ ਆ, ਤੁਸੀਂ ਭੁੱਲ ਗਏ ਆਪਣੇ ਸਿਰਜਣਹਾਰ ਨੂੰ, ਤੁਸੀਂ ਭੁੱਲ ਗਏ ਆਪਣੇ ਪਰਮੇਸ਼ਵਰ ਨੂੰ, ਜਿਹਨੇ ਤੁਹਾਨੂੰ ਗੁਲਾਮੀ ਤੋਂ ਆਜ਼ਾਦ ਕੀਤਾ, ਜਿਹਨੇ ਤੁਹਾਨੂੰ ਦੁੱਖਾਂ ਤੋਂ ਆਜ਼ਾਦ ਕੀਤਾ, ਜਿਹਨੇ ਤੁਹਾਨੂੰ ਬਿਮਾਰੀ ਤੋਂ ਆਜ਼ਾਦ ਕੀਤਾ, ਜਿਹਨੇ ਤੁਹਾਨੂੰ ਉਹਨਾਂ ਰਾਜਿਆਂ ਤੋਂ ਜਿਹੜੇ ਤੁਹਾਡੇ ਵਰਖਲਾਫ ਸੀਗੇ, ਤੁਹਾਨੂੰ ਗੁਲਾਮ ਬਣਾਉਣ ਦੀ ਅਸੀਰੀ ਦੇ ਵਿੱਚ ਲੈ ਕੇ ਜਾਣ ਵਾਲੇ ਸੀਗੇ, ਉਹਨਾਂ ਤੋਂ ਆਜ਼ਾਦ ਕੀਤਾ। ਕਹਿੰਦੇ ਤੂੰ ਉਹਨਾਂ ਨੂੰ ਦੱਸ, ਚਾਹੇ ਉਹ ਮੰਨਣ ਤੇ ਚਾਹੇ ਨਾ ਮੰਨਣ। ਉਹ ਲੋਕ ਕੀ ਹੋ ਗਏ ਆ, ਪਰ ਕਹਿੰਦੇ ਇੰਨਾ ਜਾਣ ਲੈਣਗੇ ਕਿ ਉਹਨਾਂ ਦੇ ਵਿੱਚ ਇੱਕ ਨਬੀ ਖੜਾ ਹੋਇਆ ਜਿਹਦਾ ਨਾਮ ਹਿਜ਼ਕੀਏਲ ਆ। ਬੋਲੋ ਹਾਲੇਲੂਇਆ। ਇਹ ਮਿਸ਼ਨ ਦਾ ਹਿੱਸਾ ਬਣਾਇਆ ਗਿਆ। ਹਿਜ਼ਕੀਏਲ ਨੂੰ ਇੱਕ ਟਾਰਗੇਟ ਉਹਨੂੰ ਦਿੱਤਾ ਗਿਆ ਬੋਲਣ ਦੇ ਲਈ। ਉਸ ਤੋਂ ਬਾਅਦ ਨੈਕਸਟ ਵਰਸ ਤੁਸੀਂ ਮੇਰੇ ਨਾਲ ਜਦੋਂ ਓਪਨ ਕਰੋਗੇ, ਯੋਨਾ ਦਾ ਪੁਸਤਕ ਖੋਲੋ ਮੇਰੇ ਨਾਲ। ਯੋਨਾ ਦਾ ਯੋਨਾ ਉਹਦਾ 1 ਨੰਬਰ ਅਧਿਆਇ ਔਰ ਉਹਦਾ 1 ਤੋਂ 3 ਨੰਬਰ ਪੰਕਤੀ। ਯੋਨਾ ਨੂੰ ਵੀ ਇੱਕ ਮਿਸ਼ਨ ਦਾ ਹਿੱਸਾ ਬਣਾਇਆ ਗਿਆ, ਇੱਕ ਟਾਰਗੇਟ ਦਿੱਤਾ ਗਿਆ। ਕੀ ਦਿੱਤਾ ਗਿਆ? ਕਿ ਤੂੰ ਨੀਨਵਾ ਦੇ ਲੋਕਾਂ ਤੱਕ ਪਹੁੰਚਣਾ ਆ। ਉਹਨਾਂ ਦੇ ਪਾਪ ਦਾ ਰੌਲਾ ਕਹਿੰਦੇ ਮੇਰੇ ਤੱਕ ਪਹੁੰਚ ਗਿਆ ਆ। ਖੁਦਾਵੰਦ ਨੇ ਆਖਿਆ ਕਿ ਉਹਨਾਂ ਦੇ ਪਾਪ ਦਾ ਰੌਲਾ ਮੇਰੇ ਤੱਕ ਪਹੁੰਚ ਗਿਆ, ਹੁਣ ਤੂੰ ਕੀ ਕਰ? ਉਹਨਾਂ ਨੂੰ ਜਾ ਕੇ ਉਹਨਾਂ ਦੇ ਪਾਪਾਂ ਦੇ ਬਾਰੇ ਦੱਸ ਕਿ ਉਹ ਤੌਬਾ ਕਰਨ, ਉਹ ਮੁੜਨ। ਔਰ ਕੀ ਹੋਇਆ? ਯੋਨਾ ਡਰ ਗਿਆ ਉਹਨਾਂ ਲੋਕਾਂ ਤੋਂ। ਲੋਕਾਂ ਦੀ ਪਰਵਾਹ ਕਰੋਗੇ ਤਾਂ ਤੁਸੀਂ ਖੁਦਾ ਦਾ ਕੰਮ ਨਹੀਂ ਕਰ ਸਕਦੇ। ਲੋਕ ਚਾਹੇ ਕਿੰਨੇ ਵੀ ਅਮੀਰ ਕਿਉਂ ਨਾ ਹੋਣ, ਕਿੰਨੇ ਵੀ ਪਾਵਰਫੁਲ ਕਿਉਂ ਨਾ ਹੋਣ, ਤੁਸੀਂ ਦੇਖੋ ਤੁਸੀਂ ਇੱਕ ਚੁਣਿਆ ਹੋਇਆ ਉਹਦਾ ਵਸੀਲਾ ਆ, ਔਰ ਜਿਹਨੂੰ ਉਹਨੇ ਚੁਣ ਲਿਆ ਉਹਨੂੰ ਉਹ ਸਖਣਾ ਨਹੀਂ ਰਹਿਣ ਦਿੰਦਾ, ਉਹਨੂੰ ਕਮਜ਼ੋਰ ਨਹੀਂ ਰਹਿਣ ਦਿੰਦਾ, ਉਹਨੂੰ ਡਿੱਗਿਆ ਨਹੀਂ ਰਹਿਣ ਦਿੰਦਾ, ਜਿਹਨੂੰ ਖੁਦਾ ਨੇ ਚੁਣ ਲਿਆ ਆ। ਬੋਲੋ ਹਾਲੇਲੂਇਆ। ਜਿਹਨੇ ਤੁਹਾਨੂੰ ਚੁਣਿਆ ਆ, ਜੇ ਪੌਲਸ ਨੂੰ ਚੁਣਿਆ ਹੋਇਆ ਉਹਦਾ ਵਸੀਲਾ ਆ, ਤੇ ਖੁਦਾ ਨੇ ਉਹਨੂੰ ਸਾਮਰਥ ਵੀ ਉਹਦਾ ਦਿੱਤਾ, ਅਭਿਸ਼ੇਕ ਵੀ ਉਹਦਾ ਦਾ ਦਿੱਤਾ। ਡਰਿਆ ਨਹੀਂ ਕਿਸੇ ਦੇ ਅੱਗੇ, ਮੌਤ ਤੋਂ ਵੀ ਨਹੀਂ ਡਰਿਆ। ਸਿਰ ਵੀ ਕਲਮ ਹੋਣ ਲੱਗਾ, ਫਿਰ ਵੀ ਕਹਿੰਦਾ ਮੈਂ ਦੇਖ ਰਿਹਾ ਆ ਖੁਦਾਵੰਦ ਨੂੰ ਆਪਣੇ ਸਾਹਮਣੇ। ਔਰ ਹੱਸਦੇ ਉਹਨੇ ਆਪਣਾ ਸਿਰ ਕਲਮ ਕਰਵਾ ਲਿਆ ਖੁਦਾਵੰਦ ਦੇ ਲਈ। ਉਹ ਮਸਾ ਹੀ ਤੁਹਾਨੂੰ ਉਹਦਾ ਦਾ ਦਿੰਦਾ, ਤੁਹਾਨੂੰ ਅਭਿਸ਼ੇਕ ਹੀ ਉਹਦਾ ਦਾ ਦਿੰਦਾ। ਪਤਰਸ ਕਹਿੰਦਾ ਮੈਂ ਇਸ ਯੋਗ ਨਹੀਂ ਆ। ਜਦੋਂ ਪਤਰਸ ਨੂੰ ਵੀ ਸਲੀਬ ਦੇ ਉੱਪਰ ਚੜਾਇਆ ਗਿਆ, ਮਾਰਿਆ ਗਿਆ, ਜਦੋਂ ਕਹਿੰਦਾ ਮੈਂ ਇਸ ਯੋਗ ਨਹੀਂ ਆ ਕਿ ਉਹਦੀ ਬਰਾਬਰੀ ਕਰਾਂ। ਕਹਿੰਦਾ ਮੈਨੂੰ ਤੁਸੀਂ ਉਲਟਾ ਸਲੀਬ ਦਿਓ ਕਿ ਜਿੱਥੇ ਉਹਦੇ ਪੈਰ ਸੀਗੇ ਉੱਥੇ ਮੇਰਾ ਸਿਰ ਹੋਵੇ। ਔਰ ਪਤਰਸ ਨੂੰ ਉਲਟਾ ਸਲੀਬ ਚੜਾਇਆ ਗਿਆ। ਉਹਦੇ ਹੱਥ ਦੋਨੇ ਥੱਲੇ ਸੀਗੇ, ਸਿਰ ਥੱਲੇ ਸੀਗਾ ਔਰ ਪੈਰ ਉੱਪਰ ਸੀਗੇ। ਐਦਾਂ ਉਹਦੀ ਜਿਹੜੀ ਕੁਰਬਾਨੀ ਉਹਨੇ ਦਿੱਤੀ, ਜਾਨ ਆਪਣੀ ਦਿੱਤੀ। ਹਾਲੇਲੂਇਆ। ਖੁਦਾਵੰਦ ਸਾਨੂੰ ਤੁਹਾਨੂੰ ਸੁਣ ਕੇ ਐਦਾਂ ਦਾ ਬੜਾ ਫੀਲ ਹੁੰਦਾ ਕਿ ਕਿੰਨਾ ਉਹਨਾਂ ਨੇ ਕੁਰਬਾਨੀ ਦਿੱਤੀ ਆਪਣੀ। ਔਰ ਜਿਨ੍ਹਾਂ ਨੇ ਕੁਰਬਾਨੀ ਦਿੱਤੀ, ਖੁਦਾ ਉਹਨਾਂ ਨੂੰ ਮਸਾ ਵੀ ਉਦਾਰਾ ਦਿੰਦਾ, ਅਭਿਸ਼ੇਕ ਵੀ ਉਹਦਾ ਦਿੰਦਾ, ਉਹਨਾਂ ਨੂੰ ਖੁਦਾਵੰਦ ਪਾਵਰਫੁਲ ਬਣਾ ਦਿੰਦਾ। ਹਾਲੇਲੂਇਆ। ਔਰ ਯੋਨਾ ਨੂੰ ਜਦੋਂ ਖੁਦਾ ਨੇ ਚੁਣਿਆ, ਜਦੋਂ ਖੁਦਾ ਨੇ ਉਹਦੇ ਅੱਗੇ ਮਿਸ਼ਨ ਰੱਖਿਆ, ਖੁਦਾ ਨੇ ਉਹਨੂੰ ਇੱਕ ਟਾਰਗੇਟ ਦਿੱਤਾ ਕਿ ਨੀਨਵਾ ਦੇ ਲੋਕਾਂ ਨੂੰ ਦੱਸ। ਉਹ ਲੋਕਾਂ ਤੋਂ ਡਰ ਗਿਆ। ਬਾਈਬਲ ਕਹਿੰਦਾ ਤਰਸ਼ੀਸ਼ ਨੂੰ ਭੱਜ ਗਿਆ। ਔਰ ਤਰਸ਼ੀਸ਼ ਨੂੰ ਭੱਜਣ ਦੇ ਨਾਲ ਕੀ ਹੋਇਆ? ਫਿਰ ਦੁੱਖ ਮੁਸੀਬਤਾਂ ਆਈਆਂ, ਮਿਸ਼ਨ ਤੋਂ ਬਾਹਰ ਹੋਏ, ਟਾਰਗੇਟ ਤੋਂ ਬਾਹਰ ਹੋਏ। ਅੱਜ ਤੁਹਾਨੂੰ ਵੀ ਉਹਨੇ ਮਿਸ਼ਨ ਦਿੱਤਾ, ਤੁਹਾਨੂੰ ਵੀ ਇੱਕ ਟਾਰਗੇਟ ਦਿੱਤਾ ਆ ਸਵਰਗ ਤੱਕ ਆਪਣੇ ਆਪ ਨੂੰ ਲੈ ਕੇ ਜਾਣ ਦਾ। ਹੋਰਾਂ ਨੂੰ ਤੁਸੀਂ ਕੀ ਲੈ ਕੇ ਜਾਣਾ? ਮੈਂ ਕਹਿੰਦਾ ਆਪਣੇ ਆਪ ਨੂੰ ਲੈ ਜਾਓ, ਇੰਨਾ ਹੀ ਬਹੁਤ ਵੱਡੀ ਗੱਲ ਆ। ਔਰ ਜਿਹੜਾ ਬੰਦਾ ਟਾਰਗੇਟ ਤੋਂ ਭੱਜਦਾ ਆ, ਮਿਸ਼ਨ ਤੋਂ ਭੱਜਦਾ ਆ, ਤਾਂ ਹੋ ਸਕਦਾ ਤੁਹਾਨੂੰ ਉਹਨੇ ਵਰਸ਼ਿਪਰ ਬਣਾਇਆ ਹੋਵੇ, ਚੁਣਿਆ ਹੋਵੇ, ਹੋ ਸਕਦਾ ਤੁਹਾਨੂੰ ਉਹਨੇ ਮੈਜੀਸ਼ੀਅਨ ਬਣਾਇਆ ਹੋਵੇ, ਤੁਸੀਂ ਵਜਾਉਂਦੇ ਹੋਵੋ ਖੁਦਾਵੰਦ ਦੀ ਮਹਿਮਾ ਦੇ ਲਈ, ਕੋਈ ਸਾਜ਼ ਵਜਾਉਂਦੇ ਹੋਵੋ, ਪਰ ਅਗਰ ਤੁਸੀਂ ਮਿਸ਼ਨ ਤੋਂ ਭੱਜਦੇ ਆ ਤਾਂ ਫਿਰ ਦੇਖੋ ਕਿੱਦਾਂ ਦੁੱਖ ਤਕਲੀਫਾਂ ਆਉਂਦੀਆਂ। ਜਦੋਂ ਯੋਨਾ ਭੱਜਿਆ ਆਪਣੇ ਮਿਸ਼ਨ ਤੋਂ, ਟਾਰਗੇਟ ਤੋਂ, ਫਿਰ ਕੀ ਹੋਇਆ? 1 ਨੰਬਰ ਪੰਕਤੀ ਤੋਂ ਮੈਂ ਪੜ੍ਹਦਾ, ਸੁਣਨਾ ਬੜੇ ਧਿਆਨ ਦੇ ਨਾਲ। ਯੋਨਾ ਦਾ ਪੁਸਤਕ ਉਹਦਾ 1 ਨੰਬਰ ਅਧਿਆਇ ਉਹਦਾ 1 ਨੰਬਰ ਹੀ ਪੰਕਤੀ। ਲਿਖਿਆ ਯਹੋਵਾ ਦੀ ਬਾਣੀ ਅਮਿਤਈ ਦੇ ਪੁੱਤਰ ਯੋਨਾ ਨੂੰ ਆਈ ਕਿ ਉੱਠ, ਉਸ ਵੱਡੇ ਸ਼ਹਿਰ ਨੀਨਵਾ ਨੂੰ ਜਾ ਅਤੇ ਉਸ ਦੇ ਵਿਰੁੱਧ ਪੁਕਾਰ, ਕਿਉਂ ਜੋ ਉਹਨਾਂ ਦੀ ਬੁਰੀਆਈ ਮੇਰੇ ਸਨਮੁਖ ਉਤਾਹਾਂ ਆਈ ਆ। ਪਰ ਯੋਨਾ ਯਹੋਵਾ ਦੇ ਹਜ਼ੂਰੋਂ ਤਰਸ਼ੀਸ਼ ਨੂੰ ਭੱਜਣ ਲਈ ਉੱਠਿਆ। ਉਹ ਯਾਫਾ ਕੋਲ ਉੱਤਰ ਨੂੰ ਗਿਆ ਤੇ ਉੱਥੇ ਇੱਕ ਜਹਾਜ਼ ਜੋ ਤਰਸ਼ੀਸ਼ ਨੂੰ ਜਾਣ ਵਾਲਾ ਸੀ ਉਹਨੂੰ ਲੱਭ ਪਿਆ। ਤਦ ਉਸ ਦਾ ਭਾੜਾ ਦੇ ਕੇ ਉਹ ਉਸ ਦੇ ਉੱਤੇ ਚੜਿਆ ਅਤੇ ਯਹੋਵਾ ਦੇ ਹਜ਼ੂਰੋਂ ਉਹਨਾਂ ਦੇ ਨਾਲ ਤਰਸ਼ੀਸ਼ ਨੂੰ ਜਾਣ ਲੱਗਾ, ਗਿਆ ਜੋ ਵੀ ਆ।
ਹਾਲੇਲੂਇਆ। ਇਹਨੂੰ ਤੁਸੀਂ ਅੱਗੇ ਜਦੋਂ ਪੜ੍ਹੋਗੇ ਤੁਹਾਨੂੰ ਫਿਰ ਸਮਝ ਲੱਗਣਾ। ਜਦੋਂ ਤਰਸ਼ੀਸ਼ ਨੂੰ ਭੱਜਿਆ, ਜਹਾਜ਼ ਦੇ ਵਿੱਚ ਜਾ ਰਿਹਾ, ਬੜਾ ਆਰਾਮ ਦੇ ਨਾਲ ਜਹਾਜ਼ 'ਚ ਸਭ ਤੋਂ ਨੀਚੇ ਬੈਠ ਕੇ ਤੇ ਸਫ਼ਰ ਕਰ ਰਿਹਾ, ਅਚਾਨਕ ਤੂਫਾਨ ਆ ਗਿਆ। ਸਮੁੰਦਰ ਦੇ ਵਿੱਚ ਤੂਫਾਨ ਆ ਗਿਆ ਔਰ ਇੰਨੀਆਂ ਲਹਿਰਾਂ ਉੱਠੀਆਂ ਕਿ ਸਭ ਮਰਨ ਵਾਲੇ ਸੀਗੇ। ਉਹਨਾਂ ਨੇ ਸਮਾਨ ਦੀਆਂ ਬੋਰੀਆਂ, ਬਾਕੀ ਜਿਹੜੇ ਉੱਥੇ ਲੋਕ ਸੀਗੇ, ਉਹਨਾਂ ਨੇ ਆਪਣੀ ਸਮਝ ਦਾ ਸਹਾਰਾ ਲਿਆ ਇਨਸਾਨ ਹੋਣ ਦੇ ਨਾਤੇ। ਕਹਿੰਦੇ ਜਹਾਜ਼ ਜਿਹੜਾ ਡੁੱਬ ਰਿਹਾ ਆ, ਇੱਦਾਂ ਕਰਦੇ ਆ ਕਿ ਜੋ ਸਮਾਨ ਆ ਸਾਰਾ ਬਾਹਰ ਕੱਢ ਕੇ ਸੁੱਟਦੇ ਆ, ਜਹਾਜ਼ ਹਲਕਾ ਹੋ ਜਾਏਗਾ। ਪਰ ਫਿਰ ਸਾਰਿਆਂ ਨੇ ਇੱਕ ਮਤਾ ਪਕਾਇਆ, ਗੱਲ ਕੀਤੀ, ਵਿਚਾਰ ਕੀਤਾ। ਕਹਿੰਦੇ ਇੱਦਾਂ ਕਰੋ, ਜਿਹੜਾ ਵੀ ਆ, ਜਿਹੜੇ ਰੱਬ ਨੂੰ ਵੀ ਮੰਨਦਾ ਉਹਨੂੰ ਪੁਕਾਰੇ, ਹੋ ਸਕਦਾ ਜਿਹੜਾ ਵੀ ਰੱਬ ਹੋਵੇ ਤਾਂ ਉਹ ਸਾਨੂੰ ਬਚਾ ਲਵੇ। ਸਾਰਿਆਂ ਨੇ ਪੁਕਾਰਨਾ ਸ਼ੁਰੂ ਕਰ ਦਿੱਤਾ। ਕੋਈ ਤੂਫਾਨ ਥੰਮਿਆ ਨਹੀਂ, ਕੋਈ ਦੁੱਖ ਥੰਮਿਆ ਨਹੀਂ। ਫਿਰ ਉਹਨੇ ਕਿਹਾ ਵੀ ਹੋਰ ਵੀ ਕੋਈ ਹੈਗਾ ਇਸ ਜਹਾਜ਼ ਦੇ ਵਿੱਚ? ਕਹਿੰਦੇ ਹਾਂ, ਇੱਕ ਬੰਦਾ ਸਭ ਤੋਂ ਨੀਚੇ ਵਾਲੇ ਫਲੋਰ ਤੇ ਆ, ਉਹਨੂੰ ਲੈ ਕੇ ਆਓ। ਫਿਰ ਯੋਨਾ ਨੇ ਦੱਸਿਆ ਕਿ ਹਾਂ, ਮੈਂ ਯਹੋਵਾ ਪਰਮੇਸ਼ਵਰ ਦੇ ਮਿਸ਼ਨ ਤੋਂ ਭੱਜਿਆ ਹੋਇਆ ਆ। ਟਾਰਗੇਟ ਜੋ ਉਹਨੇ ਮੈਨੂੰ ਦਿੱਤਾ ਉਹ ਤੋਂ ਮੈਂ ਭੱਜਿਆ ਹੋਇਆ, ਤਾਂ ਇਹ ਦੁੱਖ ਆਇਆ। ਕਹਿੰਦਾ ਇਹ ਤੂਫਾਨ ਥੰਮ ਜਾਏਗਾ। ਕਿੱਦਾਂ ਥੰਮੇਗਾ? ਕਹਿੰਦਾ ਸਮਾਨ ਨੂੰ ਨਾ ਸੁੱਟੋ, ਮੈਨੂੰ ਸੁੱਟੋ, ਕਹਿੰਦਾ ਨਦੀ ਸਮੁੰਦਰ ਦੇ ਵਿੱਚ। ਔਰ ਕਹਿੰਦੇ ਇੱਦਾਂ ਨਹੀਂ ਸਾਡੇ ਕੋਲ ਹੋ ਸਕਦਾ। ਕਹਿੰਦਾ ਇੱਦਾਂ ਹੀ ਹੋਣਾ ਆ, ਸ਼ਾਂਤ ਇਹ। ਕਹਿੰਦਾ ਤੇ ਤੇਰਾ ਖੂਨ ਸਾਡੇ ਜੁੰਮੇ ਨਹੀਂ ਆ। ਫਿਰ ਜਦੋਂ ਚੱਕ ਕੇ ਸੁੱਟਿਆ ਸਮੁੰਦਰ ਦੇ ਵਿੱਚ ਤੇ ਮੱਛੀ ਨੇ ਉਹਨੂੰ ਨਿਗਲ ਲਿਆ। 3 ਦਿਨਾਂ ਤੱਕ ਮੱਛੀ ਦੇ ਢਿੱਡ ਦੇ ਵਿੱਚ ਰਿਹਾ। ਤੁਸੀਂ ਉਸ ਚੀਜ਼ ਨੂੰ ਇਮੇਜਿਨ ਕਰੋ, ਕੋਈ ਸੇਫ ਜਗ੍ਹਾ ਨਹੀਂ ਆ ਉਹ। ਕਿੰਨਾ ਦੁੱਖ ਦੇ ਵਿੱਚ ਰਿਹਾ ਹੋਊਗਾ। ਉਸੇ ਸਮੇਂ ਲਹਿਰਾਂ ਥੰਮ ਗਈਆਂ, ਤੂਫਾਨ ਥੰਮ ਗਿਆ ਔਰ ਮੱਛੀ ਨੇ ਨਿਗਲ ਲਿਆ ਉਹਨੂੰ। 3 ਦਿਨ 3 ਰਾਤਾਂ ਮੱਛੀ ਦੇ ਢਿੱਡ ਦੇ ਵਿੱਚ ਰਿਹਾ। ਜਦੋਂ ਮੱਛੀ ਨੇ ਨਿਗਲਿਆ, ਜਿੱਥੇ ਖਾਣਾ ਚਾਹੁੰਦਾ ਉੱਥੇ ਪਹੁੰਚਿਆ ਹੋਏਗਾ ਮੱਛੀ ਦੇ ਪੇਟ ਦੇ ਵਿੱਚ, ਔਰ ਕਿੱਦਾਂ ਦਾ ਉੱਥੇ ਮਹਿਸੂਸ ਹੋਇਆ ਹੋਊਗਾ ਉਹਨੂੰ ਤੁਸੀਂ ਸਮਝ ਸਕਦੇ ਆ। ਹਾਲੇਲੂਇਆ। ਕਿੱਦਾਂ ਅੰਤੜੀਆਂ ਦੇ ਵਿੱਚ ਘੁੱਟਣ ਹੋਏਗੀ, ਕਿੱਦਾਂ ਉਹਦੇ ਪੇਟ ਦੇ ਵਿੱਚ ਘੁੱਟਣ ਹੋਏਗੀ ਉਹਨੂੰ। ਤੇ 3 ਦਿਨ ਬਾਅਦ ਜਾ ਕੇ ਉਹਨੇ ਉਲਟੀ ਕੀਤੀ ਮੱਛੀ ਨੇ, ਤੇ ਫਿਰ ਜਾ ਕੇ ਉਹ ਬਾਹਰ ਆਇਆ ਉਹਦੇ ਪੇਟ ਦੇ ਵਿੱਚੋਂ। ਹਾਲੇਲੂਇਆ। ਇਹ ਦੁੱਖ ਤਕਲੀਫਾਂ ਉਹ ਲੋਕ ਸਹਿੰਦੇ ਨੇ ਜਿਹੜੇ ਪਰਮੇਸ਼ਵਰ ਦੇ ਮਿਸ਼ਨ ਤੋਂ ਬਾਹਰ ਆਉਂਦੇ ਨੇ। ਜਿਹੜੇ ਪਰਮੇਸ਼ਵਰ ਨੇ ਜੋ ਟਾਰਗੇਟ ਤੁਹਾਨੂੰ ਦਿੱਤਾ, ਕੀ ਦਿੱਤਾ? ਤੁਸੀਂ ਵਰਸ਼ਿਪ ਕਰਕੇ ਖੁਦਾ ਦਾ ਕੰਮ ਕਰਨਾ, ਲੋਕਾਂ ਦੀ ਪਰਵਾਹ ਨਹੀਂ ਕਰਨੀ, ਆਲੇ ਦੁਆਲੇ ਦੀ ਪਰਵਾਹ ਨਹੀਂ ਕਰਨੀ। ਤੁਸੀਂ ਸਿਰਫ ਖੁਦਾ ਦੀ ਪਰਵਾਹ ਕਰਨੀ ਆ ਕਿ ਤੁਸੀਂ ਸੱਚਾਈ ਦੇ ਨਾਲ ਉਹਦੀ ਆਰਾਧਨਾ ਕਰਨੀ ਹੈ। ਤੁਸੀਂ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ ਸਾਜ਼ ਵਜਾਉਣ ਦੇ ਲਈ ਚੁਣੇ ਗਏ ਆ। ਤੁਸੀਂ ਚੁਣਿਆ ਹੋਇਆ ਵਸੀਲਾ ਹੈ। ਤੁਸੀਂ ਇੱਧਰ ਉੱਧਰ ਪਰਵਾਹ ਨਹੀਂ ਕਰਨੀ ਆ, ਖੁਦਾ ਦਾ ਕੰਮ ਕਰਨਾ ਹੈ ਅੱਛੀ ਰੀਤੀ ਦੇ ਨਾਲ। ਹਾਲੇਲੂਇਆ। ਔਰ ਫਿਰ ਤੁਸੀਂ ਉਸ ਮਿਸ਼ਨ ਦਾ ਹਿੱਸਾ ਬਣਨਾ, ਜੋ ਮਿਸ਼ਨ ਦਾ ਹਿੱਸਾ ਖੁਦਾ ਨੇ ਤੁਹਾਨੂੰ ਬਣਾਉਣ ਦੇ ਲਈ ਚੁਣਿਆ ਆ। ਉਸ ਟਾਰਗੇਟ ਜੋ ਤੁਹਾਨੂੰ ਦਿੱਤਾ ਆ ਉਹਨੂੰ ਤੁਸੀਂ ਕੰਪਲੀਟ ਕਰਨਾ ਆ ਔਰ ਇਨਾਮ ਨੂੰ ਅਚੀਵ ਕਰਨਾ ਆ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਹਾਲੇਲੂਇਆ। ਇੰਨੇ ਦੁੱਖਾਂ ਦੇ ਵਿੱਚੋਂ ਲੰਘ ਕੇ ਫਿਰ ਗਿਆ ਨੀਨਵਾ ਨੂੰ, ਕਿਉਂਕਿ ਨੀਨਵਾ ਦੇ ਲੋਕ ਆਕੀ ਬੜੇ ਹੋਏ ਸੀਗੇ, ਮਾਰਨ ਦੇ ਲਈ ਤਿਆਰ ਸੀਗੇ। ਤਾਂ ਕਰਕੇ ਡਰਿਆ ਉਹਨਾਂ ਲੋਕਾਂ ਤੋਂ, ਤਾਂ ਕਰਕੇ ਤਰਸ਼ੀਸ਼ ਨੂੰ ਭੱਜਿਆ। ਫਿਰ ਇਹਨੇ ਦੁੱਖਾਂ 'ਚੋਂ ਲੰਘਿਆ, ਪਰ ਫਿਰ ਵੀ ਬਾਅਦ ਵਿੱਚ ਨੀਨਵਾ ਨੂੰ ਗਿਆ। ਅੱਜ ਦੇ ਲੋਕ ਵੀ ਇੱਦਾਂ ਕਰਦੇ ਆ, ਪਹਿਲਾਂ ਭਟਕ ਜਾਂਦੇ ਆ, ਜਦੋਂ ਦੁੱਖ ਤਕਲੀਫਾਂ ਆ ਜਾਂਦੀਆਂ ਆ, ਪੂਰਾ ਤਬਾਹ ਹੋ ਜਾਂਦਾ, ਮਸਾ ਖਤਮ ਹੋ ਜਾਂਦਾ, ਅਭਿਸ਼ੇਕ ਖਤਮ ਹੋ ਜਾਂਦਾ, ਪਵਿੱਤਰ ਆਤਮਾ ਨਾਰਾਜ਼ ਹੋ ਜਾਂਦਾ। ਫਿਰ ਦੁਬਾਰਾ ਤੋਂ ਚੱਲਣ ਦੀ ਕੋਸ਼ਿਸ਼ ਕਰਦੇ ਆ ਖੁਦਾ ਦੇ ਵਿੱਚ। ਫਿਰ ਉਸ ਟਾਰਗੇਟ ਦਾ ਹਿੱਸਾ ਬਣਦੇ ਆ, ਫਿਰ ਮਿਸ਼ਨ ਦਾ ਹਿੱਸਾ ਬਣਦੇ ਆ। ਤੇ ਤਦ ਤੱਕ ਦਾ ਸਮਾਂ ਕਿੰਨਾ ਲੰਘ ਗਿਆ ਹੁੰਦਾ ਹੈ। ਹਾਲੇਲੂਇਆ। ਦੇਖਣਾ ਬੜੇ ਧਿਆਨ ਦੇ ਨਾਲ, ਸੁਣਨਾ ਬੜੇ ਧਿਆਨ ਦੇ ਨਾਲ, ਸਮਝਣ ਦੀ ਕੋਸ਼ਿਸ਼ ਕਰਨਾ ਕਿ ਤੁਹਾਡੇ ਅੱਗੇ ਜੋ ਮਿਸ਼ਨ ਖੁਦਾ ਨੇ ਰੱਖਿਆ ਉਹਨੂੰ ਕਿੱਦਾਂ ਅਸੀਂ ਕੰਪਲੀਟ ਕਰਨਾ ਹੈ। ਜੋ ਟਾਰਗੇਟ ਤੁਹਾਨੂੰ ਦਿੱਤਾ ਹੈ ਕਿੱਦਾਂ ਉਹਨੂੰ ਕੰਪਲੀਟ ਕਰਕੇ ਜੋ ਇਨਾਮ ਤੁਹਾਡੇ ਸਾਹਮਣੇ ਪਿਆ ਉਹਨੂੰ ਕਿੱਦਾਂ ਅਸੀਂ ਅਚੀਵ ਕਰਨਾ ਹੈ। ਹਾਲੇਲੂਇਆ। ਨੈਕਸਟ ਵਰਸ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ। ਜਦੋਂ ਤੁਸੀਂ ਮੇਰੇ ਨਾਲ ਪਹਿਲਾ ਇਤਿਹਾਸ ਓਪਨ ਕਰਦੇ ਆ, ਪਹਿਲਾ ਇਤਿਹਾਸ ਉਹਦਾ 28 ਨੰਬਰ ਅਧਿਆਏ, ਉਹਦਾ 2 ਔਰ 3 ਨੰਬਰ ਪੰਕਤੀ। ਪਹਿਲਾ ਇਤਿਹਾਸ ਉਹਦਾ 28 ਨੰਬਰ ਅਧਿਆਏ, ਉਹਦਾ 2 ਔਰ 3 ਨੰਬਰ ਪੰਕਤੀ। ਸੁਣਨਾ ਬੜੇ ਧਿਆਨ ਦੇ ਨਾਲ। ਇਹ ਉਸ ਸਮੇਂ ਦੀ ਗੱਲ ਆ ਜਦੋਂ ਦਾਊਦ ਨੂੰ ਖੁਦਾ ਨੇ ਚੁਣਿਆ ਗੋਲੀਅਥ ਨੂੰ ਮਾਰਨ ਦੇ ਲਈ, ਇਜ਼ਰਾਈਲੀ ਲੋਕ ਜਿਹੜੇ ਸੀਗੇ ਉਹਨਾਂ ਦਾ ਰਾਜਾ ਬਣਾਉਣ ਦੇ ਲਈ, ਔਰ ਬਹੁਤ ਸਾਰੀਆਂ ਕੌਮਾਂ ਨੂੰ ਮਾਰ ਕੇ ਜਿੱਤ ਪ੍ਰਾਪਤ ਕਰਾਉਣ ਦੇ ਲਈ, ਔਰ ਆਪਣਾ ਜਿਹੜਾ ਨਾਮ ਆ ਉੱਚਾ ਕਰਨ ਦੇ ਲਈ, ਆਪਣੇ ਨਾਮ ਦਾ ਰੁਤਬਾ ਜਿਹੜਾ, ਆਪਣੇ ਨਾਮ ਦਾ ਡਰ ਜਿਹੜਾ ਆ ਲੋਕਾਂ ਦੀ ਜ਼ਿੰਦਗੀਆਂ 'ਚ ਪਾਉਣ ਦੇ ਲਈ ਖੁਦਾਵੰ ਨੇ ਦਾਊਦ ਨੂੰ ਚੁਣਿਆ। ਦਾਊਦ ਨੇ ਬਹੁਤ ਲੋਕਾਂ ਦਾ ਖੂਨ ਵਹਾਇਆ, ਮਤਲਬ ਜਿੱਦਾਂ ਜਿੱਦਾਂ ਖੁਦਾਵੰਦ ਨੇ ਉਹਨੂੰ ਕਿਹਾ ਉੱਦਾਂ ਉੱਦਾਂ ਉਹਨੇ ਕੀਤਾ।
ਵਿਰੋਧੀਆਂ ਨੂੰ ਮਾਰਿਆ, ਰਾਜਿਆਂ ਨੂੰ ਮਾਰਿਆ, ਉਹਨਾਂ ਦੀ ਕੌਮ ਨੂੰ ਮਾਰਿਆ, ਉਹਨਾਂ ਦੀ ਜਿਹੜੀ ਫੌਜ ਸੀ ਉਹਨਾਂ ਨੂੰ ਮਾਰਿਆ, ਜਿੱਤਿਆ ਉਹਨਾਂ ਨੂੰ। ਔਰ ਉਸ ਤੋਂ ਬਾਅਦ ਕੀ ਹੋਇਆ? ਖੁਦਾ ਇੱਕ ਥਾਂ ਦੇ ਉੱਤੇ ਆ ਕੇ ਕਹਿੰਦੇ ਕਿ ਤੂੰ ਮੇਰਾ ਭਵਨ ਨਹੀਂ ਬਣਾ ਸਕਦਾ। ਮੈਂ ਇਸ ਗੱਲ ਦੇ ਉੱਪਰ ਥੋੜਾ ਜਿਹਾ ਗਹਿਰਾਈ ਦੇ ਵਿੱਚ ਗਿਆ। ਜਦੋਂ ਮੈਂ ਬਾਈਬਲ ਨੂੰ ਪੜ੍ਹਿਆ ਨਾ, ਇਸ ਗੱਲ ਦੇ ਉੱਪਰ ਮੈਂ ਥੋੜਾ ਜਿਹਾ ਗਹਿਰਾਈ ਨੂੰ ਗਿਆ, ਔਰ ਜੋ ਮੇਰੇ ਉੱਪਰ ਮੁਕਾਸ਼ਮਾ ਆਇਆ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਦਾ ਵੀ ਇਹ ਕਿਉਂ ਨਹੀਂ ਬਣਾ ਪਾਇਆ। ਖੁਦਾ ਨੇ ਰਾਜਿਆਂ ਨੂੰ ਮਾਰਨ ਦੇ ਲਈ ਕਿਹਾ, ਦਾਊਦ ਨੇ ਮਾਰਿਆ। ਖੁਦਾ ਨੇ ਉਹਨਾਂ ਦੀ ਕੌਮ ਨੂੰ, ਉਹਨਾਂ ਦੇ ਲੋਕਾਂ ਨੂੰ ਮਾਰਨ ਦੇ ਲਈ ਕਿਹਾ ਜਿਹੜੇ ਵਿਰੋਧੀ ਸੀਗੇ, ਔਰ ਦਾਊਦ ਨੇ ਮਾਰਿਆ। ਤੇ ਫਿਰ ਖੁਦਾ ਨੇ ਉਹਨੂੰ ਭਵਨ ਬਣਾਉਣ ਤੋਂ ਮਨਾ ਕਿਉਂ ਕਰ ਦਿੱਤਾ? ਇਸ ਗੱਲ ਦੇ ਉੱਪਰ ਥੋੜਾ ਜਿਹਾ ਗਹਿਰਾਈ ਦੇ ਵਿੱਚ ਜਾਣ ਦੀ ਜ਼ਰੂਰਤ ਸੀਗੀ, ਔਰ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਗਿਆ। ਕਿਉਂਕਿ ਜਦੋਂ ਬੰਦਾ ਗਹਿਰਾਈ 'ਚ ਜਾਏਗਾ, ਸਮਾਂ ਦੇਗਾ, ਫਿਰ ਹੀ ਕੁਝ ਮਿਲੇਗਾ। ਉੱਪਰੋਂ ਪੜ੍ਹਦੇ ਜਾਓਗੇ ਤਾਂ ਕੋਈ ਨਹੀਂ। ਤੁਸੀਂ ਕੀ ਕਰੋਗੇ? ਪੜੋਗੇ, ਚਲੋ ਠੀਕ ਹੈ, ਨਹੀਂ ਬਣਾ ਪਾਇਆ ਕੋਈ ਗੱਲ ਨਹੀਂ, ਚਲੋ ਅੱਗੇ ਚੱਲਦੇ। ਫਿਰ ਸੁਲੇਮਾਨ ਨੇ ਬਣਾ ਦਿੱਤਾ ਭਵਨ, ਹੈ ਨਾ। ਪਰ ਕਿਉਂ ਨਹੀਂ ਬਣਾ ਪਾਇਆ? ਉਹਦਾ ਕਾਰਨ ਤਾਂ ਲੱਭੀਏ ਨਾ। ਏਦਾਂ ਸਾਡੇ ਕੋਲ ਵੀ ਹੋ ਸਕਦਾ ਨਾ ਕਿ ਜੇ ਦਾਊਦ ਦੇ ਕੋਲ ਜੋ ਗਲਤੀ ਹੋਈ ਹੈ, ਕਿਤੇ ਸਾਡੇ ਕੋਲ ਨਾ ਹੋ ਜਾਵੇ। ਜੋ ਸਾਨੂੰ ਮਿਲਣਾ ਚਾਹੀਦਾ ਸਾਨੂੰ ਨਾ ਮਿਲੇ, ਫਿਰ ਅਸੀਂ ਕਮੀ ਲੱਭਦੇ ਰਵਾਂਗੇ ਵੀ ਕੀ ਕਮੀ ਸੀਗੀ, ਮੈਨੂੰ ਕਿਉਂ ਨਹੀਂ ਪ੍ਰਾਪਤ ਹੋਇਆ। ਅੱਜ ਦੇ ਲੋਕ ਵੀ ਇਦਾਂ ਹੀ ਆ, ਚੰਗਾਈ ਮਿਲਦੀ ਨਹੀਂ ਉਹਨਾਂ ਨੂੰ, ਉਹ ਕਮੀ ਨਹੀਂ ਲੱਭਦੇ ਕਿ ਸਾਡੇ ਵਿੱਚ ਕੀ ਕਮੀ ਰਹਿ ਗਈ ਆ, ਜਾਂ ਸਾਡੇ ਕੋਲ ਪੂਰਾ ਕਿਉਂ ਨਹੀਂ ਚੱਲ ਹੁੰਦਾ ਪਿਆ, ਸਾਨੂੰ ਇਹ ਆਸ਼ੀਸ਼ ਕਿਉਂ ਨਹੀਂ ਮਿਲਦੀ। ਬੱਚੇ ਦੀ ਆਸ਼ੀਸ਼ ਅੱਜ ਕੱਲ੍ਹ ਇਹ ਬੜੀ ਕਮੀ ਚੱਲਦੀ ਪਈ ਹੈ ਲੋਕਾਂ ਦੇ ਵਿੱਚ, ਕਿ ਸਾਨੂੰ ਬੱਚੇ ਦੀ ਆਸ਼ੀਸ਼ ਕਿਉਂ ਨਹੀਂ ਮਿਲਦੀ ਪਈ ਆ। ਆਪਣੇ ਅੰਦਰ ਕਮੀ ਨਹੀਂ ਲੱਭਦੀ ਪਈ ਆ, ਬਸ ਅੱਗੇ ਚੱਲੀ ਜਾਓ, ਕਿਸੇ ਦੀਆਂ ਗਵਾਹੀਆਂ ਸੁਣੀ ਚਲੋ ਔਰ ਤਾੜੀਆਂ ਮਾਰੀ ਚਲੋ। ਆਪਣੇ ਅੰਦਰ ਕਮੀ ਨਹੀਂ ਲੱਭਦੇ ਪਏ ਕਿ ਸਾਡੇ ਅੰਦਰ ਕਮੀ ਕੀ ਹੈ। ਜਿੱਦਾਂ ਹੁਣ ਦਾਊਦ ਖੁਦਾ ਦਾ ਭਵਨ ਕਿਉਂ ਨਹੀਂ ਬਣਾ ਪਾਇਆ? ਇੱਕ ਕਮੀ ਉਹਦੇ ਅੰਦਰ ਕੀ ਸੀਗੀ? ਕਿਹੜੀ ਗਲਤੀ ਉਹਦੇ ਕੋਲ ਹੋਈ ਸੀ? ਕੀ ਪਾਪ ਹੋਇਆ ਸੀਗਾ? ਖੂਨ ਤਾਂ ਉਹਨੇ ਬਹੁਤ ਬਹਾਇਆ। ਖੁਦਾ ਕਹਿੰਦਾ ਤੂੰ ਬਹੁਤ ਖੂਨ ਬਹਾਇਆ, ਇਸ ਕਰਕੇ ਤੂੰ ਮੇਰਾ ਭਵਨ ਨਹੀਂ ਬਣਾ ਸਕਦਾ। ਪਰ ਖੂਨ ਵੀ ਤਾਂ ਖੁਦਾ ਦੇ ਕਹਿਣ ਤੇ ਬਹਾਇਆ। ਇਸ ਗੱਲ ਦੇ ਉੱਪਰ ਥੋੜਾ ਜਿਹਾ ਮੈਂ ਵਿਚਾਰ ਕੀਤਾ, ਔਰ ਪਵਿੱਤਰ ਆਤਮਾ ਨੇ ਕੁਝ ਜ਼ਾਹਿਰ ਕੀਤਾ। ਹਾਂ, ਮੇਰੇ ਉੱਪਰ ਕੁਝ ਮੁਕਾਸ਼ਮਾ ਉਹਨੇ ਭੇਜਿਆ, ਕੁਝ ਭੇਦ ਨੂੰ ਖੋਲਿਆ, ਜਿਹੜਾ ਤੁਹਾਡੇ ਸਾਹਮਣੇ ਮੈਂ ਖੋਲਦਾ ਹਾਂ ਅੱਜ। ਸੁਣਨਾ ਬੜੇ ਧਿਆਨ ਦੇ ਨਾਲ। ਜਦੋਂ ਅਸੀਂ ਪਹਿਲਾਂ ਇਤਿਹਾਸ ਉਹਦਾ 28 ਨੰਬਰ ਅਧਿਆਇ ਉਹਦਾ 2 ਔਰ 3 ਨੰਬਰ ਪੰਕਤੀ ਨੂੰ ਪੜ੍ਹਦੇ ਹਾਂ, ਸੁਣਨਾ ਬੜੇ ਧਿਆਨ ਦੇ ਨਾਲ। ਲਿਖਿਆ ਤਾਂ ਦਾਊਦ ਪਾਤਸ਼ਾਹ ਆਪਣੇ ਪੱਬਾਂ ਦੇ ਭਾਰ ਉੱਠ ਖੜਾ ਹੋਇਆ ਤੇ ਆਖਿਆ, ਹੇ ਮੇਰੇ ਭਾਈਓ ਅਰ ਹੇ ਮੇਰੀ ਪ੍ਰਜਾ, ਮੇਰੀ ਸੁਣੋ। ਮੇਰੇ ਮਨ ਵਿੱਚ ਸੀਗਾ ਕਿ ਮੈਂ ਯਹੋਵਾ ਦੇ ਨੇਮ ਦੇ ਸੰਦੂਕ ਦੇ ਲਈ ਸੁਖ ਅਸਥਾਨ ਅਤੇ ਸਾਡੇ ਪਰਮੇਸ਼ਵਰ ਦੇ ਪੈਰਾਂ ਦੇ ਤਲੇ ਦੀ ਚੌਂਕੀ ਬਣਾਵਾਂ, ਔਰ ਮੈਂ ਉਸ ਦੇ ਬਣਾਉਣ ਦੇ ਲਈ ਤਿਆਰੀ ਵੀ ਕੀਤੀ ਹੋਈ ਸੀਗੀ, ਭਵਨ ਬਣਾਉਣ ਦੇ ਲਈ। ਪਰ ਕਹਿੰਦੇ ਪਰਮੇਸ਼ਵਰ ਨੇ ਮੈਨੂੰ ਆਖਿਆ ਕਿ ਤੂੰ ਮੇਰੇ ਨਾਮ ਦੇ ਲਈ ਭਵਨ ਨਾ ਬਣਾ, ਇਸ ਕਰਕੇ ਜੋ ਤੂੰ ਇੱਕ ਯੋਧਾ ਆ ਅਤੇ ਤੂੰ ਲਹੂ ਬਹਾਇਆ ਆ। ਤੂੰ ਇੱਕ ਯੋਧਾ ਆ ਤੇ ਤੂੰ ਲਹੂ ਬਹਾਇਆ ਆ, ਤੇ ਲਹੂ ਵੀ ਤਾਂ ਖੁਦਾ ਦੇ ਕਹਿਣ ਤੇ ਬਹਾਇਆ, ਆਪਣੀ ਮਰਜ਼ੀ ਦੇ ਨਾਲ ਤਾਂ ਨਹੀਂ ਬਹਾਇਆ। ਜਿਹੜਾ ਉਹਨੇ ਲਹੂ ਬਹਾਇਆ, ਖੁਦਾ ਦੇ ਕਹਿਣ ਤੇ ਜੰਗ ਜਿੱਤੀਆਂ ਆ, ਜੰਗ ਲੜੀਆਂ, ਖੁਦਾ ਨੇ ਉਹਨੂੰ ਜਿਤਾਇਆ। ਤਾਂ ਹੀ ਉਹ ਜਿੱਤਿਆ ਕਿਉਂਕਿ ਉਹ ਹਰ ਲੜਾਈ ਖੁਦਾ ਨੂੰ ਪੁੱਛ ਕੇ ਲੜਦਾ ਸੀ ਕਿ ਪ੍ਰਭੂ ਜੇ ਤੂੰ ਮੇਰੇ ਨਾਲ ਆ, ਜੇ ਤੂੰ ਵੈਰੀਆਂ ਨੂੰ ਮੇਰੇ ਹੱਥਾਂ 'ਚ ਦੇਤਾ ਤਾਂ ਹੀ ਮੈਂ ਲੜਾਂਗਾ। ਤਾਂ ਹੀ ਉਹ ਜਾਂਦਾ ਸੀਗਾ, ਲੜਦਾ ਸੀਗਾ ਤੇ ਜਿੱਤ ਪ੍ਰਾਪਤ ਕਰਦਾ ਸੀਗਾ। ਬੋਲੋ ਹਾਲੇਲੂਇਆ। ਅੱਜ ਅਸੀਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਾਂ ਆਪਣੇ ਪਾਪ ਦੇ ਨਾਲ, ਬੁਰਾਈ ਦੇ ਨਾਲ, ਬਿਮਾਰੀ ਦੇ ਨਾਲ, ਈਰਖਾ ਦੇ ਨਾਲ, ਸ਼ੈਤਾਨ ਦੇ ਨਾਲ, ਅੱਜ ਦੀਆਂ ਸਿਚੁਏਸ਼ਨਸ ਦੇ ਨਾਲ, ਗਰੀਬੀ ਦੇ ਨਾਲ, ਤੰਗੀ ਦੇ ਨਾਲ। ਪਰ ਅਸੀਂ ਖੁਦਾ ਨੂੰ ਮੋਹਰੇ ਨਹੀਂ ਰੱਖਦੇ। ਅਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਖੁਦਾ ਨੂੰ ਦੂਜਾ ਸਥਾਨ ਦਿੱਤਾ ਹੋਇਆ, ਤਾਂ ਹੀ ਅਸੀਂ ਕਾਮਯਾਬ ਨਹੀਂ ਹਾਂ। ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਖੁਦਾ ਬੰਦੇ ਨੂੰ ਪਰਖ ਲੈਂਦਾ, ਤੁਹਾਨੂੰ ਸ਼ਾਇਦ ਪਤਾ ਨਹੀਂ ਆ। ਤੁਹਾਡੇ ਲਈ ਸ਼ਾਇਦ ਇਹ ਛੋਟੀ ਜਿਹੀ ਗੱਲ ਹੋਵੇ। ਮੈਂ ਇੱਕ ਥੋੜੇ ਦਿਨਾਂ ਦੀ ਗੱਲ ਹੈ, ਮੈਂ ਇੱਕ ਬੇਟੀ ਨੂੰ ਕਿਹਾ, ਮੈਂ ਕਿਹਾ ਜਿਹੜੇ ਅਨੋਇੰਟਿੰਗ ਆਇਲ ਦੀਆਂ ਬੋਟਲਸ ਆ ਉਹ ਫਿਲ ਕਰਨ ਵਾਲੀਆਂ ਆ, ਅੱਜ ਸ਼ਾਮ ਨੂੰ ਮੈਂ ਕਿਹਾ ਵੀ ਬੇਟਾ ਤੂੰ ਉਹਨੂੰ ਫਿਲ ਕਰ ਦੇਣਾ। ਮਤਲਬ ਮੈਂ ਦੇਖ ਰਿਹਾ ਜਾਂ ਸੋਚ ਰਿਹਾ ਜਾਂ ਵਿਚਾਰ ਰਿਹਾ, ਤੁਸੀਂ ਦੇਖਣਾ। ਇੱਕ ਉਸ ਬੇਟੀ ਦੇ ਲਈ ਇਹ ਗੱਲ ਬੜੀ ਈਜ਼ੀ ਸੀਗੀ, ਪਰ ਗੱਲ ਇਹ ਆ ਕਿ ਖੁਦਾ ਦਾ ਕੰਮ ਜਾਂ ਖੁਦਾ ਦਾ ਸਥਾਨ ਤੁਹਾਡੀ ਜ਼ਿੰਦਗੀ 'ਚ ਪਹਿਲਾ ਜਾਂ ਦੂਜਾ ਆ। ਉਹਨੇ ਆਪਣੀ ਮੰਮੀ ਦੇ ਥਰੂ ਮੈਸੇਜ ਭੇਜਿਆ ਕਿ ਮੈਂ ਕੱਲ ਕਰ ਦੇਵਾਂਗੀ, ਮੈਂ ਫਲਾਣੇ ਕੰਮ ਦੇ ਵਿੱਚ ਬਿਜ਼ੀ ਹਾਂ। ਉਸੇ ਸਮੇਂ ਸਟਕ ਕੀਤੀ ਮੇਰੇ ਦਿਮਾਗ ਦੇ ਵਿੱਚ ਗੱਲ ਕਿ ਇਟ ਮੀਨਸ ਉਸ ਬੇਟੀ ਦੇ ਮਨ ਦੇ ਵਿੱਚ ਜਾਂ ਦਿਲ ਦੇ ਵਿੱਚ ਖੁਦਾਵੰਦ ਦਾ ਸਥਾਨ ਦੂਜਾ, ਖੁਦਾਵੰਦ ਦੇ ਕੰਮ ਕਰਨ ਦਾ ਜਿਹੜਾ ਪਿਆਸ ਆ ਪਹਿਲ ਦੇ ਆਧਾਰ ਦੇ ਉੱਪਰ ਨਹੀਂ ਆ।
शायद तुहानू छोटे छोटे ਕੰਮਾਂ ਨੂੰ ਲੱਗੇ कि ये कोई गल नहीं, अज नहीं तो कल कर देंगे, अज नहीं तो शाम ਨੂੰ कर देंगे, पर नहीं, इत्थों ही ईमान पर रखिया जाता। इत्थों ही पता लगता कि तुसी खुदाबंद नूं अपनी जिंदगी च किन्नवां स्थान दिंदे पे, पहला या दूसरा। दूसरा दोगे तो कदी आशीषित नहीं होंगे। खुदा दा काम तुहाडे कन्नां च पिया नहीं तो तुसी झट पूरा कर दो। अज पास्टर दे द्वारा पिया तो जे सीधा खुदा तुहाडे नाल गल किद्दां करेगा, और तुसी उहनूं भी डिले करोगे तो कदी भी नहीं खुदा गल करेगा, जब तक तुसी खुदाबंद नूं अपनी जिंदगी च फस्ट प्रैफरेंस नहीं दिंदे, उहदे कम्मां नूं और उहदे लोगां नूं। हालेलुया। गल चलदी आ दाऊद दे लई। दाऊद दे द्वारा ही एक भवन बनना सीगा खुदा दा, पर ज्यादा लहू बहाए जाण दे करके कहंदे कि तू योद्धा आ ते तू लहू बहाया। तुहानूं पता लहू किहड़ा बहाया उहने? ऊरिया दा लहू बहाया, जिहदे कारण ओह भवन नहीं बना सकिया। ऊरिया कौन सीगा? उस औरत दा पति सीगा, जिहनूं उहने लड़ाई दे विच मोहरे लगा दिता और कहंदा इहनूं सब तो पहला लगा दिओ, सब तो पहली लाइन च लगा दिओ। हालेलुया। जद उन्होंने सब तो पहली लाइन दे विच लगा दिता ऊरिया नूं, ओहदा जिहड़ा लहू बहाया गया ना, उस लहू की गल इत्थे हो रही है, जिहदे करके दाऊद खुदा दा भवन नहीं बना पाया। हालेलुया। और उन्हें बहुत लहू बहाया, पर वह खुदा दी मर्जी दे नाल बहाया, वैरियां दे बहाया। उस लहू की गल नहीं इत्थे हो रही कि तू एक योद्धा सीगा, तू बहुत लहू बहाया तां तू मेरा भवन नहीं बना सकता। नहीं, तू ऊरिया दा जिहड़ा लहू बहाया ना, पाप एक बार बंदा करता लैंदा पर वह पिछा नहीं छड्डदा। देखो किड्डी वड्डी आशीष जिहड़ी उह तों खोई गई कि उन्हें खुदा दा भवन बनाना सीगा, कहंदे पर जिहड़ा तू लहू बहाया, तू कहंदे लहू बहाया, तू एक योद्धा आ, तू लहू बहाया। इस कारण करके तू परमेश्वर दा जिहड़ा मेरा जिहड़ा भवन आ तू नहीं बना सकदा। खुदा ने तुहाडे द्वारा बहुत वड्डे वड्डे काम लैणे ने, पर तुसी अपने मिशन दे विच जिहड़ा आ ईमानदारी दे विच रहो। जो टारगेट तुहानूं मिलिआ आ, तुसी उस टारगेट दे उपर पूरा फोकस करो, तां फिर तुसी एडे वड्डे मिशन दा हिस्सा बन सकदे आ। भवन नहीं बना पाया, कारण ऊरिया दी मौत, ऊरिया दा लहू बहाया जाना, ओहनूं ओहदी मौत तो बाद ओहदी वाइफ नूं अपनी पत्नी बनाना। हालेलुया। पत्नी बनाना भी बहुत वड्डा पाप नहीं सी उस समय, पर जिहड़ा ऊरिया नूं फस्ट जिहड़ा लाइन दे विच लगा के ओहनूं ओहदी हत्या कराउणा या मारना, ओहनूं मारन दे लई अगे लैके जाना, ਇਹ ਉਹਦਾ पाप ਸੀਗਾ। ਇਹ लहू बहाया ਜਿਹੜਾ ਉਹਨੇ, ਉਹਦੇ ਕਾਰਨ ਕਰਕੇ ਉਹਦੀ ਬਰਕਤ ਰਹਿ ਗਈ, ਉਹਦੇ ਕਾਰਨ ਕਰਕੇ ਭਵਨ ਬਣਾਉਣ ਤੋਂ ਰਹਿ ਗਿਆ। ਇਹ ਮੁਕਾਸ਼ਮਾ ਜਿਹੜਾ ਆ ਮੇਰੇ ਉੱਪਰ ਜ਼ਾਹਿਰ ਹੋਇਆ, ਜਿਹੜਾ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ। ਹਾਲੇਲੂਇਆ। ਫਿਰ ਉਹਦੇ ਬੇਟੇ ਸੁਲੇਮਾਨ ਨੇ ਭਵਨ ਬਣਾਇਆ। ਕਿਉਂ? ਕਿਉਂਕਿ ਉਦੋਂ ਸਾਰੀਆਂ ਲੜਾਈਆਂ ਜਿਹੜੀਆਂ ਉਹ ਖਤਮ ਹੋ ਚੁੱਕੀਆਂ ਸੀਗੀਆਂ, ਚਾਰੋਂ ਪਾਸੇ ਉਹ ਸ਼ਾਂਤੀ ਸੀਗੀ, ਔਰ ਸ਼ਾਂਤੀ ਦੇ ਵਿੱਚ ਉਹਨੇ ਤਸੱਲੀ ਦੇ ਨਾਲ ਪਰਮੇਸ਼ਵਰ ਦੇ ਭਵਨ ਨੂੰ ਬਣਾਇਆ। ਲਾਸਟ ਵਰਸ ਮੈਂ ਤੁਹਾਡੇ ਨਾਲ पढ़दा आ, मेरे नाल तुसी ओपन करना मती दा अंजील। हुण तुहाडे मेरे अगे भी एक मिशन आ, दाऊद दे अगे एक मिशन सीगा ना, खुदा दा भवन बनाउणा आ, पर उहने जिहड़ा ऊरिया दा लहू बहा दिता, उहदे करके वो मिशन तो जिहड़ा आ बाहर हो गया, उस मिशन नूं कंप्लीट नहीं कर पाया। फिर सुलेमान ने उहनूं कंप्लीट कीता मिशन नूं। हालेलुया। हुण तुसी मेरे नाल मती दा अंजील जरा ओपन करो, मती दा अंजील ओहदा 28 नंबर अध्याय। मती दा अंजील ओहदा 28 नंबर अध्याय, ओहदा 16 तो 20 नंबर पंक्ति। 16 नंबर पंक्ति दे विच इदां लिखिआ, कहंदे फिर वो 11 चेले गलील दे विच उस पहाड़ दे उत्ते गए जिथे यीशु उन्हां दे नाल ठहराया होया सीगा अते उन्हां उस नूं वेख के मत्था टेकिआ, पर कईयां ने भरम कीता। ये यीशु मसीह दे मुर्दिआं दे विचों जी उठण दे समय दी गल आ। कईयां ने जदों यीशु मसीह स्वर्ग वाल नूं जा रहे आ, चेलियां दे नाल गल्लां करदे करदे कईयां ने, सारिआं ने मत्था टेकिआ, पर कईयां ने भरम भी कीता। हालेलुया। कहंदे अते उन्हां उस नूं वेख के मत्था टेकिआ ते कईयां ने भरम कीता, अते यीशु ने कोल आण के उन्हां नाल गल्लां कीतियां ते आखिआ, आकाश अते धरती दा सारा इख्तियार मैनूं दे दिता गया। हालेलुया। मतलब धरती दा भी मालक खुदा आ, आकाश दा भी मालक खुदा आ। स्वर्ग दे विच जो कुछ आ सारा खुदा दे हत्थां दे विच आ। खुदा नूं अपने हत्थां दे विच लै लो, सब कुछ तुहानूं मिल जाएगा। बोलो आमीन। हालेलुया। चाहे वह धरती दे उपर आ, चाहे वह स्वर्ग दे विच आ, धरती के उपर भी तुहानूं सब कुछ मिलेगा अगर खुदा नूं तुसीं अपने हत्थां दे विच लै लोगे तां।
ਮੇਨ ਬੰਦੇ ਨੂੰ ਤੁਸੀਂ ਖੁਦਾ ਦੇ ਹੱਥਾਂ ਦੇ ਵਿੱਚ ਲੈ ਲਓਗੇ ਤੇ ਸਭ ਕੁਝ ਤੁਹਾਡਾ ਹੀ ਹੈ, ਸਮਝ ਲੈਣਾ। ਲਿਖਿਆ ਯੀਸ਼ੂ ਨੇ ਆਖਿਆ ਕਿ ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ, ਇਸ ਲਈ ਤੁਸੀਂ ਜਾ ਕੇ, ਇਹ ਆ ਮਿਸ਼ਨ ਤੁਹਾਡਾ, ਇਕੱਲੇ ਪਾਸਟਰ ਦਾ ਨਹੀਂ ਆ। ਲਿਖਿਆ ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਕੀ ਕਰਨਾ ਆ, ਚੇਲੇ ਬਣਾਉਣਾ ਆ, ਅਤੇ ਉਹਨਾਂ ਨੂੰ ਪਿਤਾ ਪੁੱਤਰ ਔਰ ਪਵਿੱਤਰ ਆਤਮਾ ਦੇ ਨਾਮ ਦੇ ਵਿੱਚ ਬਪਤਿਸਮਾ ਦੇਣਾ ਆ, ਔਰ ਉਹਨਾਂ ਨੂੰ ਸਿਖਾਉਣਾ ਆ ਵੀ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ। ਕੁਝ ਨਹੀਂ, ਜੋ ਇਨਸਾਨ ਨੂੰ ਚੰਗੀਆਂ ਲੱਗੇ ਉਹ ਨਹੀਂ, ਕਹਿੰਦੇ ਉਹਨਾਂ ਸਾਰੀਆਂ ਗੱਲਾਂ ਦੀਆਂ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਆ, ਅਤੇ ਵੇਖੋ ਮੈਂ ਜਗਤ ਦੇ ਅੰਤ ਤੱਕ ਹਰ ਵੇਲੇ ਤੁਹਾਡੇ ਨਾਲ ਆ। ਬੋਲੋ ਆਮੀਨ, ਹਾਲੇਲੂਇਆ। ਇਹ ਮਿਸ਼ਨ ਤੁਹਾਡੇ ਸਾਹਮਣੇ ਆ, ਇਹ ਟਾਰਗੇਟ ਤੁਹਾਡੇ ਸਾਹਮਣੇ ਆ ਕਿ ਲੋਕਾਂ ਨੂੰ ਕੀ ਕਰਨਾ, ਖੁਦਾ ਦੇ ਬਾਰੇ ਦੱਸਣਾ ਹੈ, ਯਿਸੂ ਮਸੀਹ ਦੇ ਗਵਾਹ ਬਣਨਾ ਹੈ, ਯਿਸੂ ਮਸੀਹ ਦੇ ਜੀਵਨ ਦੇ ਬਾਰੇ ਦੱਸਣਾ, ਜਿੱਦਾਂ ਇਸਤੀਫਾਨ ਨੇ ਉਸ ਸਮੇਂ ਦੱਸਿਆ ਜਦੋਂ ਉਹ ਮੌਤ ਦੇ ਬਹੁਤ ਕਰੀਬ ਆ। ਉੱਥੇ ਜਦੋਂ ਪੌਲੁਸ ਨੇ ਉਹਨੂੰ ਪਥਰਾ ਕਰਨ ਦਾ ਹੁਕਮ ਕੀਤਾ ਨਾ, ਉਸ ਸਮੇਂ ਉਹ ਕੀ ਕਰਦਾ ਪਿਆ ਸੀ? ਇਸਤੀਫਾਨ, ਪਤਾ ਸਟੀਫਨਸ ਕੀ ਕਰਦਾ ਪਿਆ ਸੀਗਾ? ਖੁਦਾ ਦੇ ਬਾਰੇ ਦੱਸਦਾ ਪਿਆ ਸੀ ਉਸ ਸਮੇਂ ਲੋਕਾਂ ਨੂੰ, ਯਿਸੂ ਮਸੀਹ ਦੇ ਬਾਰੇ ਦੱਸਦਾ ਪਿਆ ਸੀਗਾ, ਯਿਸੂ ਮਸੀਹ ਦੀ ਕੁਰਬਾਨੀ ਦੇ ਬਾਰੇ ਦੱਸਦਾ ਪਿਆ ਸੀਗਾ, ਯਿਸੂ ਮਸੀਹ ਦੇ ਸਲੀਬ ਚੜ੍ਹੇ ਜਾਣ ਦੇ ਬਾਰੇ ਦੱਸਦਾ ਸੀ, ਮੁਰਦਿਆਂ ਦੇ ਵਿੱਚੋਂ ਤੀਸਰੇ ਦਿਨ ਜੀ ਉੱਠਣ ਦੇ ਬਾਰੇ ਦੱਸਦਾ ਪਿਆ ਸੀ, ਜੋ ਉਹਦੇ ਹੱਕ ਦੇ ਵਿੱਚ ਭਵਿੱਖਬਾਣੀਆਂ ਹੋਈਆਂ ਸੀ ਔਰ ਪੂਰੀਆਂ ਹੋਈਆਂ ਸੀ, ਉਹਨਾਂ ਦੇ ਬਾਰੇ ਦੱਸਦਾ ਪਿਆ ਸੀਗਾ। ਹਾਲੇਲੂਇਆ। ਔਰ ਮੌਤ ਨੂੰ ਸਾਹਮਣੇ ਦੇਖਦਾ ਔਰ ਖੁਸ਼ ਹੁੰਦਾ ਪਿਆ, ਕਿਉਂਕਿ ਮੌਤ ਤੋਂ ਪਹਿਲਾਂ ਉਹਨੂੰ ਯਿਸੂ ਨਜ਼ਰ ਆ ਰਿਹਾ ਆ। ਬੋਲੋ ਹਾਲੇਲੂਇਆ। ਔਰ ਤੁਹਾਨੂੰ ਤੇ ਮੈਨੂੰ ਵੀ ਇਹ ਮਿਸ਼ਨ ਮਿਲਿਆ ਆ, ਤੁਸੀਂ ਤੇ ਮੈਂ ਵੀ ਇਸ ਮਿਸ਼ਨ ਦਾ ਹਿੱਸਾ ਆ। ਇਮਾਨਦਾਰੀ ਦੇ ਨਾਲ ਇਸ ਮਿਸ਼ਨ ਨੂੰ ਪੂਰਾ ਕਰੋ, ਵਚਨ ਸੁਣਾਓ, ਬੇਸ਼ੱਕ 2 ਹੀ ਵਚਨ ਇੱਕ ਕਿਸੇ ਦੇ ਕੰਨ ਦੇ ਵਿੱਚ ਪਾ ਦਿਓ, ਔਰ ਤੁਸੀਂ ਉਸ ਖੁਦਾ ਨੇ ਜੋ ਮਿਸ਼ਨ ਤੁਹਾਨੂੰ ਦਿੱਤਾ ਆ, ਸਮਝਾਇਆ ਆ, ਜਿਸ ਮਿਸ਼ਨ ਦਾ ਹਿੱਸਾ ਤੁਹਾਨੂੰ ਬਣਾਇਆ, ਕਿਉਂਕਿ ਤੁਸੀਂ ਚੁਣਿਆ ਹੋਇਆ ਉਹਦਾ ਵਸੀਲਾ ਆ। ਜੋ ਟਾਰਗੇਟ ਤੁਹਾਨੂੰ ਦਿੱਤਾ, ਕੀ ਟਾਰਗੇਟ ਦਿੱਤਾ ਆ? ਕਿ ਲੋਕਾਂ ਨੂੰ ਮੇਰੇ ਵਚਨਾਂ ਦੇ ਬਾਰੇ ਦੱਸੋ, ਉਹ ਮੇਰੇ ਹੁਕਮਾਂ ਦੀ ਪਾਲਣਾ ਕਰਨ, ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ, ਤੇ ਉਹਨਾਂ ਨੂੰ ਸਿਖਾਓ ਜਿਹੜੀਆਂ ਗੱਲਾਂ ਦੀ ਮੈਂ ਪਾਲਣਾ ਕਰਨੀ ਤੁਹਾਨੂੰ ਦੱਸੀ ਆ, ਉਹ ਵੀ ਪਾਲਣਾ ਕਰਨ। ਤਾਂ ਕਹਿੰਦੇ ਵੇਖੋ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਆ। ਬੋਲੋ ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾਏ ਅੱਜ ਦੇ ਵਚਨ ਕਿ ਟਾਰਗੇਟ ਜੋ ਤੁਹਾਡੇ ਸਾਹਮਣੇ ਖੁਦਾ ਨੇ ਰੱਖਿਆ ਉਹਨੂੰ ਕਿੱਦਾਂ ਪੂਰਾ ਕਰਨਾ। ਮਿਸ਼ਨ ਦਾ ਜੋ ਹਿੱਸਾ ਤੁਹਾਨੂੰ, ਤੁਸੀਂ ਆਮ ਲੋਕ ਨਹੀਂ, ਤੁਸੀਂ ਖਾਸ ਲੋਕ ਆ, ਤੁਸੀਂ ਉਹਦੀ ਖਾਸ ਪ੍ਰਜਾ ਆ, ਜਿਹਨੂੰ ਉਹਨੂੰ ਲੱਗਾ ਜਿੱਦਾਂ ਪੌਲੁਸ ਇੱਕ ਖਾਸ ਕਰਕੇ ਚੁਣਿਆ ਗਿਆ, ਖੁਦਾਵੰਦ ਨੂੰ ਲੱਗਾ ਕਿ ਇਹ ਮੇਰੇ ਕੰਮ ਕਰ ਸਕਦਾ ਹੈ। ਤੁਹਾਨੂੰ ਵੀ ਅਗਰ ਖੁਦਾ ਨੇ ਚੁਣਿਆ ਤੇ ਤੁਸੀਂ ਆਮ ਨਹੀਂ, ਤੁਸੀਂ ਖਾਸ ਲੋਕ ਆ, ਤਾਂ ਹੀ ਤੁਹਾਨੂੰ ਖੁਦਾ ਨੇ ਇਸ ਮਿਸ਼ਨ ਦਾ ਹਿੱਸਾ ਬਣਾਇਆ ਕਿ ਤੁਸੀਂ ਜਾ ਕੇ ਜਗਤ ਦੇ ਵਿੱਚ ਕੀ ਕਰੋ, ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ, ਤੇ ਉਹਨਾਂ ਨੂੰ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ 'ਚ ਬਪਤਿਸਮਾ ਦਿਓ, ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਆ। ਤੇ ਫਿਰ ਕਹਿੰਦਾ ਵੇਖੋ, ਕਹਿੰਦਾ ਤਾਂ ਵੇਖੋ ਮੈਂ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਆ। ਪਹਿਲਾਂ ਸਿਖਾਓ, ਜਦੋਂ ਤੁਸੀਂ ਸਿਖਾਉਣਾ ਸ਼ੁਰੂ ਕਰੋਗੇ, ਜਦੋਂ ਤੁਸੀਂ ਲੋਕਾਂ ਨੂੰ ਦੱਸਣਾ ਸ਼ੁਰੂ ਕਰੋਗੇ, ਪ੍ਰਚਾਰ ਕਰਨਾ ਸ਼ੁਰੂ ਕਰੋਗੇ, ਗਵਾਹ ਬਣਨਾ ਸ਼ੁਰੂ ਕਰੋਗੇ, ਤਾਂ ਉਹ ਤੁਹਾਡੇ ਨਾਲ ਆ ਜਗਤ ਦੇ ਅੰਤ ਤੱਕ। ਬੋਲੋ ਆਮੀਨ, ਹਾਲੇਲੂਇਆ। ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਵਚਨ ਤੋਂ ਆਸ਼ੀਸ਼ ਨੂੰ ਪ੍ਰਾਪਤ ਕੀਤਾ ਹੈ, ਵਚਨ ਨੂੰ ਪ੍ਰਾਪਤ ਕੀਤਾ ਹੈ। ਪਰ ਅਗਰ ਤੁਸੀਂ ਆਪਣੇ ਮਿਸ਼ਨ ਤੋਂ ਭਟਕ ਜਾਓਗੇ ਤੇ ਫਿਰ ਯੋਨਾ ਦੀ ਤਰ੍ਹਾਂ ਫਿਰ ਭਟਕਦੇ ਰਹੋਗੇ, ਯੋਨਾ ਦੀ ਤਰ੍ਹਾਂ ਉਲਝਣਾਂ ਦੇ ਵਿੱਚ ਪੈ ਜਾਓਗੇ, ਦੁੱਖਾਂ ਦੇ ਵਿੱਚ ਪੈ ਜਾਓਗੇ। ਜੋ ਮਿਸ਼ਨ ਤੁਹਾਡੇ ਸਾਹਮਣੇ ਹੈ ਇਹਨੂੰ ਪੂਰਾ ਤੁਸੀਂ ਹੀ ਕਰਨਾ ਆ, ਖੁਦਾ ਨੇ ਤੁਹਾਡੇ ਕੋਲ ਹੀ ਕਰਾਉਣਾ ਆ, ਚਾਹੇ ਖੜੇ ਹੋ ਕੇ ਕਰੋ, ਚਾਹੇ ਘੜੀਸਦੇ ਹੋਏ ਕਰੋ, ਚਾਹੇ ਸੁੱਖਾਂ 'ਚ ਕਰੋ, ਚਾਹੇ ਦੁੱਖਾਂ 'ਚ ਕਰੋ, ਪਰ ਉਹ ਮਿਸ਼ਨ ਖੁਦਾ ਨੇ ਤੁਹਾਡੇ ਕੋਲੋਂ ਹੀ ਪੂਰਾ ਕਰਵਾਉਣਾ ਆ। ਬੋਲੋ ਹਾਲੇਲੂਇਆ। ਪਰ ਜੇ ਤੁਸੀਂ ਇਸ ਗੱਲ ਦਾ ਘਮੰਡ ਕਰੋ ਕਿ ਹਾਂ ਮੇਰੇ ਤੋਂ ਹੀ ਕਰਾਉਣਾ ਆ ਔਰ ਮੈਂ ਹੀ ਇੱਕ ਸਪੈਸ਼ਲ ਬੰਦਾ ਆ, ਤੇ ਖੁਦਾ ਫਿਰ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਵੀ ਚੁਣ ਸਕਦਾ ਆ, ਜਿੱਦਾਂ ਮੋਸਿਸ ਦੇ ਨਾਲ ਹੋਇਆ ਔਰ ਦਾਊਦ ਦੇ ਨਾਲ ਹੋਇਆ ਔਰ ਹੋਰਾਂ ਦੇ ਨਾਲ ਵੀ ਇਦਾਂ ਹੋਇਆ। ਹਾਲੇਲੂਇਆ। ਸ਼ਾਉਲ ਦੇ ਨਾਲ ਇਦਾਂ ਹੋਇਆ। ਪਰ ਤੁਸੀਂ ਸਮਝੋ ਕਿ ਜੋ ਤੁਹਾਨੂੰ ਮਿਲ ਗਿਆ ਉਹਦੀ ਕਦਰ ਕਰੋ, ਜੋ ਤੋੜਾ ਤੁਹਾਨੂੰ ਮਿਲ ਗਿਆ ਆ ਉਹਨੂੰ ਉਹਦੇ ਵਿੱਚ ਵਾਧਾ ਕਰਨ ਦੀ ਕੋਸ਼ਿਸ਼ ਕਰੋ। ਯਿਸੂ ਮਸੀਹ ਜਗਤ ਦੇ ਅੰਤ ਤੱਕ ਤੁਹਾਡੇ ਨਾਲ ਆ। ਸਾਰੀ ਸੰਗਤ ਬੋਲੇ ਆਮੀਨ, ਹਾਲੇਲੂਇਆ। ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਆਸ਼ੀਸ਼ ਔਰ ਬਰਕਤ ਦੇਵੇ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਅੱਜ ਦੇ ਵਚਨ ਨੂੰ ਬਹੁਤ ਅੱਛੀ ਰੀਤੀ ਦੇ ਨਾਲ ਸੁਣਿਆ, ਸਮਝਿਆ ਆ, ਔਰ ਅੱਜ ਦੇ ਵਚਨ ਦਾ ਬੀਜ ਤੁਹਾਡੇ ਦਿਲਾਂ ਦੀ ਚੰਗੀ ਜ਼ਮੀਨ ਤੇ ਜਾ ਕੇ ਡਿੱਗੇ ਤੇ 100 ਦਾ 100 ਗੁਣਾ ਫਲਦਾਇਕ ਹੋਵੇ। ਮੇਰਾ ਇਹ ਬਲੀਵ ਆ, ਮੇਰਾ ਇਹ ਵਿਸ਼ਵਾਸ ਆ ਕਿ ਅੱਜ ਦਾ ਵਚਨ ਜਿਹੜਾ ਆ ਤੁਹਾਨੂੰ ਮਿਸ਼ਨ ਦੇ ਵੱਲ ਨੂੰ ਅੱਗੇ ਵਧਾਵੇ। ਜੋ ਤੁਹਾਡੇ ਸਾਹਮਣੇ ਮਿਸ਼ਨ ਲੱਗਿਆ, ਜੋ ਟਾਰਗੇਟ ਦਾ ਹਿੱਸਾ ਤੁਸੀਂ ਬਣੇ ਆ ਜਾਂ ਖੁਦਾ ਨੇ ਤੁਹਾਨੂੰ ਬਣਾਇਆ ਆ, ਤੁਸੀਂ ਬਹੁਤ ਅੱਛੀ ਰੀਤੀ ਦੇ ਨਾਲ ਉਸ ਟਾਰਗੇਟ ਨੂੰ ਅਚੀਵ ਕਰੋ, ਉਹਨੂੰ ਕੰਪਲੀਟ ਕਰੋ, ਤੇ ਜੋ ਇਨਾਮ ਤੁਹਾਡੇ ਸਾਹਮਣੇ ਆ
ਉਹਨੂੰ ਤੁਸੀਂ ਅਚੀਵ ਕਰੋ। ਜੀਵਨ ਦਾ ਮੁਕਟ ਜੀਵਨ ਦੀ ਪੁਸਤਕ ਦੇ ਵਿੱਚ ਨਾਮ ਲਿਖਵਾਓ, ਤਾਂ ਜੋ ਸਵਰਗ ਦੀ ਭਾਸ਼ਾ ਸੁਣੋ, ਸਵਰਗ ਦੀ ਭਾਸ਼ਾ ਸਮਝੋ, ਬਾਈਬਲ ਦੇ ਅਨੁਸਾਰ ਚੱਲ ਕੇ ਜਿੱਦਾਂ ਸਵਰਗ ਦੇ ਵਿੱਚ ਇੱਕ ਬੰਦਾ ਉੱਠਦਾ ਬਹਿੰਦਾ ਚੱਲਦਾ ਫਿਰਦਾ ਗੱਲਬਾਤ ਕਰਦਾ, ਇੱਥੇ ਤੁਹਾਨੂੰ ਬਾਈਬਲ ਨੇ ਉੱਦਾਂ ਦਾ ਬਣਾਉਣਾ, ਤਾਂ ਤੁਸੀਂ ਉੱਥੇ ਪਹੁੰਚ ਸਕਦੇ ਆ। ਜਿੱਦਾਂ ਇੰਗਲੈਂਡ ਕੈਨੇਡਾ ਅਮਰੀਕਾ ਜਾਣ ਦੇ ਲਈ ਇੰਗਲਿਸ਼ ਦਾ ਆਉਣਾ ਬਹੁਤ ਜ਼ਰੂਰੀ ਆ, ਔਰ ਆਇਲਸ ਕਲੀਅਰ ਕਰਨਾ ਬਹੁਤ ਜ਼ਰੂਰੀ ਆ। ਇੰਗਲਿਸ਼ ਤੁਹਾਨੂੰ ਸੁਣਨੇ ਵੀ ਆਉਣੀ ਚਾਹੀਦੀ ਆ, ਬੋਲਣੇ ਵੀ ਆਉਣੇ ਚਾਹੀਦੀ ਆ, ਔਰ ਲਿਖਣੇ ਵੀ ਆਉਣੇ ਚਾਹੀਦੀ ਆ। ਇਹ ਜ਼ਰੂਰੀ ਆ ਇੰਗਲੈਂਡ ਅਮਰੀਕਾ ਔਰ ਕੈਨੇਡਾ ਜਾਣ ਦੇ ਲਈ। ਇਸੇ ਤਰੀਕੇ ਦੇ ਨਾਲ ਸਵਰਗ ਜਾਣ ਦੇ ਲਈ ਜੋ ਟਰਮ ਐਂਡ ਕੰਡੀਸ਼ਨਸ ਹੈਗੀਆਂ, ਇੱਥੇ ਹੀ ਸਾਨੂੰ ਪੂਰੀਆਂ ਕਰਨੇ ਪੈਣ। ਤੁਸੀਂ ਅਗਰ ਇੰਡੀਆ ਨਾ, ਤੁਹਾਨੂੰ ਇੰਡੀਆ ਦੇ ਵਿੱਚ ਰਹਿ ਕੇ ਹੀ ਆਇਲਸ ਨੂੰ ਕਲੀਅਰ ਕਰਨਾ ਪੈਣਾ ਆ, ਬੈਂਡ ਲੈਣੇ ਪੈਣੇ ਆ, ਕਲੀਅਰ ਕਰਨਾ ਪੈਣਾ, ਫਿਰ ਤੁਸੀਂ ਕੈਨੇਡਾ ਇੰਗਲੈਂਡ ਤੇ ਅਮਰੀਕਾ ਜਾ ਸਕਦੇ ਆ। ਇਸੇ ਰੀਤੇ ਦੇ ਨਾਲ ਸਵਰਗ ਦੇ ਵਿੱਚ ਕਿੱਦਾਂ ਚਾਲ ਚੱਲਣਾ, ਕਿੱਦਾਂ ਦੀ ਸੋਚ ਆ, ਕਿੱਦਾਂ ਦਾ ਇਨਸਾਨ ਚਾਹੀਦਾ ਆ, ਤੁਹਾਨੂੰ ਧਰਤੀ ਦੇ ਉੱਪਰ ਰਹਿ ਕੇ ਹੀ ਬਾਈਬਲ ਨੇ ਉੱਦਾਂ ਦਾ ਇਨਸਾਨ ਬਣਾਉਣਾ ਆ, ਉੱਦਾਂ ਦਾ ਹੀ ਇਨਸਾਨ ਬਣਾਉਣਾ, ਫਿਰ ਤੁਸੀਂ ਸਵਰਗ ਨੂੰ ਜਾ ਸਕਦੇ ਆ। ਹਾਲੇਲੂਇਆ, ਬੋਲੋ ਆਮੀਨ। ਖੁਦਾ ਤੁਹਾਨੂੰ ਅੱਜ ਦੇ ਵਚਨ ਦੇ ਦੁਆਰਾ ਬਹੁਤ ਆਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਮੈਂ ਤੁਹਾਡੇ ਲਈ ਦੁਆ ਮੰਗਦਾ ਹਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਸਮੇਂ ਦੇ ਲਈ ਜੋ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਬਖਸ਼ਿਆ। ਸ਼ੁਕਰਗੁਜ਼ਾਰ ਹਾਂ ਮੇਰੇ ਪ੍ਰਭੂ। ਮੈਂ ਤੁਹਾਡੇ ਲੋਕਾਂ ਦੇ ਲਈ ਪ੍ਰਾਰਥਨਾ ਕਰਦਾ ਜਿਨ੍ਹਾਂ ਨੇ ਅੱਜ ਦੇ ਵਚਨ ਨੂੰ ਬੜੇ ਅਦਬ ਦੇ ਨਾਲ ਸੁਣਿਆ ਸਮਝਿਆ ਹੈ। ਮੇਰੇ ਪ੍ਰਭੂ ਆਸ਼ੀਸ਼ ਔਰ ਬਰਕਤ ਨੂੰ ਪ੍ਰਾਪਤ ਕਰਨ, ਵੱਡੀ ਦਇਆ ਵੱਡੀ ਕਿਰਪਾ ਸਦਾ ਹੀ ਇਹਨਾਂ ਜ਼ਿੰਦਗੀਆਂ ਦੇ ਉੱਪਰ ਬਣੀ ਰਵੇ। ਮੇਰੇ ਪ੍ਰਭੂ ਮੈਂ ਤੁਹਾਡੇ ਕੋਲੋਂ ਦਇਆ ਨੂੰ ਮੰਗਦਾ ਇਹਨਾਂ ਜ਼ਿੰਦਗੀਆਂ ਦੇ ਉੱਪਰ, ਔਰ ਜੋ ਮਿਸ਼ਨ ਦਾ ਹਿੱਸਾ ਤੁਸੀਂ ਸਾਨੂੰ ਬਣਾਇਆ ਆ ਬਲ ਬਖਸ਼ਣਾ ਕਿ ਉਹਨੂੰ ਅੱਛੇ ਰੀਤੀ ਦੇ ਨਾਲ ਅਸੀਂ ਕਰ ਸਕੀਏ ਕੰਪਲੀਟ ਮੇਰੇ ਪ੍ਰਭੂ। ਔਰ ਜੋ ਟਾਰਗੇਟ ਤੁਸੀਂ ਸਾਨੂੰ ਦਿੱਤਾ ਉਸ ਟਾਰਗੇਟ ਨੂੰ ਅਸੀਂ ਖੁਦਾਵੰਦ ਕੰਪਲੀਟ ਕਰ ਸਕੀਏ, ਔਰ ਜੋ ਇਨਾਮ ਤੁਸੀਂ ਰੱਖਿਆ ਜਿੱਤਣ ਵਾਲੇ ਦੇ ਲਈ ਉਹਨੂੰ ਅਸੀਂ ਅਚੀਵ ਕਰ ਸਕੀਏ। ਜੀਵਨ ਦੇ ਮੁਕਟ ਨੂੰ ਜੀਵਨ ਦੀ ਪੁਸਤਕ ਦੇ ਵਿੱਚ ਨਾਮ ਦਰਜ ਕਰਾ ਸਕੀਏ ਮੇਰੇ ਪ੍ਰਭੂ। ਵੱਡੀ ਦਇਆ ਦੇ ਲਈ ਮੈਂ ਮੰਗ ਕਰਦਾ ਹਾਂ ਮੇਰੇ ਪ੍ਰਭੂ ਜੀ। ਅਗਰ ਕੋਈ ਬਿਮਾਰ ਅੱਜ ਦੀ ਮੀਟਿੰਗ ਨੂੰ ਸੁਣ ਰਿਹਾ, ਯਿਸੂ ਮਸੀਹ ਦੇ ਨਾਮ ਦੇ ਵਿੱਚ ਇਸੇ ਸਮੇਂ ਪਵਿੱਤਰ ਆਤਮਾ ਨੂੰ ਛੂ ਲਵੇ, ਛੂ ਕੇ ਚੰਗਾ ਕਰ ਦੇਵੇ ਮੇਰੇ ਪ੍ਰਭੂ ਜੀ। ਜਿੱਦਾਂ ਪਤਰਸ ਦੀ ਸੱਸ ਨੂੰ ਬੁਖਾਰ ਚੜਿਆ ਸੀ ਔਰ ਤੁਸੀਂ ਉਹਦੇ ਹੱਥ ਨੂੰ ਛੂਇਆ ਔਰ ਉਹਦਾ ਤਾਪ ਜਾਂਦਾ ਰਿਹਾ, ਪ੍ਰਭੂ ਇਸੇ ਰੀਤੀ ਦੇ ਨਾਲ ਮੇਰਾ ਬਲੀਵੀਆ ਅਗਰ ਕੋਈ ਬਿਮਾਰ, ਅਗਰ ਕੋਈ ਦੁਖੀ, ਅਗਰ ਕੋਈ ਪਰੇਸ਼ਾਨ ਆ ਔਰ ਅੱਜ ਦੀ ਮੀਟਿੰਗ ਨੂੰ ਸੁਣ ਰਿਹਾ ਆ, ਦੁਆ ਨੂੰ ਸੁਣ ਰਿਹਾ ਅਧੀਨਗੀ ਦੇ ਨਾਲ, ਖੁਦਾਵੰਦੀ ਯਿਸੂ ਮਸੀਹ ਮੇਰੀ ਬੇਨਤੀ ਇਸੇ ਸਮੇਂ ਉਹਦੇ ਹੱਥ ਨੂੰ ਛੂ ਲਵੋ ਔਰ ਸਾਰਾ ਦੁੱਖ ਜਾਂਦਾ ਰਵੇ, ਸਾਰੀ ਬਿਮਾਰੀ ਜਾਂਦੀ ਰਵੇ, ਸਾਰੀ ਦਰਦ ਜਾਂਦੀ ਰਵੇ, ਸਾਰੀ ਪਰੇਸ਼ਾਨੀ ਜਾਂਦੀ ਰਵੇ, ਸਾਰਾ ਕਰਜ਼ਾ ਜਾਂਦਾ ਰਵੇ, ਸਾਰੀਆਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਮੇਰੀ ਪ੍ਰਾਰਥਨਾ ਆ ਖੁਦਾਵੰਦ ਤੁਹਾਡੇ ਲੋਕ ਨਰੋਏ ਕੀਤੇ ਜਾਣ, ਤੁਹਾਡੇ ਲੋਕ ਡਬਲ ਪਾਵਰ ਨੂੰ ਲੈਣ, ਡਬਲ ਮੱਸਾ ਨੂੰ ਲੈਣ, ਡਬਲ ਅਭਿਸ਼ੇਕ ਨੂੰ ਲੈਣ ਮੇਰੇ ਪ੍ਰਭੂ ਜੀ। ਔਰ ਜਿਸ ਮਿਸ਼ਨ ਦਾ ਹਿੱਸਾ ਬਣੇ ਆ ਉਸ ਮਿਸ਼ਨ ਨੂੰ ਅੱਛੇ ਰੀਤੀ ਦੇ ਨਾਲ ਕੰਪਲੀਟ ਕਰਨ ਮੇਰੇ ਪ੍ਰਭੂ ਜੀ। ਜੋ ਟਾਰਗੇਟ ਉਹਨਾਂ ਦੇ ਸਾਹਮਣੇ ਆ ਉਸ ਟਾਰਗੇਟ ਨੂੰ ਅੱਛੇ ਰੀਤੀ ਦੇ ਨਾਲ ਕੰਪਲੀਟ ਕਰਨ ਮੇਰੇ ਪ੍ਰਭੂ ਜੀ। ਦੁੱਖ ਆਉਣ ਪਰ ਡਿੱਗਣ ਨਾ, ਦੁੱਖ ਪਰੇਸ਼ਾਨੀਆਂ ਆਉਣ ਪਰ ਕਮਜ਼ੋਰ ਨਾ ਪੈਣ ਮੇਰੇ ਪ੍ਰਭੂ ਜੀ। ਚੱਲਦੇ ਜਾਣ ਚੱਲਦੇ ਜਾਣ ਚੱਲਦੇ ਜਾਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਇਹ ਲੰਬੀ ਰੇਸ ਵਾਲੇ ਘੋੜੇ ਬਣਨ ਔਰ ਤੁਹਾਡੇ ਨਾਮ ਨੂੰ ਉੱਚਾ ਕਰਨ ਦੇ ਕਾਬਿਲ ਬਣ ਜਾਣ ਮੇਰੇ ਪ੍ਰਭੂ ਜੀ। ਮੈਂ ਯਿਸੂ ਮਸੀਹ ਦੇ ਨਾਮ 'ਚ ਇਹਨਾਂ ਜ਼ਿੰਦਗੀਆਂ ਦੇ ਉੱਪਰ ਆਸ਼ੀਸ਼ ਨੂੰ ਭੇਜਦਾ, ਇਹਨਾਂ ਜ਼ਿੰਦਗੀਆਂ ਦੇ ਉੱਪਰ ਅਭਿਸ਼ੇਕ ਨੂੰ ਭੇਜਦਾ, ਇਹਨਾਂ ਜ਼ਿੰਦਗੀਆਂ ਦੇ ਉੱਪਰ ਅੱਗ ਨੂੰ ਭੇਜਦਾ, ਇਹਨਾਂ ਜ਼ਿੰਦਗੀਆਂ ਦੇ ਉੱਪਰ ਸਾਮਰਥ ਨੂੰ ਭੇਜਦਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੇ ਪ੍ਰਭੂ। ਤੁਹਾਡੇ ਕੰਮਾਂ ਨੂੰ ਵੱਧ ਚੜ ਕੇ ਕਰਨ, ਕਿਉਂਕਿ ਇਹ ਤੁਹਾਡਾ ਚੁਣਿਆ ਹੋਇਆ ਵਸੀਲਾ ਆ ਪ੍ਰਭੂ ਜੀ। ਜੋ ਤੁਹਾਡੇ ਲੋਕ ਤੁਹਾਡਾ ਕੰਮ ਕਰਨ ਖੁਦਾਵੰਦ, ਪ੍ਰਚਾਰ ਕਰਨ ਦਾ ਕੰਮ ਕਰਨ, ਵਰਸ਼ਿਪ ਕਰਨ ਦਾ ਕੰਮ ਕਰਨ, ਮਜੀਸ਼ੀਅਨ ਵਜਾਉਣ ਦਾ ਕੰਮ ਕਰਨ, ਗਾਉਣ ਦਾ ਕੰਮ ਕਰਨ ਮੇਰੇ ਪ੍ਰਭੂ। ਇਹ ਤੁਹਾਡੇ ਚੁਣੇ ਹੋਏ ਵਸੀਲੇ ਨੇ ਮੇਰੇ ਪ੍ਰਭੂ ਜੀ। ਮੈਂ ਤੁਹਾਡਾ ਧੰਨਵਾਦ ਕਰਦਾ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਲਈ। ਪ੍ਰਾਰਥਨਾ ਨੂੰ ਸੁਣਿਆ, ਧੰਨਵਾਦ। ਆਸ਼ੀਸ਼ਿਤ ਕੀਤਾ, ਤੁਹਾਡਾ ਧੰਨਵਾਦ। ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਹੀ ਮਿਲ ਕੇ ਮੰਗਦੇ ਹਾਂ, ਆਮੀਨ। ਗॉड ਬlesਸ। ਖੁਦਾਵੰਦ ਤੁਹਾਨੂੰ ਬਹੁਤਾਈ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਅਗਰ ਕਿਸੇ ਦਾ ਪ੍ਰਾਰਥਨਾ ਨਿਵੇਦਨ ਹੈ ਤਾਂ ਤੁਸੀਂ ਆਪਣਾ ਪ੍ਰਾਰਥਨਾ ਨਿਵੇਦਨ ਭੇਜ ਸਕਦੇ ਆ, ਤੁਹਾਡੇ ਲਈ ਜ਼ਰੂਰ ਪ੍ਰਾਰਥਨਾ ਕੀਤੀ ਜਾਏਗੀ ਔਰ ਖੁਦਾਵੰਦ ਤੁਹਾਨੂੰ ਤੁਹਾਡੇ ਪਰਿਵਾਰਾਂ ਸਮੇਤ ਬਰਕਤ ਦੇਵੇ। ਮੈਂ ਪਾਸਟਰ ਆਸਟਨ ਸੈਮੂਅਲ ਖੁਦਾਵੰਦੀ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡੀਆਂ ਜ਼ਿੰਦਗੀਆਂ ਦੇ ਉੱਪਰ, ਤੁਹਾਡੇ ਪਰਿਵਾਰਾਂ ਦੇ ਉੱਪਰ ਸ਼ਾਂਤੀ ਨੂੰ ਭੇਜਦਾ ਹਾਂ ਯਿਸੂ ਦੇ ਨਾਮ ਵਿੱਚ। ਬੋਲੋ ਆਮੀਨ।